ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨ ਤਮਾਏ। ਕੀਤੇ ਮੰਗਹਿ ਜੋਧ ਅਪਾਰ, ਕੀਤਿਆ ਗਣਤ ਨਹੀਂ ਵਿਚਾਰ। ਕੀਤੇ ਖਪ ਟੁਟਹਿ ਵੇਕਾਰ, ਕੀਤੇ ਲੈ ਲੈ ਮੁਕਰ ਪਾਹੇ। ਕੀਤੇ ਮੂਰਖ ਖਾਹੀ ਖਾਹੇ, ਕੀਤਿਆ ਦੁਖ ਭੂਖ ਸਦ ਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ। ਹੋਰ ਆਖ ਨ ਸਕੈ ਕੋਇ, ਜੇ ਕੋ ਖਾਇਕ ਆਖਣ ਪਾਏ। ਉਹ ਜਾਣੈ ਜੇਤੀਆ ਮੋਹ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇ ਭੇ ਕੇਈ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹ। ਨਾਨਕ ਪਾਤਿਸ਼ਾਹੀ ਪਾਤਿਸ਼ਾਹ, ਜਿਸਨੂੰ ਬਖਸ਼ੇ ਸਿਫਤ ਸਾਲਾਹ। ਨਾਨਕ ਪਾਤਿਸ਼ਾਹੀ ਪਾਤਿਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਫਿਰ ਤੋਂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਰਹਿਮਤ ਕੀਤੀ ਹੈ। ਮਹਾਰਾਜ ਜੀ ਨੇ ਸਵਾਸ ਵੀ ਬਖਸ਼ੇ ਨੇ। ਅਸੀਂ ਸਵਾਸ ਲੈਂਦੇ ਪਏ ਹਾਂ, ਨਾਲੇ ਗੁਰੂ ਕਾ ਜਸ ਗੁਰੂ ਦੀ ਕਿਰਪਾ ਦੇ ਨਾਲ ਕਰਨ ਦਾ ਯਤਨ ਕਰਦੇ ਪਏ ਹਾਂ। ਹੁਣੇ ਹੁਣੇ ਅਸਾਂ ਨੇ ਭਾਈ ਸਾਹਿਬ ਜੀ ਹੋਰਾਂ ਪਾਸੋਂ ਇਹ ਬਚਨ ਸ਼ਰਵਣ ਕੀਤੇ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਹੁਣ ਆਪ ਜੀ ਇਸ ਪੰਕਤੀ ਦੇ ਵਿੱਚ ਧਿਆਨ ਦਿਓ। ਇੱਕ ਪਾਸੇ ਲਿਖਿਆ ਹੈ ਨਾ, ਇੱਕ ਪਾਸੇ ਲਿਖਿਆ ਹੈ ਨਾ। ਨੰਨੇ ਨੂੰ ਕੰਨਾ ਨਾ ਤੇ ਨੰਨਾ ਮੁਕਤਾ ਨਾ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਪਰਮੇਸ਼ਵਰ ਦੀਆਂ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਹਨ ਜੋ ਕਿ ਅਸੀਂ ਲਿਖ ਨਹੀਂ ਸਕਦੇ। ਕਲਮ ਵਿੱਚ ਸੱਤਿਆ ਨਹੀਂ, ਬੁੱਧੀ ਵਿੱਚ ਸੱਤਿਆ ਨਹੀਂ, ਹੱਥ ਵਿੱਚ ਇੰਨੀ ਸੱਤਿਆ ਨਹੀਂ, ਸ਼ਕਤੀ ਨਹੀਂ ਅਸੀਂ ਲਿਖ ਸਕੀਏ। ਕੀ ਅਸੀਂ ਸਿਫਤ ਕਰਾਂਗੇ ਉਹਦੀ ਬਖਸ਼ਿਸ਼ਾਂ ਦੀ? ਤੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਇੰਨੀਆਂ ਬਖਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਵੱਡਾ ਦਾਤਾ, ਉਹ ਇੰਨਾ ਵੱਡਾ ਦਾਤਾ ਹੈ ਤਿਲ ਨਾ ਤਮਾਏ। ਉਹ ਤਿਲ ਜਿੰਨੀ ਵੀ ਤਮਾ ਨਹੀਂ ਰੱਖਦਾ, ਤਿਲ ਜਿੰਨਾ ਵੀ ਲਾਲਚ ਨਹੀਂ ਰੱਖਦਾ। ਸੰਸਾਰ ਦੀ ਜਿੰਨੀ ਵੀ ਰਿਸ਼ਤੇਦਾਰੀ ਹੈ ਇਹ ਗਰਜ਼ਾਂ ਦੇ ਉੱਤੇ ਸੁਭਾਏਮਾਨ ਹੈ, ਗਰਜ਼ਾਂ ਦੇ ਉੱਤੇ, ਲੋੜਾਂ ਦੇ ਉੱਤੇ ਰਿਸ਼ਤੇ ਟਿਕਾਈ ਬੈਠੀ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਉਹ ਦਾਤਾ ਇੰਨਾ ਵੱਡਾ ਹੈ, ਉਹ ਤਿਲ ਜਿੰਨੀ ਵੀ ਇੱਛਾ ਨਹੀਂ ਰੱਖਦਾ, ਤਿਲ ਜਿੰਨਾ ਵੀ ਲਾਲਚ ਨਹੀਂ ਰੱਖਦਾ। ਤੇ ਜੋ ਦੇ ਕੇ ਕਦੀ ਵੀ ਇੱਛਾ ਨਾ ਕਰੇ, ਜਤਾਏ ਨਾ, ਉਸੇ ਦਾ ਹੀ ਸਿਮਰਨ ਕਰਨਾ ਚਾਹੀਦਾ। ਹੁਣ ਆਪ ਜੀ ਸਾਰੇ ਗੁਰੂ ਕੀ ਬਾਣੀ ਜਪਣ ਵਾਲੇ ਹੋ। ਅਸੀਂ ਅਚੇਤਤਾ ਦੇ ਵਿੱਚ ਇਤਨੀ ਕੁ ਬਾਣੀ ਅਸ਼ੁੱਧ ਉਚਾਰਨ ਕਰ ਦਿੰਦੇ ਹਾਂ, ਉਹ ਬਾਅਦ ਵਿੱਚ ਪਤਾ ਲੱਗਦਾ ਹੈ। ਜਿਸ ਤਰ੍ਹਾਂ ਅਸੀਂ ਸ਼ਬਦ ਪੜ੍ਹਦੇ ਹਾਂ ਰੋਜ਼ਾਨਾ ਹੀ ਨਿਤਨੇਮ ਦੀ ਬਾਣੀ ਦੇ ਵਿੱਚ, ਤੂੰ ਕਰਤਾ ਸਚਿਆਰ ਮੈਂਡਾ, ਅੱਗੇ ਸ਼ਬਦ ਹੈ ਸਾਈ। ਅਸੀਂ ਸਾਈ ਪੜ੍ਹ ਦਿੰਦੇ ਹਾਂ। ਆਪ ਜੀ ਨਾ ਧਿਆਨ ਨਾਲ ਆਪਣੇ ਆਪ ਨੂੰ ਸੁਣਿਓ। ਅਸੀਂ ਪੜ੍ਹ ਦਿੰਦੇ ਹਾਂ ਸਾਈ। ਸੱਸੇ ਦੇ ਕੰਨੇ ਦੇ ਉੱਤੇ ਬਿੰਦੀ ਲੱਗੀ, ਇਹ ਤਾਂ ਠੀਕ ਹੈ, ਇਹ ਤਾਂ ਲੱਗੇਗੀ। ਅਸੀਂ ਈੜੀ ਨੂੰ ਬਿਹਾਰੀ ਉੱਤੇ ਵੀ ਬਿੰਦੀ ਲਾ ਦਿੰਦੇ ਹਾਂ, ਉੱਥੇ ਬਿੰਦੀ ਨਹੀਂ ਲੱਗੇਗੀ। ਇੱਕ ਹੋਰ ਸ਼ਬਦ ਪੜ੍ਹਦੇ ਹਾਂ, ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ। ਉੱਥੇ ਸ਼ਬਦ ਹੈ ਸਾਈਂ
ਆ, ਸਾਂ, ਇੱਥੇ ਸਾਂ ਵੱਖਰਾ ਕਰੋ, ਸੱਸੇ ਨੂੰ ਕੰਨਾਂ ਉੱਤੇ ਬਿੰਦੀ, ਸਾਂ ਅੱਗੇ ਈ ਆਇਆ, ਸਾਂ ਈ ਆ, ਇਕੱਠਾ ਸ਼ਬਦ ਪੜਾਂਗੇ, ਸਾਈਆ, ਸਾਈਆ। ਇਹ ਸ਼ਬਦ ਸੁਣਨ ਨੂੰ ਕਿੰਨਾ ਔਕਵਰਡ ਲੱਗਦਾ ਹੈ ਕਿ ਅਸੀਂ ਤਾਂ ਸਾਈਆਂ ਹੀ ਪੜ੍ਹੀ ਜਾਂਦੇ ਹਾਂ, ਸੱਸੇ ਤੇ ਕੰਨੇ ਨੂੰ ਵੀ ਬਿੰਦੀ ਲੱਗ ਗਈ, ਈੜੀ ਨੂੰ ਬਿਹਾਰੀ ਨੂੰ ਵੀ ਬਿੰਦੀ ਲੱਗ ਗਈ, ਐੜੇ ਨੂੰ ਕੰਨੇ ਨੂੰ ਵੀ ਬਿੰਦੀ ਲੱਗ ਗਈ। ਜਦ ਕਿ ਇਹ ਸ਼ਬਦ ਸਾਈਆਂ, ਸਾਈਆਂ, ਇਹ ਸਾਡੇ ਕੰਨਾਂ ਨੂੰ ਕਿਹਨਾਂ ਨੇ ਸੁਣਾਇਆ? ਜਿਤਨੇ ਵੀ ਕੀਰਤਨੀਏ ਨੇ, ਸਾਰੇ ਧੰਤਾ ਯੋਗ ਨੇ, ਸਤਿਕਾਰਯੋਗ ਨੇ, ਪਰਮੇਸ਼ਵਰ ਦੀ ਸਿਫਤ ਕਰਦੇ ਨੇ, ਕੀਰਤਨ ਕਰਦੇ ਨੇ। ਜਦ ਕਿ ਕਲਗੀਧਰ ਪਾਤਸ਼ਾਹ ਜੀ ਦਾ ਬਹੁਤ ਬਾਕਮਾਲ ਬਚਨ, ਮਹਾਰਾਜ ਜੀ ਕਹਿੰਦੇ ਨੇ, ਸਭ ਤੋਂ ਪਹਿਲਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਗੁਰਬਾਣੀ ਦੀ ਸੰਥਿਆ ਹੈ, ਤੇ ਗੁਰਬਾਣੀ ਦੀ ਸੰਥਿਆ ਤੋਂ ਬਾਅਦ, ਸ਼ੁੱਧ ਉਚਾਰਨ ਤੋਂ ਬਾਅਦ, ਫਿਰ ਬਾਅਦ ਵਿੱਚ ਤੁਸਾਂ ਨੇ ਕਥਾ ਸਿੱਖਣੀ, ਬਾਅਦ ਵਿੱਚ ਤੁਸਾਂ ਨੇ ਕੀਰਤਨ ਸਿੱਖਣਾ। ਸੰਥਿਆ ਸਭ ਤੋਂ ਪਹਿਲਾਂ ਹੈ। ਤੇ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਵੀ ਇਹੀ ਬਚਨ ਕਰਦੇ ਨੇ। ਕੋਈ ਗੁਰਮੁਖ ਪਿਆਰਾ ਆਇਆ, ਕਹਿਣ ਲੱਗਾ ਜੀ ਮੈਂ ਨਾਲ ਦੀ ਨਾਲ ਸੰਥਿਆ ਵੀ ਕਰਨੀ ਤੇ ਨਾਲ ਦੀ ਨਾਲ ਮੈਨੂੰ ਦੂਜੇ ਗ੍ਰੰਥ ਨੇ, ਵਿਦਾਂਤ ਦੇ, ਉਹ ਪੜ੍ਹਾ ਦਿਓ। ਵੀ ਇੱਕੋ ਸਮੇਂ ਵਿੱਚ ਦੋ ਕਾਰਜ ਹੋ ਜਾਣਗੇ। ਤੇ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਚਨ ਕੀਤਾ, ਗੁਰਮੁਖਾ ਸਭ ਤੋਂ ਪਹਿਲਾਂ ਸੰਥਿਆ ਕਰ, ਤੇ ਜੇਕਰ ਤੂੰ ਸੰਥਿਆ ਦਾ ਸ਼ੁੱਧ ਉਚਾਰਨ ਸਿੱਖ ਲਿਆ, ਤੂੰ ਸਹੀ ਵਿਸ਼ਰਾਮ ਲਾਉਣੇ ਸਿੱਖ ਲਏ, ਤੇ ਵਿਆਖਿਆ ਆਪਣੇ ਆਪ ਹੀ ਹੋ ਜਾਣੀ ਹੈ। ਤੇ ਮਹਾਂਪੁਰਖਾਂ ਨੇ ਇਹ ਵੀ ਬਚਨ ਕੀਤਾ, ਸੰਥਿਆ ਕਰਾ ਹੀ ਹੋ ਸਕਦਾ ਹੈ ਜਿਸ ਨੂੰ ਸੰਪੂਰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ ਗਿਆਨ ਹੋਵੇ। ਅਰਥਾਂ ਦੇ ਗਿਆਨ ਬਿਨਾਂ ਜਿਹੜੀ ਸੰਥਿਆ ਹੈ, ਇਹ ਮਨੁੱਖ ਕਿਤੇ ਨਾ ਕਿਤੇ ਅਣਗਹਿਲੀ ਕਰ ਹੀ ਦਿੰਦਾ। ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੀ ਨਹੀਂ, ਸੰਪੂਰਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ, ਭਾਈ ਗੁਰਦਾਸ ਜੀ ਦੇ ਕਵਿਤਾਂ ਦਾ ਗਿਆਨ, ਤੇ ਸਿਰਫ ਕਵਿਤਾਂ ਦਾ ਤੇ ਵਾਰਾਂ ਦਾ ਹੀ ਗਿਆਨ ਨਹੀਂ, ਭਾਈ ਨੰਦ ਲਾਲ ਜੀ ਦਾ ਜਿਤਨਾ ਵੀ ਰਚਨਾਤਮਕ ਵੱਖ-ਵੱਖ ਪਹਿਲੂ ਹੈ, ਜਿਤਨੀ ਵੀ ਰਚਨਾ ਹੈ ਫਾਰਸੀ ਦੇ ਵਿੱਚ ਜਾਂ ਫਿਰ ਹੋਰ ਭਾਸ਼ਾਵਾਂ ਵਿੱਚ, ਕਹਿੰਦੇ ਨੇ ਉਹਦਾ ਵੀ ਗਿਆਨ ਹੋਵੇ। ਜਿਸ ਨੂੰ ਫਾਰਸੀ, ਅਰਬੀ, ਉਰਦੂ, ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਹੋਰ ਅਨੇਕਾਂ ਭਾਸ਼ਾਵਾਂ ਦਾ ਗਿਆਨ ਨਹੀਂ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਨਾ ਕਰਵਾ ਸਕਦਾ ਹੈ ਤੇ ਨਾ ਸਮਝ ਸਕਦਾ ਹੈ। ਤੇ ਸੱਚ ਇਹ ਹੈ, ਪਹਿਲਾਂ ਸੱਚੇ ਪਾਤਸ਼ਾਹ ਜੀ ਦੀ ਇੰਨੀ ਬਖਸ਼ਿਸ਼ ਸੀ ਕਿ ਜਿਸ ਵੇਲੇ ਬੱਚਾ ਛੋਟਾ ਹੁੰਦਾ ਸੀ ਨਾ, 2-3 ਸਾਲ ਦਾ ਹੋ ਜਾਣਾ, ਉਹਨੂੰ ਮੁਹਾਰਨੀ ਪੜ੍ਹਾਈ ਜਾਂਦੀ ਸੀ। ਫਿਰ ਪਰਤ ਕੇ 5 ਸਾਲ ਦੀ ਉਮਰ ਦੇ ਵਿੱਚ ਉਹਨੂੰ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਜਿਸ ਵੇਲੇ ਕੰਠ ਹੋ ਜਾਂਦਾ ਸੀ, ਤੇ ਸਾਰਾ ਪਿੰਡ ਇਸ ਵਿਸ਼ੇ ਦੇ ਉੱਤੇ ਲੰਗਰ ਲਾਉਂਦਾ ਸੀ ਕਿ ਅੱਜ ਸਾਡੇ ਪਿੰਡ ਵਿੱਚੋਂ ਇੱਕ 5 ਸਾਲ ਦੇ ਬੱਚੇ ਨੂੰ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕੰਠ ਹੋ ਗਿਆ। ਗੁਰਬਾਣੀ ਕੰਠ ਜਿਸ ਵੇਲੇ ਹੁੰਦੀ ਸੀ ਕਿਸੇ ਵੀ ਗੁਰਮੁਖ ਪਿਆਰੇ ਨੂੰ, ਤੇ ਉਸ ਵੇਲੇ ਵਧਾਈਆਂ ਮਨਾਈਆਂ ਜਾਂਦੀਆਂ ਸਨ। ਹੁਣ ਤੇ ਪਤਾ ਨਹੀਂ ਕੀ ਹੋ ਗਿਆ, ਜਨਮ ਦਿਨ ਮਨਾਏ ਜਾਂਦੇ ਨੇ, ਜਦ ਕਿ ਅਸਲ ਵਿੱਚ ਖੁਸ਼ੀ ਉਸ ਵੇਲੇ ਮਨਾਉਣੀ ਚਾਹੀਦੀ ਹੈ ਜਿਸ ਵੇਲੇ ਸਾਡੇ ਬੱਚੇ ਨੇ ਗੁਰਬਾਣੀ ਕੰਠ ਕਰ ਲਈ, ਸਾਡੇ ਬੱਚੇ ਦਾ ਅੰਮ੍ਰਿਤ ਵੇਲੇ ਦਾ ਨੇਮ ਪੱਕ ਗਿਆ, ਸਾਡਾ ਬੱਚਾ ਹੁਣ ਆਪ ਅਰਦਾਸ ਕਰਦਾ ਹੈ, ਸਾਡਾ ਬੱਚਾ ਗੁਰੂ ਕੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਪਿਆ ਜੀ। ਇਹ ਹੈ ਵਧਾਈਆਂ ਦਾ ਸਮਾਂ। ਗੁਰਸਿੱਖਾਂ ਮਨ ਵਧਾਈਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਡੀਆਂ ਖੁਸ਼ੀਆਂ ਵੀ ਇਸੇ ਤਰ੍ਹਾਂ ਦੀਆਂ ਰਹਿ ਗਈਆਂ ਜੀ। ਆ ਦਰਖਤ ਨੂੰ ਖੜਾ ਕਰਕੇ ਵਿੱਚ ਲਾਈਟਾਂ ਲਾ ਕੇ ਤੇ ਕਹਿ ਦਿੰਦੇ ਨੇ ਕਿ ਅੱਜ ਕ੍ਰਿਸਮਸ ਹੈ ਜੀ। ਤੇ ਜਿੰਨਾ ਚਿਰ ਤੇਰੇ ਜੀਵਨ ਵਿੱਚ ਸ਼੍ਰੀ ਜਪਜੀ ਸਾਹਿਬ ਕੰਠ ਨਹੀਂ, ਤੇਰੇ ਵਾਸਤੇ ਤੇ ਕੋਈ ਤਿਉਹਾਰ ਨਹੀਂ ਹੈ। ਸਿੱਖਾਂ ਵਾਸਤੇ ਸਭ ਤੋਂ ਵਡਮੁੱਲੇ ਜੋ ਤਿਉਹਾਰ ਨੇ ਉਹ ਇਹੀ ਨੇ, ਭਾਏ ਭਗਤ ਗੁਰਪੁਰਬ ਕਰਨ ਦੇ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਭਾਵਨਾ ਦੇ ਤਹਿਤ, ਪ੍ਰੇਮ ਦੇ ਸਹਿਤ ਇੰਜ ਸਿੱਖ ਮਹਿਸੂਸ ਕਰੇ ਕਿ ਅੱਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਅੱਜ ਹੋਇਆ, ਹੁਣੇ ਹੋਇਆ। ਤੇ ਜਿਸ ਵੇਲੇ ਗੁਰੂ ਦਾ ਪ੍ਰਕਾਸ਼ ਹੋਵੇ ਤੇ ਉਸ ਵੇਲੇ ਸਿੱਖ ਦੇ ਅੰਦਰ ਚਾਉ ਕੈਸਾ ਹੁੰਦਾ ਹੈ, ਖੁਸ਼ੀ ਕੈਸੀ ਹੋਏਗੀ। ਉਸ ਵੇਲੇ ਸਿੱਖ ਐਸਾ ਆਪਣੇ ਅੰਦਰੋਂ
ਫੀਲ ਮਹਿਸੂਸ ਕਰੇ, ਅੰਦਰੋਂ ਫੀਲਿੰਗ ਐਸੀ ਆਵੇ ਕਿ ਗੁਰੂ ਮਹਾਰਾਜ ਜੀ ਹੁਣੇ ਪ੍ਰਕਾਸ਼ਮਾਨ ਹੋਏ ਹਨ, ਹੁਣੇ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਸਾਡੇ ਅੰਦਰ ਖੁਸ਼ੀਆਂ ਖੇੜੇ ਹਨ। ਤੇ ਖੁਸ਼ੀਆਂ ਖੇੜੇ ਮਨਾਏ ਕਿਵੇਂ ਜਾਂਦੇ ਨੇ? ਗੁਰੂ ਕੀ ਬਾਣੀ ਦਾ ਜਾਪ ਕਰਕੇ, ਗੁਰੂ ਦਾ ਕੀਰਤਨ ਕਰਕੇ। ਭਾਵੇਂ ਹਾਰਮੋਨੀਅਮ ਵਾਜੇ ਨਹੀਂ ਹਨ, ਫਿਰ ਵੀ ਸਿਫਤ ਸਲਾਹ ਦੇ ਵਿੱਚ ਕਹੋ, ਕਬੀਰ ਤੂੰ ਕਰਤਾ ਤੂ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂ। ਅਸੀਂ ਬਹੁਤ ਅਣਗਹਿਲੀ ਦੇ ਵਿੱਚ ਬਾਣੀ ਇਸੇ ਤਰ੍ਹਾਂ ਹੀ ਬਿਨਾਂ ਸੋਚੇ ਸਮਝੇ ਪੜ੍ਹੀ ਜਾਂਦੇ ਹਾਂ, ਜਪੀ ਜਾਂਦੇ ਹਾਂ। ਬਾਣੀ ਜਪਣ ਦਾ ਲਾਹਾ ਹੀ ਲਾਹਾ ਹੈ। ਪਰ ਆਪ ਜੀ ਨੂੰ ਪਤਾ ਹੋਏਗਾ, ਕਲਗੀਧਰ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਨੇ? ਹਰ ਸਿੱਖ ਸੰਥਿਆ ਕਰਨ ਤੋਂ ਬਾਅਦ ਜੇਕਰ ਉਹ 500 ਸਰੀਰਾਂ ਤੱਕ ਸੰਥਿਆ ਪਹੁੰਚਾਉਂਦਾ ਹੈ ਤੇ ਕਹਿੰਦੇ ਨੇ ਸਾਡੀ ਖੁਸ਼ੀ ਮਿਲ ਜਾਏਗੀ। ਇੱਕ ਪਾਸੇ ਸਿੱਖ 24 ਘੰਟੇ ਗੁਰਮੰਤਰ ਕਰਦਾ ਹੈ, ਇੱਕ ਪਾਸੇ ਸਿੱਖ 100 ਸਾਲ ਸਿਮਰਨ ਹੀ ਕਰੀ ਜਾਂਦਾ ਹੈ, ਜਾਪ ਹੀ ਕਰੀ ਜਾਂਦਾ ਹੈ, ਅਭਿਆਸ ਹੀ ਕਰੀ ਜਾਂਦਾ ਹੈ। ਕਲਗੀਧਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮੇਰੀ ਖੁਸ਼ੀ ਨਹੀਂ ਮਿਲੇਗੀ। ਗੁਰੂ ਨਾਨਕ ਦੇ ਘਰ ਦੇ ਵਿੱਚ ਬਚਨ ਹੈ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਹੋ ਜਾਹੋ। ਉਹਨੇ ਜੈਸੇ ਕਰਮ ਕੀਤੇ ਉਹਦੀ ਦਇਆ ਵਰਤ ਜਾਏਗੀ। ਪਰ ਸਾਡੀ ਖੁਸ਼ੀ ਉਸ ਵੇਲੇ ਮਿਲੇਗੀ ਸਿੱਖ ਆਪ ਗੁਰਬਾਣੀ ਦੀ ਸੰਥਿਆ ਕਰੇ, ਆਪ ਗੁਰੂ ਕੀ ਬਾਣੀ ਦੇ ਪ੍ਰਤੀ ਸਮਰਪਿਤ ਹੋਵੇ ਤੇ ਦੂਜਿਆਂ ਨੂੰ ਸਿਖਾਵੇ। ਇਹ ਮੁੱਢਲਾ ਅਸੂਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਅਪਣਾਇਆ ਤੇ ਹਜ਼ਾਰਾਂ ਨੂੰ ਸੰਥਿਆ ਕਰਾਈ ਜੀ। ਭਾਈ ਮਨੀ ਸਿੰਘ ਜੀ ਨੇ ਅਪਣਾਇਆ, ਹਜ਼ਾਰਾਂ ਨੂੰ ਸੰਥਿਆ ਕਰਾਈ। ਸੋ ਕਹਿਣ ਦਾ ਅਰਥ ਇਹ ਹੈ, ਅਸੀਂ ਇਤਿਹਾਸ ਪੜ੍ਹ ਕੇ ਦੇਖੀਏ, ਸਾਨੂੰ ਚਾਹੀਦੀ ਮੁਕਤੀ ਨਹੀਂ, ਸਾਨੂੰ ਸ਼ਾਂਤੀ ਨਹੀਂ ਚਾਹੀਦੀ, ਸਾਨੂੰ ਤੇ ਕਲਗੀਧਰ ਪਾਤਸ਼ਾਹ ਜੀ ਦੀ ਖੁਸ਼ੀ ਚਾਹੀਦੀ ਹੈ। ਤੇ ਆਪ ਜੀ ਨੂੰ ਪਤਾ ਹੋਏਗਾ, ਭਾਈ ਮਨੀ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਭੇਜਿਆ ਸੀ ਤੇ ਆਖਿਆ ਸੀ, ਭਾਈ ਮਨੀ ਸਿੰਘ ਜੀ ਜਾਵੋ, ਫਰਾਸ਼ਾਂ ਦੀ ਮਰਿਆਦਾ ਕਾਇਮ ਕਰੋ, ਮੇਵੜਿਆਂ ਦੀ ਮਰਿਆਦਾ ਕਾਇਮ ਕਰੋ, ਉੱਥੇ ਨਿਸ਼ਾਨ ਸਾਹਿਬ ਝੁਲਾਓ। ਜੋ ਵੀ ਮਰਿਆਦਾ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਅਸੀਂ ਦੇਖਦੇ ਹਾਂ, ਉਹ ਸਾਰੀ ਦੀ ਸਾਰੀ ਮਰਿਆਦਾ ਕਲਗੀਧਰ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਭਾਈ ਮਨੀ ਸਿੰਘ ਜੀ ਨੇ ਸਥਾਪਿਤ ਕੀਤੀ। ਤੇ ਜਿਸ ਵੇਲੇ ਤੁਰਨ ਲੱਗੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਛੋਟੇ ਬੱਚਿਆਂ ਨੂੰ ਊੜਾ ਐੜਾ ਮੁਹਾਰਨੀ ਪੜ੍ਹਾਵੋ ਤੇ ਜੋ ਵੱਡੇ ਹਨ ਉਹਨਾਂ ਦੇ ਸਿਰ ਉੱਤੇ ਗੁਰੂ ਨਾਨਕ ਦੀ ਕਿਰਪਾ ਦਾ ਛਤਰ ਝੁੱਲੇ, ਸਾਰਿਆਂ ਨੂੰ ਸੰਥਿਆ ਕਰਾਓ, ਸਾਰਿਆਂ ਨੂੰ ਗੁਰੂ ਕੀ ਬਾਣੀ ਦੇ ਨਾਲ ਸਿੱਧਾ ਹੀ ਅਕਾਲ ਪੁਰਖ ਦੇ ਵਿੱਚ ਸੁਰਤ ਜੋੜਨ ਦਾ ਚੱਜ ਆਵੇ, ਭਾਵ ਕਿ ਢੰਗ ਆਵੇ। ਤੇ ਭਾਈ ਮਨੀ ਸਿੰਘ ਜੀ ਨੇ ਫਿਰ ਉੱਥੇ ਜਿਸ ਵੇਲੇ ਅਨੇਕਾਂ ਵਿਦਿਆਰਥੀਆਂ ਨੂੰ ਸੰਥਿਆ ਕਰਾਈ, ਜਿਸ ਵੇਲੇ ਦੇਖਿਆ ਕਿ ਹੁਣ ਮੁਸਲਮਾਨ ਵੀ ਆ ਕੇ ਹੁਣ ਮੁਹਾਰਨੀ ਪੜ੍ਹਦੇ ਪਏ ਹਨ ਤੇ ਮੁਸਲਮਾਨਾਂ ਨੂੰ ਫਿਕਰ ਹੋ ਗਿਆ। ਭਾਈ ਮਨੀ ਸਿੰਘ ਜੀ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨ ਕੇ ਤੇ ਆਪਣੇ ਹੱਥੀਂ ਹੁਣ ਊੜਾ ਐੜਾ ਮੁਹਾਰਨੀ ਲਿਖ ਕੇ ਬੱਚਿਆਂ ਨੂੰ ਦਿੰਦੇ ਹਨ, ਜਦਕਿ ਵੇਖਣ ਦੇ ਵਿੱਚ ਇੱਕ ਬ੍ਰਹਮ ਗਿਆਨੀ ਮਹਾਨ ਸ਼ਖਸੀਅਤ ਹੁਣ ਊੜਾ ਐੜਾ ਸਿਖਾਵੇ ਤੇ ਅਸੀਂ ਕਹਾਂਗੇ ਕਿ ਲਓ ਜੀ ਇਹ ਕਿਹੋ ਜਿਹੀ ਗੱਲ ਹੋਈ, ਇਹ ਚੰਗਾ ਥੋੜਾ ਲੱਗਦਾ, ਬ੍ਰਹਮ ਗਿਆਨੀ ਹੈ। ਅਸੀਂ ਬ੍ਰਹਮ ਗਿਆਨੀ ਦੀ ਗੱਲ ਕੀ ਕਰੀਏ ਜੀ। ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਫੱਟੀਆਂ ਦੇ ਉੱਤੇ ਆਪ ਆਪਣੇ ਹੱਥਾਂ ਦੇ ਨਾਲ ਊੜਾ ਐੜਾ ਲਿਖਦੇ ਨੇ ਤੇ ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਖੁਸ਼ੀ ਚਾਹੀਦੀ ਹੈ ਨਾ, ਦਾਤਾਂ ਚਾਹੀਦੀਆਂ ਹਨ, ਕਿਰਪਾ ਚਾਹੀਦੀ ਹੈ, ਆਪਣੇ ਬੱਚੇ ਭੇਜੋ। ਤੇ ਗੁਰੂ ਮਹਾਰਾਜ ਜੀ ਆਪਣੇ ਪਾਸ ਬੱਚਿਆਂ ਨੂੰ ਬਿਠਾ ਕੇ ਤੇ ਊੜਾ ਐੜਾ ਈੜੀ ਸੱਸਾ ਹਾਹਾ ਪੜ੍ਹਾਉਂਦੇ ਪਏ ਨੇ। ਹੁਣ ਗੁਰੂ ਪਦਵੀ ਦੇ ਮਾਲਕ ਨੇ, ਗੁਰੂ ਨਾਨਕ ਦੀ ਜੋਤ ਦੇ ਵਾਰਿਸ ਨੇ, ਸੱਚੇ ਪਾਤਸ਼ਾਹ ਜੀ ਦੀ ਜਿੰਨੀ ਵੀ ਅਸੀਮ ਸ਼ਕਤੀ ਹੈ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੰਦਰ ਵਰਤਦੀ ਪਈ ਹੈ। ਪਰ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਹੱਥੀਂ ਮੁਹਾਰਨੀ ਪੜ੍ਹਾ ਰਹੇ ਨੇ। ਦੇਖੋ ਉਸ ਵੇਲੇ ਬੱਚੇ ਬੈਠੇ ਨੇ, ਕੁਝ ਕੁ ਬੱਚੇ ਮਹਾਰਾਜ ਜੀ ਪੜ੍ਹਾਉਂਦੇ ਪਏ ਨੇ ਤੇ ਹਮਾਯੂੰ ਆਉਂਦਾ ਹੈ, ਬਾਦਸ਼ਾਹ ਆਉਂਦਾ ਹੈ ਹਮਾਯੂੰ, ਤੇ ਸੱਚੇ ਪਾਤਸ਼ਾਹ ਜੀ ਨੇ ਉਹਦੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਥੋੜ੍ਹਾ ਜਿਹਾ ਦੇਖਿਆ ਤੇ ਇਸ਼ਾਰਾ ਕੀਤਾ, ਭਾਈ ਅਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦੇ ਪਏ ਹਾਂ, ਤੂੰ ਵਾਪਸ ਚਲਾ ਜਾ, ਅਸੀਂ ਬਾਅਦ ਵਿੱਚ ਮਿਲਦੇ ਹਾਂ।
ਇਸ਼ਾਰਾ ਕੀਤਾ, ਉਹਨੂੰ ਬੁਲਾਇਆ ਤੱਕ ਨਹੀਂ। ਹੁਮਾਯੂੰ ਨੂੰ ਇੰਨਾ ਗੁੱਸਾ ਆਇਆ ਨਾ, ਤਲਵਾਰ ਕੱਢੀ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਿੱਥੇ ਤਲਵਾਰ ਕੱਢਣੀ ਚਾਹੀਦੀ ਸੀ ਉੱਥੇ ਤੇਰੀ ਤਲਵਾਰ ਸੌਂ ਗਈ ਸੀ। ਤੇਰੀ ਤਲਵਾਰ ਦੀਆਂ ਅੱਖਾਂ ਮੀਟੀਆਂ ਗਈਆਂ ਸੀ, ਤੇਰੀ ਤਲਵਾਰ ਖੁੰਡੀ ਹੋ ਗਈ ਸੀ। ਮੈਦਾਨੇ ਜੰਗ ਦੇ ਵਿੱਚ ਤੇਰੀ ਤਲਵਾਰ ਚੱਲੀ ਨਹੀਂ, ਤੇ ਗੁਰੂ ਨਾਨਕ ਦੇ ਘਰ ਦੇ ਉੱਤੇ, ਰੱਬ ਦੇ ਘਰ ਦੇ ਉੱਤੇ, ਫਕੀਰਾਂ ਦੇ ਘਰ ਦੇ ਉੱਤੇ ਤੂੰ ਤਲਵਾਰਾਂ ਵਿਖਾਉਂਦਾ ਫਿਰਦਾ, ਤਲਵਾਰਾਂ ਕੱਢਦਾ ਫਿਰਦਾ। ਹੁਮਾਯੂੰ ਨੇ ਮਾਫੀ ਮੰਗੀ। ਬਾਅਦ ਵਿੱਚ ਹੁਮਾਯੂੰ ਪੁੱਛਦਾ ਹੈ, ਜੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਮੈਂ ਤੁਹਾਡੇ ਕੋਲ ਆਇਆ ਤੇ ਬੱਚੇ ਹੀ ਬੈਠੇ ਨੇ ਤੇ ਤੁਸੀਂ ਪੜ੍ਹਾਉਂਦੇ ਵੀ ਕੀ ਪਏ ਹੋ? ਸਭ ਤੋਂ ਪਹਿਲੀ ਸਿੱਖਿਆ ਊੜਾ ਐੜਾ ਈੜੀ, ਤੇ ਹੁਣ ਮੇਰੇ ਸਾਹਮਣੇ ਹੁਣ ਊੜਾ ਐੜਾ ਈੜੀ ਵੱਡਾ ਹੈ। ਇਹ ਇਤਿਹਾਸ ਸਾਡੇ ਕੰਨਾਂ ਤੱਕ ਨਹੀਂ ਨਾ ਪਹੁੰਚਿਆ। ਹੁਣ ਇੱਕ ਪਾਸੇ ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਦੂਜੇ ਪਾਸੇ ਊੜਾ ਐੜਾ ਈੜੀ, ਇਹ ਵੱਡਾ ਹੈ, ਬੱਚੇ ਵੱਡੇ ਨੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਹਾਂ ਇਹ ਊੜਾ ਐੜਾ ਈੜੀ ਸੱਸਾ ਹਾਹਾ ਮੁਹਾਰਨੀ ਵੱਡੀ ਹੈ। ਬਾਦਸ਼ਾਹ ਕਹਿਣ ਲੱਗਾ, ਕਿਉਂ? ਮਹਾਰਾਜ ਜੀ ਨੇ ਬਚਨ ਕੀਤਾ, ਕਿਉਂਕਿ ਇਸੇ ਮੁਹਾਰਨੀ ਦੇ ਸਦਕਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਸ਼੍ਰੀ ਜਪ ਸਾਹਿਬ ਕੀ ਬਾਣੀ ਪੜ੍ਹੀ ਜਾਏਗੀ। ਇਸੇ ਊੜੇ ਐੜੇ ਸੱਸੇ ਹਾਹੇ ਕਰਕੇ ਸ਼੍ਰੀ ਆਸਾ ਕੀ ਵਾਰ ਦੀ ਬਾਣੀ ਪੜ੍ਹੀ ਜਾਏਗੀ। ਇਸ ਕਰਕੇ ਹਰ ਇੱਕ ਉਹ ਅੱਖਰ ਸਾਡੇ ਵਾਸਤੇ ਇੰਜ ਹੈ ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨੀ। ਜਿਸ ਕੌਜ਼ ਕਰਕੇ, ਜਿਸ ਕਾਰਨ ਕਰਕੇ ਕੋਈ ਵੀ ਗੁਰੂ ਕੀ ਬਾਣੀ ਨੂੰ ਜਪ ਸਕੇ, ਉਹ ਸਾਡੇ ਵਾਸਤੇ ਤੇਰੇ ਵਰਗੇ ਲੱਖਾਂ ਬਾਦਸ਼ਾਹ ਆ ਜਾਣ, ਤੇਰੇ ਵਰਗੇ ਬਾਦਸ਼ਾਹ ਤੋਂ ਕਿਤੇ ਉੱਚਾ ਅੱਖਰ ਹੈ ਜਿਹੜਾ ਅੱਖਰ ਗੁਰੂ ਕੀ ਬਾਣੀ ਵਿੱਚ ਹੈ। ਤੇ ਅੱਗੇ ਵਚਨ ਕੀਤਾ, ਤੂੰ ਕਿਹਾ ਕਿ ਬੱਚਿਆਂ ਨੂੰ ਸਿਖਾਉਣਾ, ਤੇ ਮਹਾਰਾਜ ਜੀ ਕਹਿਣ ਲੱਗੇ, ਇਹ ਗੁਰੂ ਨਾਨਕ ਦੇ ਘਰ ਦੇ ਅਸਲ ਵਿੱਚ ਇਹ ਰਾਖੇ ਨੇ, ਗੁਰੂ ਨਾਨਕ ਦੇ ਘਰ ਦੀ ਪ੍ਰਚਾਰਕ ਸ਼੍ਰੇਣੀ ਨੂੰ, ਪ੍ਰਚਾਰਕ ਪ੍ਰਣਾਲੀ ਨੂੰ ਅੱਗੇ ਵਧਾਉਣ ਵਾਲੇ ਨੇ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੋਦ ਦੇ ਵਿੱਚ ਖੇਡੇ ਨੇ, ਇਸ ਕਰਕੇ ਤੇਰੇ ਤੋਂ ਵਾਕਈ ਵੱਡੇ ਨੇ। ਇੰਝ ਨਾ ਸੋਚੀਏ ਕਿ ਅਸੀਂ ਤੇ ਇੰਨੇ ਵੱਡੇ ਗਿਆਨੀ ਬਣ ਗਏ ਆ, ਇੰਨੇ ਸਿਆਣੇ, ਅਸੀਂ ਉਹ ਬੱਚਿਆਂ ਨੂੰ ਕੀ ਸਿਖਾਵਾਂਗੇ? ਊੜਾ ਐੜਾ ਈੜੀ ਸੱਸਾ ਹਾਹਾ। ਸ਼ਰਮ ਆਉਂਦੀ ਹੈ। ਤੇ ਦਾਸ ਨੇ ਤੇ ਵੇਖਿਆ ਜੀ, ਜਿਨ੍ਹਾਂ ਨੇ ਪੰਜਾਬੀ ਦੀ PhD ਕੀਤੀ ਹੁੰਦੀ ਹੈ, ਉਹਨਾਂ ਨੂੰ ਨੰਗਾ ਇੱਕ ਅੱਖਰ ਬੋਲਣਾ ਨਹੀਂ ਹੁੰਦਾ, ਉਹਨਾਂ ਨੂੰ ਨੰਨਾ ਅੱਖਰ ਨਹੀਂ ਬੋਲਣਾ ਆਉਂਦਾ, ਉਹ ਹੋਰ ਹੀ ਕੁਝ ਕਹਿ ਦਿੰਦੇ ਨੇ। ਤੇ ਫਿਰ PhD ਕਾਹਦੀ ਹੋਈ ਜੀ? ਇਹ ਤਾਂ ਸਿਰਫ ਟਕਸਾਲਾਂ ਦੇ ਵਿੱਚੋਂ ਹੀ ਸਾਨੂੰ ਸਿੱਖਣ ਨੂੰ ਮਿਲਦੇ ਨੇ ਇਹ ਅਸਲ ਵਿੱਚ ਅੱਖਰ। ਜਿਨ੍ਹਾਂ ਨੇ ਪੰਜਾਬੀ ਦੀ PhD ਕੀਤੀ ਹੁੰਦੀ ਹੈ, ਉਹ ਵੀ ਛੱਛੇ ਨੂੰ ਛੱਛਾ ਹੀ ਬੋਲਦੇ ਨੇ। ਹੁਣ ਸ਼ੇਰ ਦੇ ਵਿੱਚ ਤੇ ਛੱਲੀ ਦੇ ਵਿੱਚ ਫਰਕ ਕੋਈ ਨਹੀਂ। ਸੱਸੇ ਦੇ ਪੈਰ ਦੇ ਵਿੱਚ ਬਿੰਦੀ ਹੈ, ਉਸਨੂੰ ਸ਼ੇਰ ਕਹਿੰਦੇ ਨੇ, ਤੇ ਅੱਗੇ ਛੱਛਾ ਦੇ ਉੱਤੇ ਅਦਕ ਹੈ, ਤੇ ਲੱਲੇ ਨੂੰ ਬਿਹਾਰੀ ਉਹਨੂੰ ਛੱਲੀ ਕਹਿੰਦੇ ਨੇ। ਅਸੀਂ ਉਹਨੂੰ ਛੱਲੀ ਨਹੀਂ ਕਹਿੰਦੇ, ਛੱਲੀ। ਵੈਸੇ ਤਕਰੀਬਨ ਅਸੀਂ ਛੱਲੀ ਨੂੰ ਵੀ ਛੱਲੀ ਕਹਿ ਦਿੰਦੇ ਆ, ਹਾਂਜੀ, ਕਿਉਂਕਿ ਅਸੀਂ ਵੇਖੋ ਕਿੰਨੇ ਸੌਂ ਕੇ ਜ਼ਿੰਦਗੀ ਬਤੀਤ ਕਰਦੇ ਪਏ ਆ, ਸੁੱਤੇ ਸੁੱਤੇ। ਮਹਾਰਾਜ ਜੀ ਨੇ ਬੜਾ ਭਾਗਾਂ ਵਾਲਾ ਸਮਾਂ ਲਿਆਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਗੁਰੂ ਕਾ ਹੁਕਮ ਵੱਡਾ ਹੈ। ਜਿਸ ਵੇਲੇ ਦਾਸ ਨੇ 52 ਹੁਕਮਨਾਮੇ ਸਾਹਿਬ ਦੇ ਵਿੱਚ ਇਹ ਬਚਨ ਪੜ੍ਹਿਆ ਕਿ ਗੁਰੂ ਕਾ ਸਿੱਖ ਗੁਰਬਾਣੀ ਦੀ ਸੰਥਿਆ ਕਰੇ, ਤੇ ਦਾਸ ਨੇ ਉਸ ਵੇਲੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਗੁਰਬਾਣੀ ਦੀ ਤਾਂ ਪਤਾ ਲੱਗ ਗਿਆ, ਸਮਝ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਲਿਖਿਆ ਹੋਇਆ ਉਹਨੂੰ ਗੁਰਬਾਣੀ ਕਹਿੰਦੇ ਨੇ, ਸੰਥਿਆ ਕੀ ਹੁੰਦੀ ਹੈ? ਪਿਤਾ ਜੀ ਕਹਿੰਦੇ ਨੇ, ਪੁੱਤਰ ਗੁਰਬਾਣੀ ਦਾ ਸ਼ੁੱਧ ਉਚਾਰਨ। ਤੇ ਫਿਰ ਪੁੱਛਿਆ, ਮਹਾਰਾਜ ਜੀ ਦਾ ਹੁਕਮ ਹੈ ਤੇ ਮੈਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖਣਾ। ਪਿਤਾ ਜੀ ਨੇ ਆਖਿਆ, ਇਸ ਵੇਲੇ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਵਧੀਆ ਜੇਕਰ ਸੰਥਿਆ ਮੰਨੀ ਜਾਂਦੀ ਹੈ ਤੇ ਉਹ ਦਮਦਮੀ ਟਕਸਾਲ ਦੀ ਮੰਨੀ ਜਾਂਦੀ ਹੈ। ਇਹ ਦਾਸ ਨੇ ਆਖਿਆ, ਜੀ ਮੈਨੂੰ ਫਿਰ ਉੱਥੇ ਭੇਜ ਦਿਓ, ਘੱਟੋ ਘੱਟ ਅਸੀਂ ਆਪਣੇ ਗੁਰੂ ਕੀ ਬਾਣੀ ਨੂੰ ਤੇ ਸ਼ੁੱਧ ਉਚਾਰਨ ਕਰਨ ਦਾ ਢੰਗ ਸਿੱਖ ਸਕੀਏ। ਤੇ ਮਨ ਦੇ ਵਿੱਚ ਬਸ ਇੱਕੋ ਖਿਆਲ, ਇਹ ਖਿਆਲ ਨਹੀਂ ਕਿ ਮੈਂ ਸ਼ੁੱਧ ਪੜ੍ਹਾਂ ਤੇ ਦੂਜੇ ਕਹਿਣ ਵਾਹ, ਮੈਂ ਸ਼ੁੱਧ ਪੜ੍ਹਾਂ ਤੇ ਮੈਨੂੰ ਮਹਿਸੂਸ ਹੋਵੇ ਵਾਹ। ਸਿਰਫ ਇਸ ਕਰਕੇ ਕਿ ਕਲਗੀਧਰ ਪਾਤਸ਼ਾਹੀ ਦਾ ਹੁਕਮ ਹੈ। ਕਲਗੀਧਰ ਪਾਤਸ਼ਾਹੀ ਦਾ ਹੁਕਮ ਭਾਵ ਕਿ ਕਲਗੀਧਰ ਪਾਤਸ਼ਾਹੀ ਦੀ ਖੁਸ਼ੀ। ਤੇ ਗੁਰੂ ਦੇ ਹੁਕਮ ਅਨੁਸਾਰ ਜਿਸ ਵੇਲੇ ਅਸੀਂ ਜੀਵਨ ਬਤੀਤ ਕਰਾਂਗੇ ਤੇ ਖੇਡਾਂ ਰੂਹਾਨੀ ਤਲ ਤੇ ਬਹੁਤ ਕਮਾਲ ਦੀਆਂ ਵਰਤਦੀਆਂ ਨੇ।
ਮਨੁੱਖ ਆਪਣੇ ਆਪ ਨੂੰ ਇੰਜ ਮਹਿਸੂਸ ਕਰਦਾ ਹੈ ਕਿ ਜਿੰਨੀਆਂ ਸ਼ਕਤੀਆਂ ਪਰਮੇਸ਼ਵਰ ਨੇ ਸ੍ਰਿਸ਼ਟੀ ਵਿੱਚ ਟਿਕਾਈਆਂ ਨੇ, ਉਹਦੇ ਤੋਂ ਕਿਤੇ ਵਧੇਕ ਦਾਤੇ ਨੇ ਮੇਰੇ ਅੰਦਰ ਟਿਕਾਈਆਂ ਨੇ। ਜਿਉਂ-ਜਿਉਂ ਸ਼ਕਤੀ ਦਾ ਅਨੁਭਵ ਹੁੰਦਾ ਹੈ, ਤਿਉਂ-ਤਿਉਂ ਅੰਦਰ ਭਾਂਡਾ ਵੱਡਾ ਹੁੰਦਾ ਹੈ, ਤਿਉਂ-ਤਿਉਂ ਅੰਦਰ ਟਿਕਾਓ ਪੈਦਾ ਹੁੰਦਾ ਹੈ, ਤਿਉਂ-ਤਿਉਂ ਫਿਰ ਜੀ ਨਹੀਂ ਕਰਦਾ ਕਿ ਕਿਸੇ ਨੂੰ ਦਸੀਏ ਵੀ, ਬੋਲਣ ਦਾ ਜੀ ਨਹੀਂ ਕਰਦਾ, ਚਿੱਤ ਕਰਦਾ ਚੁੱਪ ਹੀ ਕੀਤੇ ਰਹੀਏ। ਚੁੱਪ ਕੀਤੇ ਕਿਉਂ ਰਹੀਏ? ਕਿਉਂਕਿ ਪਤਾ ਹੈ ਬੋਲਣ ਦੇ ਨਾਲ ਹੀ ਸ਼ਕਤੀ ਖਾਰਜ ਹੁੰਦੀ ਹੈ, ਬੋਲਣ ਦੇ ਨਾਲ ਸ਼ਕਤੀ ਵੇਸਟ ਹੁੰਦੀ ਹੈ। ਪਰ ਸੱਚੇ ਪਾਤਸ਼ਾਹ ਦਾ ਹੁਕਮ ਹੈ, ਭਾਈ ਇਸ ਗਿਆਨ ਨੂੰ ਆਪ ਜੀ ਸਾਰੇ ਪਾਸੇ ਛੱਟਾ ਦੇ ਦਿਓ, ਇੱਕ ਇੱਕ ਬੀਜ ਹਜ਼ਾਰਾਂ ਬੀਜਾਂ ਦੇ ਰੂਪ ਦੇ ਵਿੱਚ ਪ੍ਰਗਟ ਹੋਏਗਾ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਬਹੁਤਾ ਕਰਮ ਪਰਮੇਸ਼ਵਰ ਦੀ ਬਖਸ਼ਿਸ਼ ਲਿਖਿਆ ਨਾ ਜਾਏ। ਬਹੁਤੇ ਦਾ ਅਰਥ ਹੈ ਕਿ ਕਿਤਨੀ ਕੁ ਵੱਡੀ ਹੈ, ਕਿਤਨੀ ਕੁ ਉਹਦੀ ਸੀਮਾ ਹੈ। ਕਹਿੰਦੇ ਨੇ ਸੀਮਾ ਕੋਈ ਨਹੀਂ, ਬਹੁਤੀ ਹੈ, ਬਹੁਤ ਵੱਡੀ ਹੈ, ਲਿਖਿਆ ਨਾ ਜਾਏ, ਲਿਖਣ ਵਿੱਚ ਨਹੀਂ ਆ ਸਕਦੀ। ਵੱਡਾ ਦਾਤਾ, ਬਹੁਤ ਵੱਡਾ ਦਾਤਾ ਹੈ। ਇੱਥੇ ਵੱਡਾ ਸ਼ਬਦ ਸੰਬੋਧਨ ਕਰ ਰਿਹਾ ਹੈ ਕਿ ਬਾਕੀ ਸਾਰੇ ਛੋਟੇ ਦਾਤੇ ਨੇ, ਸਭ ਤੋਂ ਵੱਡਾ ਉਹੀ ਹੈ। ਤਿਲ ਨਾ ਤਮਾਏ, ਉਹ ਤਿਲ ਜਿੰਨੀ ਵੀ ਇੱਛਾ ਨਹੀਂ ਰੱਖਦਾ ਕਿ ਮੈਂ ਇਸ ਬੰਦੇ ਨੂੰ ਹਾਰਟ ਦਿੱਤਾ ਹੈ, ਦਿਲ ਦਿੱਤਾ ਹੈ, ਇਹਨੂੰ ਮੈਂ ਕਿਡਨੀਜ਼ ਦਿੱਤੀਆਂ ਨੇ, ਇਹਨੂੰ ਲੰਗਸ ਦਿੱਤੇ ਨੇ, ਇਹਨੂੰ ਅੱਖਾਂ ਦਿੱਤੀਆਂ ਨੇ, ਇਹਨੂੰ ਸਾਰਾ ਕੁਝ ਦਿੱਤਾ ਹੈ ਤੇ ਹੁਣ ਮੈਨੂੰ ਇਹ ਕੁਝ ਨਾ ਕੁਝ ਦੇਵੇ। ਮਹਾਰਾਜ ਜੀ ਇੱਛਾ ਨਹੀਂ ਰੱਖਦੇ। ਮੈਂ ਇਹਨੂੰ ਹਵਾ ਦਿੱਤੀ ਹੈ, ਹੌਸਪੀਟਲ 'ਚ ਜਾਵੇ, ਇੱਕ ਘੰਟੇ ਦੇ ਪੈਸੇ ਪੈਂਦੇ ਨੇ ਆਕਸੀਜਨ ਸਿਲੰਡਰ ਦੇ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨੂੰ ਸਭ ਕੁਝ ਫ੍ਰੀ ਦਿੱਤਾ ਹੈ, ਹਵਾ ਫ੍ਰੀ ਦਿੱਤੀ, ਹਰ ਚੀਜ਼, ਪਾਣੀ ਫ੍ਰੀ ਦਿੱਤਾ, ਆਕਾਸ਼ ਫ੍ਰੀ ਦਿੱਤਾ, ਧਰਤੀ ਫ੍ਰੀ ਦਿੱਤੀ, ਜਿੱਥੇ ਮਰਜ਼ੀ ਚੱਲ, ਜਿਵੇਂ ਮਰਜ਼ੀ ਤੁਰ, ਤੈਨੂੰ ਕੋਈ ਨਹੀਂ ਰੋਕੇਗਾ। ਸਭ ਕੁਝ ਫ੍ਰੀ ਦਿੱਤਾ। ਦੰਦ ਵੀ ਫ੍ਰੀ ਦਿੱਤੇ ਨਾ। ਅਸੀਂ ਹੁਣ ਜਨਮ ਤੋਂ ਬਾਅਦ ਛੋਟੀ ਉਮਰ ਵਿੱਚ ਕਿਸੇ ਦੁਕਾਨ ਤੇ ਜਾ ਕੇ ਇਹ ਥੋੜਾ ਕਹਿੰਦੇ ਆ 2 ਕੁ ਦਾੜਾਂ ਦੇ ਦਿਓ, ਕੋਈ ਨਹੀਂ, ਇਹ ਮਹਿੰਗੀਆਂ ਬਹੁਤ ਨੇ, ਇਸੇ ਨਾਲ ਕੰਮ ਚਲਾ ਲਵਾਂਗੇ। 2 ਕੁ ਸੂਏ ਦੰਦ ਦੇ ਦਿਓ ਤੇ 4 ਕੁ ਅਗਲੇ ਦੰਦ ਦੇ ਦਿਓ, ਇਸੇ ਨਾਲ ਹੀ ਕੰਮ ਚਲਾ ਲਵਾਂਗੇ, ਕਿਉਂਕਿ ਮਹਿੰਗੇ ਬਹੁਤ ਨੇ। ਵੇਖੋ ਪਰਮੇਸ਼ਵਰ ਜੀ ਨੇ ਸਭ ਫ੍ਰੀ ਦਿੱਤਾ ਹੈ ਤੇ ਸਾਨੂੰ ਕਦਰ ਫੇਰ ਵੀ ਕੋਈ ਨਹੀਂ। ਮਹਾਰਾਜ ਜੀ ਨੇ ਇਸੇ ਕਰਕੇ ਬਚਨ ਕੀਤਾ ਕਿ ਪਰਮੇਸ਼ਵਰ ਨੇ ਜੋ ਜੋ ਤੈਨੂੰ ਦਿੱਤਾ ਹੈ ਉਹਦਾ ਧੰਨਵਾਦ ਕਰ, ਉਹਦਾ ਸ਼ੁਕਰਾਨਾ ਕਰ। ਜੇ ਸ਼ੁਕਰਾਨਾ ਨਹੀਂ ਕਰੇਗਾ ਤੇ ਫਿਰ ਤੈਨੂੰ ਕਿਸ ਨਾਮ ਦੇ ਨਾਲ ਪੁਕਾਰਿਆ ਜਾਏਗਾ? ਆਓ ਆਪਾਂ ਮਹਾਰਾਜ ਜੀ ਦੀ ਇਸ ਪੌੜੀ ਦੇ ਵਿੱਚੋਂ ਦਰਸ਼ਨ ਕਰੀਏ। ਕੀਤੇ ਮੰਗਹਿ ਜੋਧ ਅਪਾਰ, ਕੀਤਿਆ ਗਣਤ ਨਹੀਂ ਵਿਚਾਰ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਵਰ ਦੇ ਘਰ ਦੇ ਅੱਗੇ ਖੜ ਕੇ, ਭਾਵ ਕਿ ਪਰਮੇਸ਼ਵਰ ਅੱਗੇ ਆਪਣੇ ਮਨ ਦੀ ਬਿਰਤੀ ਨੂੰ ਪ੍ਰਗਟ ਕਰਕੇ ਕਹਿੰਦੇ ਨੇ ਕਿ ਹੇ ਪਰਮੇਸ਼ਵਰ ਜੀਓ, ਸਾਨੂੰ ਤੁਸੀਂ ਬਲ ਬਖਸ਼ੋ, ਸਾਨੂੰ ਤੁਸੀਂ ਇਹ ਸ਼ਕਤੀ ਬਖਸ਼ੋ, ਸਾਨੂੰ ਤੁਸੀਂ ਇਹ ਦਾਤਾਂ ਬਖਸ਼ਿਸ਼ ਕਰੋ। ਮਹਾਰਾਜ ਜੀ ਕਹਿੰਦੇ ਨੇ ਕੀਤੇ, ਕੀਤੇ ਦਾ ਅਰਥ ਹੈ ਕਈ, ਕਈ ਦਾ ਅਰਥ ਹੈ ਅਨੇਕਾਂ, ਅਨੇਕਾਂ ਦਾ ਅਰਥ ਹੈ ਜਿਹਦੀ ਗਿਣਤੀ ਕੋਈ ਨਹੀਂ, ਜਿਹਦੀ ਗਿਣਤੀ ਕੋਈ ਨਹੀਂ, ਉਹ ਤਾਂ ਸਿਰਫ ਪਰਮੇਸ਼ਵਰ ਹੀ ਜਾਣਦਾ ਹੈ ਕਿੰਨੇ ਕੁ ਨੇ। ਕੀਤੇ ਮੰਗਹਿ ਜੋਧ ਅਪਾਰ, ਕਹਿੰਦੇ ਨੇ ਪਤਾ ਨਹੀਂ ਕਿਤਨੇ ਕੁ ਬੇਅੰਤ ਸੂਰਮੇ ਹਨ ਜੋ ਪਰਮੇਸ਼ਵਰ ਦੇ ਦਰ ਦੇ ਅੱਗੇ ਹੱਥ ਜੋੜ ਕੇ ਖੜੇ ਨੇ ਤੇ ਮੰਗੀ ਜਾਂਦੇ ਨੇ। ਕਹਿੰਦੇ ਨੇ ਕੁਝ ਕੁ ਐਸੇ ਨੇ ਜੋ ਬੇਅੰਤ ਨੇ, ਜੋ ਮਹਾਰਾਜ ਜੀ ਕਹਿ ਰਹੇ ਨੇ ਮੈਨੂੰ ਦਿਸ ਰਹੇ ਨੇ, ਮੰਗ ਰਹੇ ਨੇ। ਕੇਤਿਆ ਗਣਤ ਨਹੀਂ ਵਿਚਾਰ, ਤੇ ਕੁਝ ਐਸੇ ਮੰਗਣ ਵਾਲੇ ਅਨੇਕਾਂ ਹੀ ਨੇ, ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਦੀ ਗਿਣਤੀ ਦੀ ਵਿਚਾਰ ਹੀ ਨਹੀਂ ਹੋ ਸਕਦੀ। ਕੀ ਵਿਚਾਰ ਕਰੋਗੇ? ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਕੀਤੇ ਖਪ ਟੁਟਹਿ ਵੇਕਾਰ, ਕੀਤੇ ਲੈ ਨਾ ਮੁਕਰ ਪਾਹੇ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕੀਤੇ ਖਪ ਟੁਟਹਿ ਵੇਕਾਰ। ਇਸ ਨੂੰ ਵਿਕਾਰ ਨਹੀਂ ਕਹਿਣਾ, ਇਸ ਨੂੰ ਕਹਿਣਾ ਵੇਕਾਰ, ਵਵੇ ਨੂੰ ਲਾਂ ਹੈ, ਵੇਕਾਰ। ਅਨੇਕਾਂ ਹੀ ਐਸੇ ਜੀਵ ਹਨ। ਇੱਥੇ ਸਾਡੀ ਗੱਲ ਕੀਤੀ ਹੈ ਜੀ, ਅਸੀਂ ਆਪਣੇ ਆਪ ਨੂੰ ਮੂਹਰੇ ਰੱਖੀਏ, ਸਾਹਮਣੇ ਰੱਖੀਏ। ਮਹਾਰਾਜ ਜੀ ਬਖਸ਼ਿਸ਼ ਕਰਦੇ ਕੀਤੇ ਖਪ, ਇੱਥੇ ਵਿਸ਼ਰਾਮ ਹੈ। ਟੁੱਟਹਿ ਵੇਕਾਰ, ਅਨੇਕਾਂ ਐਸੇ ਜੀਵ ਹਨ ਜੋ ਪਰਮੇਸ਼ਵਰ ਦੇ ਕੋਲੋਂ ਸਾਰੀਆਂ ਬਖਸ਼ਿਸ਼ਾਂ, ਸਾਰੀਆਂ ਦਾਤਾਂ,
ਸਾਰੇ ਪਦਾਰਥ ਲੈ ਕੇ ਵਿਕਾਰਾਂ ਵਿੱਚ ਹੀ ਖਪੀ ਜਾਂਦੇ ਨੇ, ਵਿਕਾਰਾਂ ਵਿੱਚ ਹੀ ਖਚਤ ਨੇ, ਵਿਸ਼ੇ ਵਿਕਾਰ ਹੀ ਭੋਗੀ ਜਾਂਦੇ ਨੇ। ਉਹ ਪਰਮੇਸ਼ਵਰ ਨੂੰ ਭੁੱਲ ਕੇ ਆਪਣਾ ਜੀਵਨ ਬਸਰ ਕਰਦੇ ਪਏ ਨੇ। ਅੱਗੇ ਬਚਨ ਕੀਤਾ, ਕੇਤੇ ਲੈ ਲੈ ਮੁਕਰ ਪਾਹੇ। ਤੇ ਅਨੇਕਾਂ ਐਸੇ ਜੀਵ ਹਨ, ਅਨੇਕਾਂ ਐਸੇ ਪ੍ਰਾਣੀ ਹਨ ਜੋ ਪਰਮੇਸ਼ਵਰ ਦੇ ਦਰ ਤੋਂ ਲੈ ਕੇ ਤੇ ਫਿਰ ਬਾਅਦ ਵਿੱਚ ਮੁੱਕਰ ਹੀ ਜਾਂਦੇ ਨੇ। ਇੱਥੇ ਮੁਕਰਨ ਦਾ ਅਰਥ ਪਤਾ ਕੀ ਹੈ ਜੀ? ਮੁਕਰਨ ਦਾ ਅਰਥ ਹੈ ਕਿ ਪਰਮੇਸ਼ਵਰ ਕੋਲੋਂ ਦਾਤਾਂ ਲਈਆਂ ਤੇ ਬਾਅਦ ਵਿੱਚ ਧੰਨਵਾਦ ਨਹੀਂ ਕੀਤਾ, ਬਾਅਦ ਵਿੱਚ ਸ਼ੁਕਰਾਨਾ ਨਹੀਂ ਕੀਤਾ। ਆਪ ਜੀ ਕਹੋਗੇ ਅਸੀਂ ਕਹਿੰਦੇ ਤੇ ਹਾਂ ਥੈਂਕਸ, ਅਸੀਂ ਧੰਨਵਾਦ ਤੇ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਨੇ ਭਾਈ ਧੰਨਵਾਦ ਇਸ ਤਰ੍ਹਾਂ ਦਾ ਤੇਰੇ ਗੁਰੂ ਨੇ ਤੈਨੂੰ ਸਿਖਾਇਆ। ਤੂੰ ਜਿਸ ਵੇਲੇ ਧੰਨਵਾਦ ਕਰਨਾ ਹੈ, ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ, ਸ਼੍ਰੀ ਚੌਪਈ ਸਾਹਿਬ ਜੀ ਦਾ ਪਾਠ ਕਰ। ਤੇਰੇ ਕੋਲ ਸਮਾਂ ਬਹੁਤਾ ਨਹੀਂ, ਚਲੋ ਕੋਈ ਗੱਲ ਨਹੀਂ, ਤੂੰ ਸ਼੍ਰੀ ਮੂਲ ਮੰਤਰ ਸਾਹਿਬ ਜੀ ਦਾ ਪਾਠ ਕਰ ਲੈ। ਹੋ ਸਕਦਾ ਤੂੰ ਜੋਬ ਤੇ ਹੋਵੇਂ, ਤੂੰ ਵਾਹਿਗੁਰੂ ਵਾਹਿਗੁਰੂ ਕਰ ਲੈ, ਵਾਹਿਗੁਰੂ ਵਾਹਿਗੁਰੂ ਕਰ ਲੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਰ ਲੈ। ਤੂੰ ਕਿਸੇ ਢੰਗ ਦੇ ਨਾਲ ਗੁਰੂ ਦਾ ਨਾਮ ਲੈ ਕੇ, ਗੁਰੂ ਦੀ ਯਾਦ ਦੇ ਵਿੱਚ ਜੋੜ ਕੇ ਤੂੰ ਸ਼ੁਕਰਾਨਾ ਕਰ। ਕੱਲਾ ਇਹ ਅੱਖਰ ਨਾ ਬੋਲਣੀ ਕਿ THANX ਥੈਂਕਸ, ਜਾਂ ਫਿਰ ਧੰਨਵਾਦ ਨਾ ਕਹਿ, ਕਿਉਂਕਿ ਜਿਹੜਾ ਧੰਨਵਾਦ ਤੂੰ ਕਰਦਾ ਹੈ ਇਹ ਤਾਂ ਸਾਰੀ ਸ੍ਰਿਸ਼ਟੀ ਕਰਦੀ ਹੈ ਜੀ। ਸਾਰੀ ਸ੍ਰਿਸ਼ਟੀ ਗੱਲ ਗੱਲ ਤੇ ਸੌਰੀ ਕਹਿ ਦਿੰਦੇ ਆ, ਸੌਰੀ, ਗੱਲ ਗੱਲ ਤੇ ਥੈਂਕਸ ਕਹਿ ਦਿੰਦੇ ਆ। ਤੇ ਜਿਸ ਵੇਲੇ ਤੂੰ ਗੁਰੂ ਦੇ ਹਿਸਾਬ ਨਾਲ ਥੈਂਕਸ ਕਹਿਣਾ ਸ਼ੁਰੂ ਕੀਤਾ ਨਾ, ਫਿਰ ਰੰਗ ਕੁਝ ਹੋਰ ਬਚੇਗਾ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਜਿਹੜੇ ਦਰਸ਼ਨ ਹੁੰਦੇ ਨੇ ਉਹ ਤਾਂ ਉਹੀ ਹੁੰਦੇ ਨੇ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਅਨੇਕਾਂ ਲੋਕ ਐਸੇ ਨੇ ਜਿਹੜੇ ਦਾਤਾਂ ਲੈ ਲੈ ਕੇ ਮੁੱਕਰ ਹੀ ਜਾਂਦੇ ਨੇ। ਤੇ ਮਹਾਰਾਜ ਜੀ ਫਿਰ ਦੱਸੋ ਫਿਰ ਧੰਨਵਾਦ ਕਿਵੇਂ ਕਰਨਾ? ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲੇ ਉੱਠ ਕੇ ਤੂੰ ਹੁਣ ਉਸ ਦਾਤੇ ਦਾ ਸ਼ੁਕਰਾਨਾ ਕਰ। ਸ਼ੁਕਰ ਆ ਦਾਤਿਆ, ਭੋਗ ਹੀ ਨਹੀਂ ਪੈ ਗਿਆ ਆਪਣਾ, ਸਵਾਸ ਤੂੰ ਅਜੇ ਥੋੜੇ ਬਹੁਤੇ ਦਿੱਤੇ ਨੇ ਤੇ ਸ਼ੁਕਰ ਆ ਤੇਰਾ। ਜੋ ਰਾਤ ਲੰਘੀ ਤੂੰ ਕਿਰਪਾ ਕੀਤੀ, ਸਾਡੀ ਝੋਲੀ ਦੇਣ ਪਾਇਆ, ਸ਼ੁਕਰ ਆ। ਅੱਖਾਂ ਖੁੱਲ੍ਹਦੀਆਂ ਪਈਆਂ ਨੇ, ਸ਼ੁਕਰ ਆ। ਰਸਨਾ ਵਾਹਿਗੁਰੂ ਵਾਹਿਗੁਰੂ ਕਰਦੀ ਪਈ, ਸ਼ੁਕਰ ਆ। ਹੱਥ ਪੈਰ ਹਿੱਲ ਰਹੇ ਨੇ, ਕਿਤੇ ਪੈਰਾਲਾਈਜ਼ ਦਾ ਅਟੈਕ ਹੀ ਨਹੀਂ ਹੋ ਗਿਆ, ਸ਼ੁਕਰ ਆ, ਸ਼ੁਕਰ ਆ। ਫਿਰ ਜਦੋਂ ਪ੍ਰਸ਼ਾਦਾ ਛਕਣਾ, ਆਪ ਜੀ ਨੂੰ ਗੁਰਮਤਿ ਦੀ ਮਰਿਆਦਾ ਦੇ ਦਾ ਸਰੂਪ ਰੂ ਕਰਾਵੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਮਰਿਆਦਾ ਦਾ ਬੰਧਾਨ ਬੰਨਿਆ ਸੀ ਕਿ ਜੋ ਮਨੁੱਖ ਹੈ ਸੰਸਾਰੀ ਹੈ। ਤੇ ਜਿਸ ਵੇਲੇ ਜਗਿਆਸਾ ਪੈਦਾ ਹੋਵੇ, ਮਹਾਰਾਜ ਜੀ ਨੇ ਬਚਨ ਕੀਤਾ, ਜਦੋਂ ਬੀਬੀ ਪ੍ਰਸ਼ਾਦਾ ਤਿਆਰ ਕਰੇ ਉਸ ਵੇਲੇ ਸ਼੍ਰੀ ਜਪ ਸਾਹਿਬ ਜੀ ਦਾ ਪਾਠ ਨਿਰੰਤਰ ਕਰੇ, ਬਾਤ ਨਾ ਕਰੇ, ਗੱਲ ਨਾ ਕਰੇ। ਤੇ ਚੌਂਕੇ ਦੇ ਵਿੱਚ, ਚੁੱਲ੍ਹੇ ਦੇ ਵਿੱਚ, ਉਸ ਏਰੀਏ ਦੇ ਵਿੱਚ ਜੋੜਾ ਨਾ ਲੈ ਕੇ ਜਾਵੇ, ਕਿਉਂਕਿ ਪੈਰਾਂ ਦੇ ਵਿੱਚੋਂ ਬਹੁਤ ਤੇਜ਼ੀ ਦੇ ਨਾਲ ਰੂਹਾਨੀ ਤਰੰਗਾਂ ਦਾ ਆਗਾਜ਼ ਹੁੰਦਾ ਹੈ। ਫਿਰ ਮਹਾਰਾਜ ਜੀ ਨੇ ਬਚਨ ਕੀਤਾ, ਜਦੋਂ ਸਿੱਖ ਪ੍ਰਸ਼ਾਦਾ ਛਕੇ, ਆਪ ਜੀ ਨੂੰ ਇਹ ਵੀ ਪਤਾ ਹੋਏਗਾ ਅੱਜ ਅਸੀਂ ਥੋੜ੍ਹੇ ਜਿਹੇ ਲੇਟੈਸਟ ਹੋ ਗਏ ਹਾਂ, ਥੋੜ੍ਹੇ ਜਿਹੇ ਫੈਸ਼ਨੇਬਲ ਹੋ ਗਏ ਹਾਂ, ਹੈ ਨਾ ਜੀ। ਅਸੀਂ ਤਾਂ ਜਾਂਦੇ ਜਾਂਦੇ ਸਾਰਾ ਕੁਝ ਛਕਾਈ ਜਾਂਦੇ ਹਾਂ। ਚਲੋ ਜੇ ਸਮਾਂ ਨਹੀਂ ਹੈ ਗੱਲ ਵੱਖਰੀ, ਪਰ ਮਹਾਰਾਜ ਜੀ ਦਾ ਹੁਕਮ ਸੀ ਸਾਰੇ ਹੀ ਪ੍ਰਸ਼ਾਦੇ ਤਿਆਰ ਕਰਕੇ ਰੱਖ ਲਏ ਜਾਣ ਸਾਰੇ ਪਰਿਵਾਰ ਦੇ ਵਿੱਚ। ਫਿਰ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਜਾਵੇ। ਜੇ ਜਪਜੀ ਸਾਹਿਬ ਦੇ ਪਾਠ ਕਰਨ ਦਾ ਵੇਲਾ ਨਹੀਂ ਤਾਂ ਫਿਰ ਤੁਸੀਂ 5 ਵਾਰ ਮੂਲ ਮੰਤਰ ਸਾਹਿਬ ਦਾ ਪਾਠ ਕਰੋ ਤੇ ਪਰਮੇਸ਼ਵਰ ਜੀ ਨੂੰ ਕਹੋ, ਹੇ ਮਾਲਕ ਜੀ, ਆਪ ਜੀ ਦੀ ਦਇਆ ਦੇ ਨਾਲ ਆਪ ਜੀ ਨੇ ਕਿਰਪਾ ਕੀਤੀ ਹੈ ਤੇ ਸਾਨੂੰ ਪ੍ਰਸ਼ਾਦਾ ਮਿਲਿਆ। ਦਾਤਿਆ ਇਹ ਸਾਰੀ ਬਖਸ਼ਿਸ਼ ਤੇਰੀ ਹੈ, ਤਵੈ ਪ੍ਰਸਾਦ, ਤੇਰੀ ਹੀ ਕਿਰਪਾ ਹੈ। ਤੇ ਫਿਰ ਬਾਅਦ ਚੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਵੀ 5 ਵਾਰ ਸ਼੍ਰੀ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਕੇ ਤੇ ਫਿਰ ਬਾਅਦ ਵਿੱਚ ਹੱਥ ਸੁੱਚੇ ਕਰਨੇ ਤੇ ਕਹਿਣਾ, ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ, ਜੋ ਛਕਿਆ ਉਹ ਗਲੇ ਤੋਂ ਥੱਲੇ ਲੰਘ ਗਿਆ, ਇਹ ਵੀ ਤੇਰੀ ਬਖਸ਼ਿਸ਼ ਹੈ। ਜੇ ਸਵਾਸਾਂ ਦਾ ਭੋਗ ਪੈ ਜਾਂਦਾ ਫਿਰ ਗਲੇ ਦੇ ਵਿੱਚ ਬੁਰਕੀ ਕਿਤੇ ਰਹਿੰਦੀ, ਨਾ ਅੱਗੇ ਲੰਘਣੀ ਸੀ ਤੇ ਨਾ ਬਾਹਰ ਆਉਣੀ ਸੀ, ਅੰਦਰ ਹੀ ਰਹਿ ਜਾਣੀ ਸੀ, ਅੰਦਰ ਹੀ ਅੜ ਜਾਣੀ ਸੀ।
ਮਹਾਰਾਜ ਜੀ ਨੇ ਇੱਕ ਇੱਕ ਕਰਮ ਦੇ ਵਿੱਚ ਗੁਰੂ ਦੀ ਯਾਦ ਨੂੰ ਮੁੱਖ ਰੱਖਿਆ, ਗੁਰੂ ਨੂੰ ਪਹਿਲ ਕਦਮੀ 'ਚ ਰੱਖਿਆ। ਮਹਾਰਾਜ ਜੀ ਦੇ ਸਾਹਮਣੇ ਮੱਖਣ ਛਾਲ ਬਾਣਾ ਹੁੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਨੇ, ਭਾਈ ਫਿਰ ਦੂਜੀ ਵਾਰ ਆ ਗਿਆ, ਦੱਸ ਹੁਣ ਕਿਉਂ ਆਇਆ ਹੈ? ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਮੈਂ ਕਿਸ ਢੰਗ ਦੇ ਨਾਲ ਤੁਹਾਡੀ ਯਾਦ ਦੇ ਵਿੱਚ ਰਹਿ ਸਕਦਾ ਹਾਂ। ਹਰ ਮੇਰਾ ਕਰਮ, ਹਰ ਮੇਰਾ ਧੰਦਾ ਆਪ ਜੀ ਨੂੰ ਪਤਾ ਹੈ ਕਿ ਬੜਾ ਵਿਸ਼ਾਲ ਹੈ, ਮੇਰਾ ਕਾਰੋਬਾਰ ਬਹੁਤ ਵੱਡਾ ਹੈ ਤੇ ਕਈ ਵਾਰ ਇੰਜ ਮਹਿਸੂਸ ਹੁੰਦਾ ਹੈ ਕਿ ਮੈਂ ਕਾਰੋਬਾਰ ਦੇ ਵਿੱਚ ਰਹਿ ਕੇ ਕਾਰੋਬਾਰ ਦਾ ਹੀ ਰੂਪ ਹੋ ਗਿਆ ਹਾਂ, ਪੱਥਰਾਂ ਵਿੱਚ ਰਹਿ ਕੇ ਤੇ ਮੈਂ ਪੱਥਰ ਹੀ ਬਣ ਗਿਆ ਹਾਂ, ਮੇਰੇ ਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਜਿਸ ਵੇਲੇ ਤੂੰ ਜਹਾਜ਼ ਵਿੱਚ ਬੈਠੇ, ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰੀ, ਅਰਦਾਸਾ ਸੋਧੀ, ਫਿਰ ਜਹਾਜ਼ ਵਿੱਚ ਬੈਠ ਕੇ ਫਿਰ ਜਹਾਜ਼ ਤੋਰਿਆ ਕਰ। ਤੇ ਜਿਸ ਵੇਲੇ ਤੈਨੂੰ ਮਹਿਸੂਸ ਹੋਵੇ ਕਿ ਰਸਤੇ ਦੇ ਵਿੱਚ ਹੁਣ ਸਥਿਤੀ ਅਨੁਕੂਲ ਨਹੀਂ, ਕੰਡੀਸ਼ਨ ਉਹ ਜੀ ਨਹੀਂ ਕਿ ਜਿਹੜੀ ਕੰਡੀਸ਼ਨ ਵਿੱਚ ਤੂੰ ਅੰਦਰ ਸਟੇਬਲ ਰਹਿ ਸਕੇ, ਉਦੋਂ ਵੀ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰੀ ਤੇ ਜਿਸ ਵੇਲੇ ਪਹੁੰਚ ਜਾਵੇਂ ਉਦੋਂ ਵੀ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੀ। ਚਲੋ ਅਸੀਂ ਅੱਜ ਕੱਲ੍ਹ ਦੇ ਸਮੇਂ ਦੇ ਅਨੁਸਾਰ ਅਸੀਂ ਕਹਿ ਲਈਏ, ਅਸੀਂ ਬਾਈਕ ਤੇ ਅਸੀਂ ਜਾਣ ਲੱਗੇ ਹਾਂ, ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰੀਏ, ਦਾਤਿਆ ਅਸੀਂ ਘਰੋਂ ਤੁਰਨ ਲੱਗੇ ਹਾਂ, ਮਹਾਰਾਜ ਜੀ ਆਪ ਜੀ ਦਇਆ ਵਰਤਾਇਓ, ਆਪ ਜੀ ਨਾਲ ਹੀ ਰਿਓ। ਤੇ ਗੁਰੂ ਦਾ ਨਾਲ ਰਹਿਣਾ ਕੀ ਹੁੰਦਾ ਹੈ? ਗੁਰ ਕਾ ਬਚਨ ਬਸੈ ਜੀਅ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਆਪਣੇ ਸ਼ਬਦ ਦੇ ਸਵਰੂਪ ਦੇ ਵਿੱਚ ਮੇਰੀ ਹਿਰਦੇ ਦੀ ਬਿਰਤੀ ਵਿੱਚ ਰਹਿਓ, ਬੁੱਧੀ ਦੀ ਬਿਰਤੀ ਵਿੱਚ ਰਹਿਓ ਤੇ ਰਸਨਾ ਦੇ ਉੱਤੇ ਰਹਿਓ। ਮਹਾਰਾਜ ਜੀ ਨਾਲ ਹੀ ਰਹਿਓ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਮਹਾਰਾਜ ਜੀ ਕਿਰਪਾ ਕਰਿਓ ਤੁਹਾਡੀ ਯਾਦ ਨਾ ਵਿਸਰੇ ਤੇ ਜਿਸ ਵੇਲੇ ਪਹੁੰਚ ਜਾਈਏ ਉਦੋਂ ਵੀ ਇਸੇ ਤਰ੍ਹਾਂ ਹੀ। ਤੇ ਅਸੀਂ ਆਪ ਸੋਚੀਏ, ਜੇ ਅਸੀਂ ਇਹੋ ਜਿਹਾ ਜੀਵਨ ਅਖਤਿਆਰ ਕਰ ਲਿਆ, ਕਿਤਨਾ ਸੋਹਣਾ ਜੀਵਨ ਹੋ ਜਾਏਗਾ। ਜੀਵਨ ਦੇ ਵਿੱਚ ਵਿਸ਼ੇ ਵਿਕਾਰ ਦਾ ਇੱਕ ਵੀ ਧੱਬਾ, ਇੱਕ ਵੀ ਦਾਗ ਨਹੀਂ ਰਹਿ ਜਾਏਗਾ। ਵਿਸ਼ੇ ਵਿਕਾਰਾਂ ਦੀ ਇੰਨੀ ਹਸਤੀ ਨਹੀਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦੇ ਅੱਗੇ ਟਿਕ ਸਕੇ। ਇਹ ਤਾਂ ਸੱਚਖੰਡ ਦਾ ਪ੍ਰਕਾਸ਼ ਸ਼੍ਰੀ ਜਪਜੀ ਸਾਹਿਬ ਜੀ ਦੇ ਰੂਪ ਦੇ ਵਿੱਚ ਧਰਤੀ ਤੇ ਆ ਗਿਆ। ਮਹਾਰਾਜ ਜੀ ਦਾ ਬਚਨ ਦਾਸ ਆਪ ਜੀ ਦੇ ਸਨਮੁਖ ਰੱਖੇ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਰੀ ਸੰਗਤ ਵਿੱਚ ਆਖਿਆ, ਜੇ ਕਿਸੇ ਨੂੰ ਕੁਝ ਚਾਹੀਦਾ ਹੈ, ਅੰਮ੍ਰਿਤ ਵੇਲੇ ਉੱਠੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੇ, ਫਿਰ ਪਰਤ ਕੇ ਪੂਰੀ ਮਰਿਆਦਾ ਦੇ ਨਾਲ ਸ਼੍ਰੀ ਜਪ ਸਾਹਿਬ ਜੀ ਦਾ ਪਾਠ ਕਰੇ, ਅਰਦਾਸਾ ਸੋਧੇ। ਹੋ ਹੀ ਨਹੀਂ ਸਕਦਾ ਕਿ ਜੋ ਮੰਗਿਆ ਤੇ ਉਹ ਮਿਲੇ ਨਾ। ਇੰਨੀ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਗੁਰੂ ਦਾ ਬਚਨ ਜੁਗੋ ਜੁਗ ਅਟਲ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਚਨ ਕੀਤਾ, ਸਾ ਬਾਤ ਹੋਵੈ ਦਰਹਾਲੀ, ਸਤਿਗੁਰ ਆਖੈ। ਗੁਰੂ ਨੇ ਆਖਿਆ ਸੱਚਾ ਕਰੇ, ਪਰਮੇਸ਼ਵਰ ਨੂੰ ਮੰਨਣਾ ਪੈਂਦਾ ਹੈ। ਸੱਚਖੰਡ ਵਿੱਚ ਉਹ ਹੁਕਮ ਲਿਖਣਾ ਪੈਂਦਾ ਹੈ। ਸਤਿਗੁਰ ਆਖੈ ਸੱਚਾ ਕਰੇ, ਸਾ ਬਾਤ ਹੋਵੈ ਦਰਹਾਲੀ। ਉਹ ਦਰਗਾਹ ਦੇ ਵਿੱਚ ਬਾਤ ਲਿਖੀ ਜਾਂਦੀ ਹੈ, ਭਾਵੇਂ ਸਿੱਖ ਦੇ ਕਰਮਾਂ ਵਿੱਚ ਨਹੀਂ ਸੀ, ਭਾਵੇਂ ਵਿਸ਼ੇ ਵਿਕਾਰ ਵਿੱਚ ਇਹਨੇ ਲੱਖਾਂ ਜੀਵਨ ਹੋਰ ਭੋਗਣੇ ਸੀ, ਪਰ ਜਿਸ ਵੇਲੇ ਗੁਰੂ ਦਾ ਬਚਨ ਮੰਨ ਲਿਆ, ਫਿਰ ਪਰਮੇਸ਼ਵਰ ਜੀ ਨੂੰ ਉਹ ਲੇਖ ਬਦਲਣੇ ਪੈਂਦੇ ਨੇ, ਕਿਉਂਕਿ ਗੁਰੂ ਨੇ ਸਾਰੀ ਸ਼ਕਤੀ ਸਿੱਖਾਂ ਦੇ ਸਨਮੁਖ ਪ੍ਰਗਟ ਕਰ ਦਿੱਤੀ ਸ਼੍ਰੀ ਜਪਜੀ ਸਾਹਿਬ ਜੀ ਦੇ ਰੂਪ ਵਿੱਚ। ਇਹ ਗੱਲ ਵੱਖਰੀ ਕਿ ਅਸੀਂ ਗੁਰੂ ਕੀ ਬਾਣੀ ਤੋਂ ਦੂਰ ਜਾ ਕੇ ਦੁੱਖਾਂ ਦੇ ਵਿੱਚ ਫਸੇ ਪਏ ਹਾਂ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਅਸੀਂ ਉਸ ਦਾਤੇ ਦੀਆਂ ਦਾਤਾਂ ਲੈ ਕੇ ਮੁੱਕਰ ਗਏ ਹਾਂ ਜੀ। ਤੇ ਜੇ ਕਿਤੇ ਦਾਤਾਂ ਲੈ ਕੇ ਤੇ ਮੁੱਕਰੇ ਨਾ ਹੁੰਦੇ ਤੇ ਫਿਰ ਅਸੀਂ ਆਪਣਾ ਬੱਚਾ ਦੇਖਣਾ ਸੀ ਤੇ 10 ਵਾਰੀ ਵਾਹਿਗੁਰੂ 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 ਕਹਿ ਕੇ ਤੇ ਆਪਣੇ ਬੱਚੇ ਨੂੰ ਗਲਵੱਕੜੀ ਪਾਉਣੀ ਸੀ ਤੇ ਫਿਰ ਕਹਿਣਾ ਸੀ ਕਿ ਪੁੱਤਰ ਤੂੰ ਵੀ ਕਹਿ ਵਾਹਿਗੁਰੂ, ਪੁੱਤਰ ਜੀ ਤੁਸੀਂ ਵੀ ਕਹੋ ਵਾਹਿਗੁਰੂ। ਅਸੀਂ ਆਪਣੀਆਂ ਧੀਆਂ ਨੂੰ ਕਹਿਣਾ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਸੀਂ ਇਹ ਸ਼ਬਦ ਕਹਿਣੇ ਸੀ ਕਿ ਬੇਟਾ ਚਲੋ ਮੂਲ ਮੰਤਰ ਸਾਹਿਬ ਜੀ ਦਾ ਪਾਠ ਸੁਣਾਓ। ਤੇ ਜੇਕਰ ਕੋਈ ਬੱਚੀ ਛੋਟੀ ਉਮਰ ਦੇ ਵਿੱਚ ਗੁਰੂ ਕੀ ਬਾਣੀ ਦਾ ਜਾਪ ਕਰੇਗੀ, ਉਹਦੇ ਗ੍ਰਹਿ ਵਿਖੇ ਕਿੱਡੀ ਵੱਡੀ ਆਤਮਾ ਆਏਗੀ।
ब्रह्म ज्ञानी शक्ति आएगी, इलाही दरगाही ताकत वाला कोई आएगा। ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਤੇ ਮਾਂ ਪਿਓ ਦੇ ਹੱਥ ਵਿੱਚ ਹੀ ਹੈ। ਇਹ ਤਾਂ ਸਾਡੇ ਬੱਚਿਆਂ ਨੂੰ ਆ ਗਿਆ ਹਾਊ ਆਰ ਯੂ, ਬਸ ਇਹ ਸਾਰੀ ਚੀਜ਼ਾਂ ਪਤਾ ਲੱਗ ਗਈਆਂ। ਸਾਨੂੰ ਸਾਰਾ ਕੁਝ ਆਉਂਦਾ ਹੈ ਜਦੋਂ ਗੁਰੂ ਕੀ ਬਾਣੀ ਤੋਂ ਅਸੀਂ ਵਿਛੜ ਜਾਂਦੇ ਹਾਂ, ਤੇ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਘਾਟ ਆ ਜਾਂਦੀ ਹੈ, ਜਿਸ ਨੂੰ ਆਖਿਆ ਜਾਂਦਾ ਹੈ ਗੁਰੂ ਦੀ ਦਰਗਾਹੀ ਇਲਾਹੀ ਬਖਸ਼ਿਸ਼, ਜੋ ਕਿ ਵਾਸ਼ਨਾਵਾਂ ਤੋਂ ਮੁਕਤ ਕਰ ਦਿੰਦੀ ਹੈ। ਇਸ ਕਰਕੇ ਬੱਚਿਆਂ ਨੂੰ ਜਦੋਂ ਵੀ ਮਿਲੋ ਫਤਿਹ ਦੀ ਆਦਤ ਪਾਓ, ਫਤਿਹ ਦੀ ਆਦਤ ਪਾਓ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਫਲਾਣੀ ਮਾਰਨਿੰਗ ਹੋ ਗਈ, ਇਹ ਕਹਿਣਾ ਅਸੀਂ ਬੱਚਿਆਂ ਤੋਂ ਅਸੀਂ ਥੋੜ੍ਹਾ ਜਿਹਾ ਨਾ ਬੱਚਿਆਂ ਨੂੰ ਕਹੋ ਚਲੋ ਬੇਟਾ ਉਹ ਵੀ ਕਰੋ। ਤੇ ਵੈਸੇ ਤੁਹਾਨੂੰ ਪਤਾ ਹੈ ਗੁੱਡ ਮਾਰਨਿੰਗ ਦਾ ਅਰਥ ਕੀ ਹੁੰਦਾ ਹੈ? ਗੁੱਡ ਮਾਰਨਿੰਗ ਦਾ ਅਰਥ ਇਹ ਹੁੰਦਾ ਹੈ ਕਿ ਉਹ ਸਵੇਰ, ਜਿਸ ਸਵੇਰ ਦੇ ਉਦੈ ਹੋਣ ਦੇ ਨਾਲ ਅਸੀਂ ਅੰਦਰੋਂ ਬਾਹਰੋਂ ਬ੍ਰਹਮ ਗਿਆਨੀ ਹੋ ਗਏ, ਉਸ ਨੂੰ ਕਹਿੰਦੇ ਨੇ ਗੁੱਡ ਮਾਰਨਿੰਗ। ਤੇ ਅੰਦਰ ਸਭ ਕੁਝ ਗੁੱਡ ਹੋ ਗਿਆ। ਤੇ ਸਾਡਾ ਦੇ ਅੰਦਰ ਸੜਦਾ ਬਾਲਦਾ ਹੁੰਦਾ ਹੈ, ਤੇ ਕੋਈ ਕਹਿੰਦਾ ਜੀ ਕਿਵੇਂ ਆ ਕੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ। ਇਸ ਕਰਕੇ ਇਹ ਝੂਠੀ ਜ਼ਿੰਦਗੀ ਜਿਉਂਦੇ ਪਏ ਆ। ਕਿਸੇ ਨੇ ਪੁੱਛਿਆ ਕੀ ਹਾਲ, ਅਸੀਂ ਕਹਿ ਦਿੰਦੇ ਆ ਚੜ੍ਹਦੀ ਕਲਾ, ਹਾਂਜੀ ਵਧੀਆ ਜੀ, ਜਦ ਕਿ ਅੰਦਰ ਤੇ ਬੁਰਾ ਹਾਲ ਹੋਇਆ ਪਿਆ। ਚੜ੍ਹਦੀ ਕਲਾ ਕਾਹਦੀ? ਜਿੰਨਾ ਚਿਰ ਵਿਸ਼ੇ ਵਿਕਾਰ ਖਤਮ ਨਹੀਂ ਹੁੰਦੇ ਅਸੀਂ ਇਹ ਸ਼ਬਦ ਕਿਵੇਂ ਬੋਲ ਸਕਦੇ ਹਾਂ? ਸਾਡਾ ਸਾਰਾ ਬੋਲਣਾ ਹੀ ਝੂਠਾ ਹੁੰਦਾ ਹੈ, ਝੂਠਾ ਜਿਹਾ ਹੀ ਅਸੀਂ ਜੀਵਨ ਬਤੀਤ ਕਰਦੇ ਪਏ ਹਾਂ। ਪਰ ਹੁਣ ਤੁਸੀਂ ਇਹ ਸੁਣੋਗੇ ਤੇ ਤੁਸੀਂ ਕਹੋਗੇ ਕਿ ਕਿਉਂ, ਅਸੀਂ ਤੇ ਸੱਚਾ ਜੀਵਨ ਬਤੀਤ ਕਰਦੇ ਹਾਂ। ਫਿਰ ਜਿਸ ਵੇਲੇ ਕੋਈ ਮਿਲੇ ਤੇ ਕੋਈ ਇਹ ਕਹੇ ਕਿ ਹਾਂਜੀ ਕੀ ਹਾਲ ਹੈ, ਤੇ ਉਸ ਵੇਲੇ ਕਹਿਣਾ ਚਾਹੀਦਾ ਬੇੜਾ ਗਰਕ ਹੋਇਆ ਪਿਆ ਹੈ, ਇੱਥੇ ਭਵ ਸਾਗਰ ਦੀਆਂ ਲਹਿਰਾਂ 'ਚ ਡੁੱਬਦੇ ਪਏ ਆ। ਕਦੀ ਕਾਮ ਦੀ ਲਹਿਰ ਆਉਂਦੀ ਆ ਤੇ ਡੁਬੋ ਕੇ ਰੱਖ ਦਿੰਦੀ ਆ, ਥੋੜਾ ਜਿਹਾ ਉੱਪਰ ਆਉਂਦੇ ਆ ਵਾਹਿਗੁਰੂ ਵਾਹਿਗੁਰੂ ਕਰਕੇ, ਤੇ ਨਾਲ ਹੀ ਅਗਲੀ ਲਹਿਰ ਖੜੀ ਹੈ ਕ੍ਰੋਧ ਦੀ। ਅੱਗੇ ਬੜੇ ਬੜੇ ਬੈਠੇ ਨੇ ਫਾਹੀਵਾਲ 50 ਤਰ੍ਹਾਂ ਦੇ ਫਾਹੀਆਂ ਪਾਉਣ ਵਾਲੇ ਵਿਸ਼ੇ ਵਿਕਾਰ ਬੈਠੇ ਨੇ, ਤੇ ਇਹ ਜੀ ਹੈ ਕਿੰਨੀ ਗਿਣਤੀ ਦੇ ਵਿੱਚ ਕਹਿਣ ਲੱਗੇ ਹੈ ਇੱਕ ਹੀ ਹੈ ਵਿਚਾਰਾ, ਹੈ ਇਹ ਇੱਕ ਹੀ ਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਜੇ ਸੱਚ ਬੋਲੇ ਤੇ ਤੇਰੇ ਕੋਲ ਸੱਚ ਬੋਲਿਆ ਨਹੀਂ ਜਾਣਾ। ਕਿੱਥੇ ਬੋਲ ਦੇਗਾ ਤੂੰ ਸੱਚ? ਜਿਸ ਵੇਲੇ ਕੋਈ ਮਾਂ ਭੈਣ ਧੀ ਸਾਹਮਣੇ ਆਵੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਤੇ ਜੇਕਰ ਮਨ ਦੇ ਵਿੱਚ ਬਿਰਤੀ ਹੋਰ ਚੱਲਦੀ ਪਈ ਹੈ ਤੇ ਕਿਸੇ ਮਾਂ ਭੈਣ ਧੀ ਬੱਚੀ ਨੂੰ ਦੇਖਿਆ ਤੇ ਕੀ ਤੂੰ ਉਵੇਂ ਹੂਬਹੂ ਸ਼ਬਦਾਵਲੀ ਬੋਲ ਸਕਦਾ ਕਿ ਮੇਰਾ ਤੇਰੇ ਪ੍ਰਤੀ ਇਹ ਖਿਆਲ ਹੈ? ਭਰੀ ਸੰਗਤ ਵਿੱਚ ਬੋਲ ਹੀ ਨਹੀਂ ਸਕਦੇ। ਅਸੀਂ ਆਪਣਾ ਜਿਤਨਾ ਵੀ ਅੰਦਰ ਖਲਾਰਾ ਹੈ ਨਾ, ਜਿਤਨਾ ਵੀ ਗੰਦ ਮੰਦ ਹੈ, ਜਿੰਨੀ ਵੀ ਵਿਸ਼ੇ ਵਿਕਾਰਾਂ ਵਾਲੀ ਬਿਰਤੀ ਅਸੀਂ ਸਾਂਭ ਕੇ ਰੱਖਦੇ ਹਾਂ, ਅਸੀਂ ਉਹ ਪ੍ਰਗਟ ਕਰਦੇ ਹਾਂ ਜਿਹੋ ਜਿਹੇ ਅਸੀਂ ਹੈ ਹੀ ਨਹੀਂ ਅਸੀਂ ਜਿਹੋ ਜਿਹੇ ਅਸੀਂ ਉਹ ਪ੍ਰਗਟ ਕਰਦੇ ਹਾਂ। ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਬਤੀਤ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਵੇਲੇ ਤੂੰ ਕਹੀ ਨਾ ਚੜ੍ਹਦੀ ਕਲਾ, ਤੇ ਵਾਕਈ ਤੇਰੀ ਕਲਾ ਤੇਰੀ ਸੁਰਤ ਚੜ੍ਹਨੀ ਚਾਹੀਦੀ ਆ ਦਸਮ ਦੁਆਰ ਵਾਲੇ ਪਾਸੇ, ਆਕਾਸ਼ ਵਾਲੇ ਪਾਸੇ। ਕਹੋ ਕਬੀਰ ਖੋਜੋ ਅਸਮਾਨ, ਰਾਮ ਸਮਾਨ ਨਾ ਦੇਖੋ ਆਨ। ਖੋਜੋ ਅਸਮਾਨ ਭਾਵ ਹੁਣ ਮੇਰੀ ਸੁਰਤ ਆਕਾਸ਼ ਵਾਲੇ ਪਾਸੇ ਅਗਰਸਰ ਹੈ, ਆਕਾਸ਼ ਵਾਲੇ ਪਾਸੇ ਸੁਰਤ ਜਾਂਦੀ ਪਈ ਹੈ। ਗੁਰੂ ਕੀ ਬਾਣੀ ਹੈ ਹੀ ਇੰਨੀ ਮਿੱਠੀ ਜੀ। ਬਾਣੀ ਦੀ ਵਿਆਖਿਆ ਜਿਸ ਵੇਲੇ ਮਹਾਰਾਜ ਜੀ ਕਰਵਾਉਂਦੇ ਨੇ ਤੇ ਅਸੀਂ ਗਵਾਚ ਜਾਂਦੇ ਹਾਂ। ਦਾਸ ਫਿਰ ਤੋਂ ਮਾਫੀ ਮੰਗੇ, ਜ਼ਿਆਦਾ ਹੀ ਵਿਸਥਾਰ 'ਚ ਆਪਾਂ ਚਲੇ ਗਏ। ਮਹਾਰਾਜ ਜੀ ਫਰਮਾਉਂਦੇ ਹਨ ਕੇਤੇ ਲੈ ਲੈ ਮੁੱਕਰ ਪਾਹੇ। ਅਨੇਕਾਂ ਹੀ ਲੋਕ ਐਸੇ ਨੇ ਜੋ ਪਰਮੇਸ਼ਵਰ ਦੀਆਂ ਦਿੱਤੀਆਂ ਦਾਤਾਂ ਦਾ ਧੰਨਵਾਦ ਨਹੀਂ ਕਰਦੇ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਵਿੱਚ ਆਉਂਦਾ ਹੈ, ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਜਲ ਦਾ ਪਿਆਲਾ ਆਇਆ। ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਜਲ ਦਾ ਪਿਆਲਾ ਆਇਆ। ਬਾਬਾ ਫਰੀਦ ਸਾਹਿਬ ਜੀ ਦੇ ਨੈਣਾਂ 'ਚੋਂ ਅਥਰੂ। ਬਾਬਾ ਫਰੀਦ ਸਾਹਿਬ ਜੀ ਬਰਾਗ 'ਚ, ਤੇ ਸਾਰੇ ਜਿੰਨੇ ਵੀ ਮੁਰੀਦ ਨੇ ਚੇਲੇ ਨੇ ਦੇਖ ਕੇ ਕਹੀ ਜਾਂਦੇ ਨੇ ਕਿ ਸਾਡੇ ਗੁਰੂ ਨੂੰ ਕੀ ਹੋ ਗਿਆ, ਚੰਗਾ ਭਲਾ ਸੀ, ਹੱਸਦਾ ਖੇਡਦਾ ਪਿਆ ਸੀ, ਤੇ ਜਲ ਨੂੰ ਦੇਖ ਕੇ ਬਰਾਗ 'ਚ।
ਇੰਨਾ ਬਰਾਗ ਤਕਰੀਬਨ 2-3 ਘੜੀਆਂ ਬੈਰਾਗ ਦੇ ਵਿੱਚ ਰਹਿ ਕੇ ਫਿਰ ਜਲ ਦਾ ਇੱਕ ਘੁੱਟ ਪੀਤਾ, ਫਿਰ ਬੈਰਾਗ 'ਚ ਉੱਚੀ ਭੂਬਾਂ ਮਾਰ ਕੇ ਬੈਰਾਗ 'ਚ ਰੋ ਪਏ। ਫਿਰ ਅਖੀਰ ਤੇ ਸਾਰੇ ਚੇਲਿਆਂ ਨੇ, ਮੁਰੀਦਾਂ ਨੇ ਮਹਿਸੂਸ ਕੀਤਾ ਕੁਝ ਐਸਾ ਵਾਪਰ ਗਿਆ ਜੋ ਕਿ ਸਾਡੇ ਗੁਰੂ ਨੂੰ ਚੋਟ ਪਹੁੰਚਾ ਗਿਆ। ਫਿਰ ਸਵੇਰੇ ਤੇ ਕੁਝ ਕਹਿ ਨਹੀਂ ਸਕੇ, ਸ਼ਾਮ ਨੂੰ ਕਹਿੰਦੇ ਨੇ, ਹੇ ਪੀਰੋ ਮੁਰਸ਼ਦ, ਹੇ ਕਾਮਿਲੇ ਮੁਰਸ਼ਦ, ਕਿਰਪਾ ਕਰਕੇ ਦੱਸੋ ਹੋਇਆ ਕੀ ਸੀ। ਬਾਬਾ ਫਰੀਦ ਸਾਹਿਬ ਜੀ ਉਸ ਵੇਲੇ ਫਿਰ ਬੈਰਾਗ ਵਿੱਚ ਆ ਕੇ ਕਹਿਣ ਲੱਗੇ, ਮੇਰਾ ਖੁਦਾਇਆ ਮੇਰੇ ਤੇ ਕਿੰਨੀ ਕਿਰਪਾ ਕਰਦਾ ਹੈ, ਕਿੰਨਾ ਮੇਰਾ ਫਿਕਰ ਕਰਦਾ ਹੈ, ਮਾਂ ਵਾਂਗੂ ਫਿਕਰ ਕਰਦਾ ਹੈ। ਸਾਰੇ ਚੇਲੇ ਸੁਣਦੇ ਪਏ ਨੇ। ਬਾਬਾ ਫਰੀਦ ਸਾਹਿਬ ਜੀ ਫਿਰ ਬੈਰਾਗ ਵਿੱਚ ਆ ਕੇ ਕਹਿਣ ਲੱਗੇ, ਇੰਨੀ ਪਿਆਸ ਲੱਗੀ, ਜੇ ਪਾਣੀ ਨਾ ਮਿਲਦਾ ਤੇ ਮੈਂ ਬੇਹੋਸ਼ ਹੋ ਜਾਣਾ ਸੀ, ਜੇ ਫਿਰ ਨਾ ਪਾਣੀ ਮਿਲਦਾ ਮੇਰੇ ਅੰਦਰ ਪਾਣੀ ਸੁੱਕ ਜਾਣਾ ਸੀ, ਜੇ ਪਾਣੀ ਨਾ ਮਿਲਦਾ ਮੇਰੀ ਮੌਤ ਹੋ ਜਾਣੀ ਸੀ। ਉਸ ਮੇਰੇ ਮਾਲਕ, ਮੇਰੇ ਖੁਦਾਇਆ ਨੇ, ਮੇਰੇ ਅੱਲਾ ਨੇ ਐਸੀ ਕਿਰਪਾ ਕੀਤੀ, ਪਿਆਸ ਲੱਗੀ ਤੇ ਅਜੇ ਪਿਆਸ ਇਸ ਸ਼ਿਖਰ ਤੱਕ ਪਹੁੰਚੀ ਨਹੀਂ ਸੀ ਕਿ ਮੈਂ ਬੇਹੋਸ਼ ਹੋ ਜਾਂਦਾ। ਉਸੇ ਵੇਲੇ ਮੇਰੇ ਮਾਲਕ ਨੇ ਮੇਰੇ ਸਾਹਮਣੇ ਜਲ ਦਾ ਪਿਆਲਾ ਰੱਖ ਦਿੱਤਾ ਤੇ ਜਲ ਦੇ ਪਿਆਲੇ ਨੂੰ ਦੇਖ ਕੇ ਤੇ ਮੈਂ ਸ਼ੁਕਰਾਨੇ ਵਿੱਚ ਜੁੜ ਗਿਆ। ਅਸੀਂ ਚੰਗੇ ਭਲੇ ਜੂਸ ਪੀਂਦੇ, ਚੰਗੇ ਭਲੇ ਤਰ੍ਹਾਂ ਦੇ ਪਦਾਰਥ ਖਾਂਦੇ, ਅਸੀਂ ਫੇਰ ਕਦੀ ਸ਼ੁਕਰਾਨਾ ਨਹੀਂ ਕੀਤਾ। ਸਾਨੂੰ ਤੇ ਇੰਝ ਹੀ ਲੱਗਦਾ ਹੈ ਨਾ, ਪੈਸੇ ਪੇ ਕੀਤੇ, ਚੀਜ਼ ਆ ਗਈ ਕਿ ਬਸ ਹੁਣ ਤੁਸੀਂ ਚੱਬ ਲਓ, ਚੱਬ ਕੇ ਅੰਦਰ ਲੰਘਾ ਜਾਓ, ਤੇ ਚੰਗੀ ਸੀ ਕਿ ਮੰਦੀ ਸੀ ਕਮੈਂਟ ਦੇ ਕੇ ਤੇ ਅੱਗੇ ਚਲੇ ਜਾਓ। ਤੇ ਜਿਹੜੇ ਰੱਬੀ ਪਿਆਰੇ ਹੁੰਦੇ ਨੇ ਉਹ ਤੇ ਹਰ ਚੀਜ਼ ਨੂੰ ਉਸ ਮਾਲਕ ਦੀ ਦਾਤ ਸਮਝ ਕੇ ਤੇ ਸ਼ੁਕਰਾਨਾ ਕਰਦੇ ਨੇ। ਤੇ ਮਹਾਰਾਜ ਜੀ ਕਹਿੰਦੇ ਨੇ, ਐ ਗੁਰਪ੍ਰੀਤ ਸਿੰਘ, ਤੇਰੇ ਵਰਗੇ ਬੜੇ ਬੈਠੇ ਨੇ ਜਿਹੜੇ ਉਹਦੀਆਂ ਦਾਤਾਂ ਲੈ ਕੇ ਮੁੱਕਰ ਗਏ ਹਨ। ਕੀਤੇ ਮੂਰਖ ਖਾਹੀ ਖਾਹੇ, ਤੇ ਅਨੇਕਾਂ ਐਸੇ ਮੂਰਖ ਹਨ। ਮੂਰਖ ਤੋਂ ਭਾਵ ਜਿਨ੍ਹਾਂ ਨੇ ਆਪਣੀ ਹੀ ਗੱਲ ਅੱਗੇ ਰੱਖਣੀ ਹੈ, ਗੁਰੂ ਦੀ ਗੱਲ ਨਹੀਂ, ਮੂੰਹ ਰੱਖ। ਅਨੇਕਾਂ ਹੀ ਐਸੇ ਨੇ ਜੋ ਪਦਾਰਥ ਛਕੀ ਜਾਂਦੇ ਨੇ। ਇਹ ਪਦਾਰਥ ਦਿੱਤੇ ਕਿੰਨੇ, ਇਹ ਦਾਤਾਂ ਦਿੱਤੀਆਂ ਕਿੰਨੇ, ਉਸ ਦਾਤੇ ਨੂੰ ਬਿਲਕੁਲ ਵੀ ਯਾਦ ਨਹੀਂ ਕਰਦੇ। ਤੇ ਦਾਤੇ ਨੂੰ ਯਾਦ ਨਾ ਕਰਨਗੇ, ਘਾਟਾ ਇਹਨਾਂ ਦਾ ਹੈ। ਦਾਤੇ ਨੂੰ ਕੀ ਫਰਕ ਪੈਂਦਾ ਹੈ ਜੀ? ਜੇ ਬੂੰਦ ਸਾਗਰ ਵਿੱਚ ਮਿਲ ਗਈ ਤੇ ਸਾਗਰ ਦਾ ਕੋਈ ਵਾਧਾ ਤੇ ਹੋਇਆ ਨਹੀਂ, ਪਰ ਬੂੰਦ ਨੂੰ ਸੁੱਖ ਮਿਲ ਗਿਆ, ਸੁੱਖ ਦੇ ਵਿੱਚ ਆ ਗਈ। ਜੇ ਬੂੰਦ ਕੱਲੀ ਰਹਿੰਦੀ, ਜੇ -70 ਡਿਗਰੀ ਤੱਕ ਟੈਂਪਰੇਚਰ ਜਾਂਦਾ, ਉਹਨੇ ਜੰਮ ਜਾਣਾ ਸੀ। ਜੇਕਰ +70 ਤੱਕ ਜਾਂਦਾ ਤੇ ਉਹਨੇ ਉੱਡ ਜਾਣਾ ਸੀ, ਵਾਸ਼ਪੀਕਰਨ ਹੋ ਜਾਣਾ ਸੀ। ਤੇ ਜੇ ਕੱਲੀ ਰਹਿੰਦੀ, ਧਰਤੀ ਨੇ ਜਜ਼ਬ ਕਰ ਲੈਣਾ ਸੀ, ਐਬਜ਼ੌਰਬ ਕਰ ਲੈਣਾ ਸੀ। ਤੇ ਹੁਣ ਸਾਗਰ ਵਿੱਚ ਮਿਲ ਗਈ। ਹੁਣ ਨਾ ਸਾਗਰ ਸੁੱਕੇ, ਨਾ ਸਾਰਾ ਸਾਗਰ ਜੰਮੇ, ਤੇ ਨਾ ਸਾਰੇ ਸਾਗਰ ਨੂੰ ਧਰਤੀ ਪੀ ਸਕੇ, ਕਿਉਂਕਿ ਧਰਤੀ ਤਾਂ ਇੱਕ ਹਿੱਸੇ, 3 ਹਿੱਸੇ ਪਾਣੀ ਹੈ। ਸੋ ਇਸ ਢੰਗ ਦੇ ਨਾਲ ਅਸੀਂ ਉਸ ਪਰਮੇਸ਼ਵਰ ਦਾ ਸ਼ੁਕਰਾਨਾ ਤਾਂ ਕਰਨਾ ਹੈ, ਅਸੀਂ ਪਰਮੇਸ਼ਵਰ ਵਰਗੇ ਹੋ ਜਾਈਏ, ਅਸੀਂ ਸੁੱਖਾਂ ਵਿੱਚ ਟਿਕ ਜਾਈਏ। ਮਹਾਰਾਜ ਜੀ ਫਰਮਾਉਂਦੇ ਨੇ, ਅਨੇਕਾਂ ਹੀ ਐਸੇ ਮੂਰਖ ਨੇ, ਖਾਈ ਜਾਂਦੇ ਨੇ। ਤੇ ਸੱਚੀ ਗੱਲ ਇਹ ਹੈ, ਦਾਸ ਨੇ ਦੇਖੇ ਨੇ, ਕਈ ਤਾਂ ਇੰਨੇ ਵੱਡੇ ਯੋਧੇ ਨੇ, ਇੰਨੇ ਵੱਡੇ ਸੂਰਮੇ ਨੇ, ਉਹਨਾਂ ਨੂੰ ਫਿਕਰ ਹੀ ਇਹ ਹੁੰਦਾ ਹੈ, ਸਵੇਰੇ ਕੀ ਖਾਣਾ ਹੈ, ਦੁਪਹਿਰੇ ਕੀ ਖਾਣਾ ਹੈ, ਸਨੈਕਸ ਵਿੱਚ ਕੀ ਖਾਣਾ ਹੈ, ਸ਼ਾਮ ਨੂੰ ਕੀ ਖਾਣਾ ਹੈ, ਮੂਵੀ ਵੇਖਦੇ ਕੀ ਖਾਣਾ ਹੈ। ਉਸ ਪਰਿਕਰਮਾ ਹੀ ਰਸੋਈ ਦੀ ਕਰੀ ਜਾਂਦੇ ਨੇ, ਉਹ ਲੰਗਰ ਦੀ ਪਰਿਕਰਮਾ ਹੀ ਕਰੀ ਜਾਂਦੇ ਨੇ। ਏਡੇ ਯੋਧੇ ਬੈਠੇ ਹੋਏ ਆ, ਏਡੇ ਸੂਰਮੇ ਨੇ, ਤਪਸਵੀ ਬੈਠੇ ਹੋਏ ਆ, ਧਿਆਨ ਦੇ ਵਿੱਚ ਬਸ ਪ੍ਰਸ਼ਾਦੇ ਤੁਰਿਆ ਜਾਂਦਾ ਹੈ। ਫੋਨ ਕਰਕੇ ਕਹਿੰਦੇ ਨੇ, ਸਵੇਰੇ ਇਹ ਬਣਾਇਆ ਸੀ, ਦੁਪਹਿਰੇ ਕੀ ਬਣਾਉਣਾ ਹੈ, ਦੁਪਹਿਰੇ ਇਹ ਬਣਾਇਓ। ਤੇ ਅੱਜ ਤਿੱਖਾ ਖਾਣ ਨੂੰ ਜੀ ਕਰਦਾ, ਚੰਗੀਆਂ ਮਿਰਚਾਂ ਪਾਇਓ ਜੋ ਜੀਭ ਤੇ ਲੜ ਜਾਣ ਤੇ ਬਾਅਦ ਚ ਅੰਦਰ ਐਸਿਡ ਬਣਾ ਦੇਣ। ਪਰ ਤੁਸੀਂ ਨਾ ਹੁਣ ਤਿੱਖਾ ਬਣਾਓ, ਹੁਣ ਮਿੱਠਾ ਬਣਾਓ। ਕਹਿਣ ਦਾ ਅਰਥ ਇਹ ਹੈ ਕਿ ਪਰਮੇਸ਼ਵਰ ਦੀਆਂ ਦਿੱਤੀਆਂ ਦਾਤਾਂ ਨੂੰ ਅਸੀਂ ਛਕੀ ਜਾਂਦੇ ਹਾਂ। ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਬੰਦੇ ਧੰਨਵਾਦ ਨਹੀਂ ਕਰਦੇ, ਐਸੇ ਬੰਦੇ ਮੂਰਖ ਹੁੰਦੇ ਹਨ। ਕੀਤਿਆ ਦੁਖ ਭੂਖ ਸਦ ਮਾਰ, ਇਹ ਭੇਟਾਤ ਤੇਰੀ ਦਾਤਾਰ।
ਤੇ ਅਨੇਕਾਂ ਐਸੇ ਹਨ ਜਿਨ੍ਹਾਂ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਦੁੱਖ ਆਉਂਦੇ ਨੇ, ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਜੀਵਨ ਦੇ ਵਿੱਚ ਕਲੇਸ਼ ਨੇ, ਅਨੇਕਾਂ ਤਰ੍ਹਾਂ ਦੀਆਂ ਉਹਨਾਂ ਨੂੰ ਭੁੱਖਾਂ ਧੁਰਾਂ ਤੋਂ ਹੀ ਮਿਲੀਆਂ ਨੇ ਆਪਣੇ ਕਰਮਾਂ ਅਨੁਸਾਰ, ਭਾਵ ਕਿ ਉਹਨਾਂ ਨੂੰ ਪ੍ਰਸ਼ਾਦਾ ਵੀ ਚੰਗੀ ਤਰ੍ਹਾਂ ਨਹੀਂ ਮਿਲਦਾ, ਬਿਲਕੁਲ ਚੰਗੀ ਤਰ੍ਹਾਂ ਨਹੀਂ ਪ੍ਰਸ਼ਾਦਾ ਮਿਲਦਾ। ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੂੰ ਮਾਰਾਂ ਵੀ ਪੈਂਦੀਆਂ ਨੇ, ਸਦ ਮਾਰ, ਉਹਨਾਂ ਨੂੰ ਧੱਕੇ ਪੈਂਦੇ ਨੇ। ਪਰ ਮਹਾਰਾਜ ਜੀ ਕਹਿੰਦੇ ਨੇ ਇਹ ਭੇਦਾਤ ਤੇਰੀ ਦਾਤਾਰ, ਇਸ ਅਲਫਾਜ਼ ਨੂੰ ਭੀ ਨਹੀਂ ਕਹਿਣਾ, ਭੱਬੇ ਨੂੰ ਸਿਹਾਰੀ ਦਾ ਉਚਾਰਨ ਹੈ ਭੇ। ਇਹ ਭੇਦਾਤ ਤੇਰੀ ਦਾਤਾਰ, ਦਾਤਿਆ ਇਹ ਦੁੱਖ, ਇਹ ਕਲੇਸ਼, ਇਹ ਸੰਤਾਪ, ਇਹ ਮਾਰਾਂ, ਇਹ ਭੁੱਖਾਂ ਸਾਡੇ ਆਪਣੇ ਕਰਮਾਂ ਕਰਕੇ ਨੇ। ਪਰ ਸ਼ੁਕਰ ਹੈ ਇਹ ਸਾਰੇ ਦੁੱਖ ਧੰਦਾ ਯੋਗ ਹਨ, ਕਿਉਂਕਿ ਤੇਰੀ ਯਾਦ ਫਿਰ ਆ ਜਾਂਦੀ ਹੈ, ਤੇਰੀ ਯਾਦ ਵਿੱਚ ਅਸੀਂ ਸਾਰੇ ਜੁੜ ਜਾਂਦੇ ਹਾਂ। ਜੇ ਦੁੱਖ ਨਾ ਹੋਵੇ ਤੇ ਕੋਈ ਵੀ ਪਰਮੇਸ਼ਵਰ ਨੂੰ ਯਾਦ ਨਾ ਕਰੇ। ਉਹ ਤੇ ਕੋਈ ਹੁੰਦਾ ਹੈ ਮਹਾਰਾਜਾ ਜਨਕ ਵਰਗਾ, ਜੋ ਕਿ ਰਾਜ ਭਾਗ ਦੇ ਨਾਲ ਉਸ ਪਰਮੇਸ਼ਵਰ ਦੀ ਬੰਦਗੀ ਵਿੱਚ ਜੁੜਿਆ। ਉਹ ਤੇ 6ਵੇਂ ਪਾਤਸ਼ਾਹ ਵਰਗੀ ਹਸਤੀ, 10ਵੇਂ ਪਾਤਸ਼ਾਹ ਵਰਗੀ ਹਸਤੀ, ਜਿਨ੍ਹਾਂ ਦੇ ਕੋਲ ਰਾਜ ਭਾਗ ਵੀ ਹੈ ਤੇ ਰਾਜ ਯੋਗ ਵੀ ਹੈ, ਪਰਮੇਸ਼ਵਰ ਦੇ ਨਾਲ ਜੁੜਨ ਦੀ ਖੇਡ ਵੀ ਅੰਦਰ ਵਰਤਦੀ ਪਈ ਹੈ। ਖੁਦ ਹੀ ਪਰਮੇਸ਼ਵਰ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਇਹ ਵੀ ਪਰਮੇਸ਼ਵਰ ਦੀ ਦਾਤ ਹੈ, ਪਰ ਇਹ ਦਾਤ ਬ੍ਰਹਮ ਗਿਆਨੀ ਨੂੰ ਮਹਿਸੂਸ ਹੁੰਦੀ ਹੈ, ਇਹ ਆਮ ਬੰਦੇ ਨੂੰ ਮਹਿਸੂਸ ਨਹੀਂ ਹੋਏਗੀ, ਕਿਉਂਕਿ ਆਮ ਬੰਦੇ ਦੀ ਚੜ੍ਹਦੀ ਕਲਾ ਨਹੀਂ ਨਾ ਹੈ। ਜਦੋਂ ਚੜ੍ਹਦੀ ਕਲਾ ਹੋਏਗੀ ਉਦੋਂ ਸੁਰਤ ਉਚਾਟ ਹੋ ਜਾਏਗੀ, ਉਦੋਂ ਉਸ ਵੇਲੇ ਸੁਰਤ ਉੱਚੀ ਚਲੀ ਜਾਂਦੀ ਹੈ। ਤੇ ਚੜ੍ਹਦੀ ਕਲਾ ਦੇ ਹਿਰਦੇ ਦੇ ਵਿੱਚੋਂ ਇਹ ਸ਼ਬਦ ਨਿਕਲਦੇ ਨੇ, ਕੇਤਿਆ, ਇੱਥੇ ਰੁਕ ਜਾਣਾ ਹੈ, ਕੇਤਿਆ ਦੁੱਖ ਭੂਖ ਸਦ ਮਾਰ। ਕਈ ਕਹਿੰਦੇ ਨੇ ਕੇਤਿਆਂ ਦੁੱਖ ਭੁੱਖ ਸਦ ਮਾਰ, ਇਹਦਾ ਉਚਾਰਨ ਸਹੀ ਕੇਤਿਆ ਵਿਸ਼ਰਾਮ ਦੇ ਕੇ ਦੁੱਖ ਭੂਖ, ਤੇ ਅੱਗੇ ਸ਼ਬਦ ਨੂੰ ਸੱਦ ਨਹੀਂ ਕਹਿਣਾ। ਜੇ ਸੱਸੇ ਨੂੰ ਅਧਕ ਲਾ ਕੇ ਬੋਲਾਂਗੇ ਨਾ ਸੱਦ, ਇਹਦਾ ਅਰਥ ਹੈ ਕਿਸੇ ਨੂੰ ਸੱਦਣਾ, ਕਿਸੇ ਨੂੰ ਇਨਵਾਈਟ ਕਰਨਾ। ਇਸ ਦਾ ਉਚਾਰਨ ਹੈ ਪੋਲਾਈਟਲੀ ਬੋਲਣਾ ਹੈ ਸਦ। ਸਦ ਦਾ ਅਰਥ ਹੈ ਸਦਾ ਹੀ, ਸਦਾ ਦਾ ਅਰਥ ਕੰਟੀਨਿਊਟੀ ਦੇ ਨਾਲ। ਕੇਤਿਆ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਹੇ ਦਾਤਿਆ, ਇਹ ਵੀ ਤੇਰੀ ਦਾਤ ਹੈ, ਇਹ ਵੀ ਤੇਰੀ ਬਖਸ਼ਿਸ਼ ਹੈ, ਜੋ ਤੇਰੀ ਯਾਦ ਉਹ ਬੰਦੇ ਬਾਰ-ਬਾਰ ਫਿਰ ਆਪਣੇ ਹਿਰਦੇ ਵਿੱਚ ਟਿਕਾਉਂਦੇ ਨੇ। ਭਾਵੇਂ ਸੰਸਾਰੀ ਸੁੱਖਾਂ ਲਈ ਉਹ ਤੈਨੂੰ ਯਾਦ ਕਰਦੇ ਨੇ, ਪਰ ਤੇਰੇ ਨੇੜੇ ਹੋ ਜਾਂਦੇ ਨੇ, ਉਹਨਾਂ ਨੂੰ ਰੂਹਾਨੀ ਸੁੱਖ ਵੀ ਮਿਲ ਜਾਂਦੇ ਹਨ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕਾ ਕੋਇ। ਹੁਣ ਕੋਈ ਬੰਦਾ ਇਹ ਕਹੇ ਕਿ ਸਾਡੇ ਅੰਦਰ ਬੰਧਨ ਬਹੁਤ ਹਨ, ਅਸੀਂ ਜਕੜੇ ਹੋਏ ਹਾਂ, ਅਸੀਂ ਫਸੇ ਹੋਏ ਹਾਂ। ਕਿਹਦੇ ਵਿੱਚ? ਪਰਿਵਾਰ ਵਿੱਚ। ਅਕੇ ਭਗਤੀ ਤਾਂ ਪਰਿਵਾਰ ਨੂੰ ਛੱਡ ਕੇ ਹੋ ਸਕਦੀ ਹੈ। ਮਹਾਰਾਜ ਜੀ ਕਹਿੰਦੇ ਨੇ ਜਿਸ ਵੇਲੇ ਤੂੰ ਪਤਨੀ ਨੂੰ ਦੇਖ ਕੇ ਤੇ ਰੱਬ ਦਾ ਸ਼ੁਕਰਾਨਾ ਕਰੇਗਾ, ਤੇਰੀ ਪਤਨੀ ਦੇ ਦਰਸ਼ਨ ਭਗਤੀ ਬਣ ਜਾਏਗੀ। ਜੇ ਤੇਰੀ ਪਤਨੀ ਝਿੜਕਦੀ ਪਈ ਹੈ ਨਾ ਕਿ ਜਦੋਂ ਤੁਸੀਂ ਆਉਂਦੇ ਹੋ ਖਲਾਰਾ ਪਾ ਦਿੰਦੇ ਹੋ, ਤੁਸੀਂ ਆਪਣਾ ਖਲਾਰਾ ਆਪ ਹੀ ਸਾਂਭਿਆ ਕਰੋ, ਤੇ ਉਸ ਵੇਲੇ ਗੁੱਸੇ ਨਾ ਹੋਇਆ ਕਰ। ਇੰਜ ਮਹਿਸੂਸ ਕਰਿਆ ਕਰ ਕਿ ਜਿਵੇਂ ਤੂੰ ਗੁਰੂ ਘਰ ਦੇ ਵਿੱਚ ਬੈਠਾ ਹੈ, ਤੂੰ ਗੁਰੂ ਘਰ ਦੇ ਦਰੀਆਂ ਝਾੜਦਾ ਹੈ, ਤੂੰ ਗੁਰੂ ਘਰ 'ਚ ਜਾ ਕੇ ਉੱਥੇ ਸੇਵਾ ਕਰਦਾ ਹੈ, ਗੁਰੂ ਘਰ ਦੇ ਭਾਂਡੇ ਮਾਂਜਦਾ ਹੈ, ਗੁਰੂ ਘਰ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਕਰਦਾ, ਇੱਥੋਂ ਤੱਕ ਕਿ ਗੁਰੂ ਘਰ ਦੇ ਟੋਇਲਟ ਵੀ ਸਾਫ਼ ਕਰਦਾ। ਤੇ ਜਿਸ ਵੇਲੇ ਤੇਰਾ ਆਪਣਾ ਘਰ ਆਇਆ, ਤੇਰਾ ਆਪਣਾ ਘਰ ਤੇਰਾ ਆਪਣਾ ਕਿਵੇਂ ਰਹਿ ਗਿਆ? ਤੂੰ ਤੇ ਗੁਰੂ ਨਾਨਕ ਦਾ, ਤੂੰ ਤੇ ਕਲਗੀਧਰ ਪਾਤਸ਼ਾਹ ਦਾ, ਤੇ ਜਿੱਥੇ ਤੂੰ ਵਸ ਗਿਆ ਉਹ ਘਰ ਕਿੱਥੋਂ ਰਹਿ ਗਿਆ? ਉਹ ਹੋਮ ਕਿੱਥੋਂ ਰਹਿ ਗਿਆ? ਉਹ ਤੇ ਗੁਰੂ ਘਰ ਹੋ ਗਿਆ। ਤੇ ਹੁਣ ਤੂੰ ਆਪਣੇ ਘਰ ਦੇ ਵਿੱਚ ਬਰਤਨ ਮਾਂਜ, ਤੇ ਬਰਤਨ ਮਾਂਜਣ ਲੱਗਿਆ ਇਹ ਖਿਆਲ ਕਰੀ ਕਿ ਜਿੰਨਾ ਵੀ ਤੇਰਾ ਪਰਿਵਾਰ ਹੈ ਉਹ ਤੇਰੇ ਮਾਲਕ ਨੇ ਤੈਨੂੰ ਬਖਸ਼ਿਆ, ਸ਼ੁਕਰਾਨਾ ਕਰ। ਤੂੰ ਸਿਮਰਨ ਕਰਦਾ ਕਰਦਾ ਇੰਜ ਮਹਿਸੂਸ ਕਰ ਕਿ ਤੇਰੇ ਘਰ ਦੇ ਜੀ ਬਾਣੀ ਜਪਦੇ ਨੇ। ਇਹ ਸੰਗਤ ਹੈ, ਇਹ ਗੁਰੂ ਨਾਨਕ ਦੀ ਸੰਗਤ ਹੈ, ਕਲਗੀਧਰ ਪਾਤਸ਼ਾਹ ਦੀ ਸੰਗਤ ਹੈ, ਤੇ ਤੂੰ ਇਹਨਾਂ ਦੀ ਸੇਵਾ ਕਰ, ਤੇਰੇ ਉੱਤੇ ਗੁਰੂ ਨਾਨਕ ਦੀ ਖੁਸ਼ੀ ਹੋ ਜਾਏਗੀ।
ਤੈਨੂੰ ਬਖਸ਼ਿਸ਼ ਮਿਲ ਜਾਏਗੀ। ਇਹ ਥੋੜਾ ਹੈ ਕਿ ਅਸੀਂ ਕਹੀਏ ਜੀ ਬੀਬੀਆਂ ਨੂੰ ਤੇ ਬ੍ਰਹਮਾ ਜੀ ਵੱਲੋਂ ਵਰ ਮਿਲਿਆ ਕਿ ਤੁਸੀਂ ਬਸ ਰਸੋਈ ਦੇ ਵਿੱਚ ਹੀ ਘੁੰਮੀ ਜਾਣਾ ਹੈ, ਰਸੋਈ ਦੇ ਵਿੱਚ ਭਾਂਡੇ ਆਪ ਹੀ ਲਵੇੜ ਦੇਣੇ ਆ, ਪ੍ਰਸ਼ਾਦਾ ਪਾਣੀ ਪਾ ਕੇ ਆਪ ਹੀ ਕੁੱਕਰਾਂ ਦੀਆਂ ਸੀਟੀਆਂ ਮਰਵਾ ਕੇ ਤੇ ਆਪ ਹੀ ਸਬਜ਼ੀ ਬਣਾ ਕੇ ਆਪ ਹੀ ਲਵੇੜ ਕੇ ਆਪ ਹੀ ਸਾਫ਼ ਕਰਨੇ ਆ। ਤੁਹਾਡੀ ਜਿਹੜੀ ਜੂਨ ਆ ਇਸੇ ਵਾਸਤੇ ਹੀ ਆ। ਸਾਡਾ ਘਰ ਗੁਰੂ ਦਾ ਘਰ, ਤੇ ਫਿਰ ਤੁਸੀਂ ਆਪਣੇ ਘਰ ਵਿੱਚ ਵਿਚਰੋਗੇ ਤੇ ਆਪ ਜੀ ਨੂੰ ਮਹਿਸੂਸ ਹੋਏਗਾ ਕਿ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਵਿਚਰਦੇ ਪਏ ਹੋ। ਫਿਰ ਆਪ ਜੀ ਨੂੰ ਬੜਾ ਸੁੱਖ ਮਹਿਸੂਸ ਹੋਏਗਾ। ਤੇ ਅਸੀਂ ਪਹੁੰਚਣਾ ਇੱਥੋਂ ਤੱਕ ਹੀ ਹੈ। ਅਸੀਂ ਕਹੀਏ ਜੀ ਘਰ 'ਚ ਬੜਾ ਕਲੇਸ਼ ਆ, ਮੈਂ ਲੜ ਕੇ ਆਇਆ, ਮੈਂ ਲੜ ਕੇ ਆਈ, ਤੇ ਹੁਣ ਗੁਰਦੁਆਰੇ ਸਾਹਿਬ ਚੱਲੀ ਆ, ਉੱਥੇ ਸੁੱਖ ਮਿਲਦਾ। ਤੇ ਗੁਰਦੁਆਰੇ ਸਾਹਿਬ 'ਚ ਦੱਸੋ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਕੀ ਤੁਹਾਨੂੰ ਐਸਾ ਦਿਸਿਆ ਵੀ ਤੁਹਾਨੂੰ ਸੁੱਖ ਮਿਲਿਆ? ਉੱਥੇ ਤੁਸੀਂ ਮਹਿਸੂਸ ਕੀਤਾ ਵੀ ਮਹਾਰਾਜ ਜੀ ਪ੍ਰਕਾਸ਼ਮਾਨ ਨੇ, ਤੁਸੀਂ ਉੱਥੇ ਵਾਹਿਗੁਰੂ ਵਾਹਿਗੁਰੂ ਸੁਣਿਆ, ਵਾਹਿਗੁਰੂ ਵਾਹਿਗੁਰੂ ਕੀਤਾ। ਤੁਸੀਂ ਇਹ ਕਾਰਜ ਤੇ ਘਰ ਬਹਿ ਕੇ ਵੀ ਕਰ ਸਕਦੇ ਹੋ। ਗੁਰੂ ਕੇ ਦਰਸ਼ਨਾਂ ਦੀ ਬਰਾਬਰਤਾ ਦੀ ਗੱਲ ਨਹੀਂ ਦਾਸ ਕਰਦਾ ਪਿਆ। ਮਹਾਰਾਜ ਜੀ ਦੇ ਦਰਸ਼ਨ ਤੇ ਸਭ ਤੋਂ ਵੱਧ ਜ਼ਰੂਰੀ ਨੇ, ਪਰ ਘਰ ਦੇ ਵਿੱਚ ਜੇਕਰ ਅਸੀਂ ਇਹ ਭਾਵ ਰੱਖਾਂਗੇ ਕਿ ਇਹ ਘਰ ਵੀ ਗੁਰੂ ਨਾਨਕ ਦਾ ਘਰ ਹੈ, ਫਿਰ ਆਪ ਜੀ ਦੇਖਿਓ ਆਪ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਬਾ ਕਮਾਲ ਕਰਾਮਾਤ ਆਏ। ਆਪ ਜੀ ਨੂੰ ਅਦ੍ਰਿਸ਼ਟ ਲੋਕ, ਚਾਨਣ ਨਾਲ ਭਰੇ ਹੋਏ ਲੋਕ, ਜੋ ਸ਼ਹੀਦ ਸਿੰਘ ਕਹਿ ਲਓ, ਦੇਵੀ ਦੇਵਤੇ ਕਹਿ ਲਓ, ਆਪ ਜੀ ਨੂੰ ਮਹਿਸੂਸ ਹੋਣਗੇ ਕਿ ਡਿਵਾਈਨ ਜਿਹੜੀਆਂ ਸਪਿਰਿਟਸ ਨੇ ਉਹ ਆਪ ਜੀ ਦੇ ਇਰਦ ਗਿਰਦ ਨੇ। ਘਰ ਦੇ ਵਿੱਚ ਜੇਕਰ ਧਰਮ ਪਤਨੀ ਦੇ ਪੈਰ ਪੀੜ ਹੁੰਦੇ ਪਏ ਨੇ ਤੇ ਗੁਰੂ ਨਾਨਕ ਦੀ ਘਰ ਦੀ ਸੇਵਾ ਕਰਦੀ ਪਈ ਹੈ, ਤੇ ਜੇਕਰ ਤੇਰੇ ਸਾਹਮਣੇ ਗੁਰੂ ਮਹਾਰਾਜ ਜੀ ਆ ਕੇ ਬਹਿ ਜਾਣ ਕਿ ਭਾਈ ਸੇਵਾ ਕਰ ਲੈ, ਉੱਥੇ ਤੂੰ ਧੱਕੇ ਨਾਲ ਸੇਵਾ ਕਰੇਗਾ। ਤੇ ਜੇਕਰ ਤੂੰ ਆਪਣੇ ਪਤੀ ਦੇ ਜਾਂ ਤੂੰ ਆਪਣੀ ਪਤਨੀ ਦੇ ਚਰਨ ਘੁੱਟਨੇ ਨੇ ਤੇ ਤੂੰ ਉਸ ਵੇਲੇ ਸੋਚਦਾ ਲੋਕੀ ਕੀ ਕਹਿਣਗੇ ਵੀ ਘਰ ਵਾਲੀ ਦੇ ਥੱਲੇ ਲੱਗਿਆ। ਵੇਖੋ ਸਾਡੀ ਸੋਚ ਕਿਹੋ ਜਿਹੀ ਹੋਈ ਪਈ, ਘਰ ਵਾਲੀ ਦੇ ਥੱਲੇ ਲੱਗਾ ਪਿਆ। ਆਹ ਦੇਖੋ ਜੀ, ਆਹ ਜੋਰੂ ਦਾ ਗੁਲਾਮ। ਇਹ ਸੰਸਾਰੀ ਲੋਕ ਸੋਚਦੇ ਨੇ। ਤੇ ਜਦੋਂ ਕੋਈ ਇਹ ਸੋਚੇ ਕਿ ਮੇਰੀ ਘਰ ਵਾਲੀ ਇਹ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਜਪਦੀ ਹੈ, ਫਿਰ ਉਹਦੇ ਚਰਨ ਘੁੱਟਣੇ ਗੁਰੂ ਨਾਨਕ ਦੇ ਚਰਨ ਘੁੱਟਣ ਦੇ ਬਰਾਬਰ ਹੋ ਜਾਂਦਾ ਹੈ। ਗੱਲ ਹੈ ਭਾਵਨਾ ਦੀ, ਗੱਲ ਹੈ ਸ਼ਰਧਾ ਦੀ। ਤੇ ਆਪਣੇ ਘਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਸ਼ਬਦ ਨਾਲ ਜੇ ਆਪ ਜੀ ਸੰਬੋਧਨ ਕਰੋਗੇ ਨਾ, ਅਸੀਂ ਚਿੰਟੂ ਮਿੰਟੂ ਟੀਟੂ ਮੀਟੂ ਜੇ ਅਸੀਂ ਸ਼ਬਦ ਕਹਿੰਦੇ ਆ ਕਿ ਉਹਦਾ ਕੀ ਹਾਲ ਆ। ਹਰਪ੍ਰੀਤ ਦਾ ਨਾਮ ਰੱਖਦਾ ਹੈਰੀ, ਤੇ ਉਹ ਸ਼ਰਨਪ੍ਰੀਤ ਦਾ ਨਾਮ ਰੱਖਦਾ ਸ਼ੈਰੀ, ਹੈਰੀ ਸ਼ੈਰੀ, ਬਸ ਇਹੀ ਰਹਿ ਗਿਆ। ਤੇ ਸੁਰਿੰਦਰ ਦਾ ਨਾਮ ਅਸੀਂ ਸੈਮ ਰੱਖਦਾ ਹੈ। ਤੇ ਜੇ ਅਸੀਂ ਘਰ ਵਿੱਚ ਆ ਕੇ ਵਾਹਿਗੁਰੂ ਜੀ ਕਹਾਂਗੇ ਤੇ ਵੇਖੋ ਕਿੰਨਾ ਸੋਹਣਾ ਹੋ ਜਾਏਗਾ। ਹਾਂਜੀ, ਸਿਮਰਨ ਦਾ ਸਿਮਰਨ ਹੋ ਗਿਆ, ਹਵਾਵਾਂ ਵੀ ਸ਼ੁੱਧ ਹੋ ਗਈਆਂ, ਤੇ ਜਿਹੜਾ ਸੁਣੇਗਾ ਉਹਦੇ ਅੰਦਰ ਬੀਜ ਬੀਜੇ ਗਏ, ਤੇ ਜਿਹੜੇ ਬੀਜ ਬੀਜੇ ਗਏ ਉਹ ਬੀਜ ਅੰਦਰੋਂ ਪ੍ਰਗਟ ਹੋਣੇ ਹੀ ਹੋਣੇ। ਆਪੇ ਬੀਜ ਆਪੇ ਹੀ ਖਾਓ। ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰੂ ਦੇ ਹੁਕਮ ਦੇ ਵਿੱਚ ਤੁਰਿਆ ਤੂੰ ਬੰਧਨਾਂ ਤੋਂ ਛੁਟਕਾਰਾ ਪਾ ਸਕਦਾ ਹੈ। ਕਦੀ ਕਿਸੇ ਦਾ ਪਰਿਵਾਰ ਬੰਧਨ ਨਹੀਂ ਬਣਦਾ। ਜੇ ਬਣਦਾ ਹੁੰਦਾ ਮਹਾਰਾਜ ਜੀ ਨੇ ਗ੍ਰਸਥ ਆਸ਼ਰਮ ਦਾ ਹੁਕਮ ਹੀ ਨਹੀਂ ਸੀ ਕਰਨਾ। ਕਦੀ ਵੀ ਕਾਰੋਬਾਰ ਬੰਧਨ ਨਹੀਂ ਬਣਦਾ। ਜੇ ਕਰਦਾ ਹੁੰਦਾ ਤੇ ਮਹਾਰਾਜ ਜੀ ਨੇ ਕਿਰਤ ਦੀ ਗੱਲ ਨਹੀਂ ਸੀ ਕਰਨੀ। ਬੰਧਨ ਹਮੇਸ਼ਾ ਮਨੁੱਖ ਦੇ ਅੰਦਰ 5 ਵਿਸ਼ੇ ਵਿਕਾਰਾਂ ਦੇ ਕਰਮਾਂ ਦੇ ਨੇ। ਹੁਣ ਇੰਜ ਥੋੜਾ ਹੈ ਕਿ ਤੁਹਾਡੇ ਕੋਲ ਕੋਈ ਆ ਕੇ ਤੇ ਉਸੇ ਵੇਲੇ AK-47 ਤੁਹਾਡੇ ਮੱਥੇ ਤੇ ਰੱਖ ਕੇ ਉਹ ਬੰਦੂਕ ਰੱਖ ਕੇ ਕਵੇ ਜੇ ਅੰਮ੍ਰਿਤ ਵੇਲੇ ਉੱਠਿਆ ਤੇ ਤੈਨੂੰ ਸ਼ੂਟ ਕਰ ਦੇਣਾ ਹੀ। ਤੇ ਉਸੇ ਵੇਲੇ ਅਸੀਂ ਕਹੀਏ ਜੀ 7 ਵਜੇ ਜੀ, ਅਸੀਂ ਤੇ ਪਹਿਲਾਂ ਹੀ ਉੱਠਣ ਨੂੰ ਰਾਜੀ ਨਹੀਂ ਸੀ ਤੇ ਵਧੀਆ ਤੁਸੀਂ ਚੰਗੀ ਧਮਕੀ ਦਿੱਤੀ ਆ। ਕਦੀ ਅੰਮ੍ਰਿਤ ਵੇਲੇ ਸਾਡੇ ਸਰਾਣੇ ਕਿਸੇ ਨੇ ਬੰਦੂਕ ਰੱਖੀ ਸਾਡੇ ਸਿਰ ਦੇ ਉੱਤੇ, ਮੱਥੇ ਦੇ ਉੱਤੇ? ਕਦੀ ਕਿਸੇ ਨੇ ਤਲਵਾਰਾਂ ਨਾਲ ਸਾਨੂੰ ਘੇਰ ਕੇ ਆਖਿਆ ਜੇ ਅੰਮ੍ਰਿਤ ਵੇਲੇ ਉੱਠਿਆ ਤੈਨੂੰ ਕਤਲ ਕਰ ਦੇਣਾ? ਕਦੀ ਕਿਸੇ ਨੇ ਕਿਹਾ ਜੇ ਤੂੰ ਜਪਜੀ ਸਾਹਿਬ ਦਾ ਪਾਠ ਕੀਤਾ ਤੈਨੂੰ ਅਸੀਂ ਬੰਬ ਨਾਲ ਉਡਾ ਦੇਣਾ? ਸਾਨੂੰ ਕੋਈ ਨਹੀਂ ਕਹਿੰਦਾ। ਤੇ ਧਰਮ ਹੀ ਐਸੀ ਸ਼ਕਤੀ ਹੈ ਜਿਹੜੀ ਸ਼ਕਤੀ ਨੂੰ ਅਸੀਂ 24 ਘੰਟੇ ਜਪ ਸਕਦੇ ਹਾਂ। 8 ਪਹਿਰ ਸਾਲਾਹੇ ਸਿਰਜਣਹਾਰ ਤੂੰ। ਮਹਾਰਾਜ ਜੀ ਨੇ ਇਸੇ ਕਰਕੇ ਆਖਿਆ ਧਰਮ ਇੰਡੀਵਿਜੂਅਲ ਹੈ, ਧਰਮ
ਅਸੀਂ ਫਰੀडम ਦੇ ਵਿੱਚ ਰਹਿ ਕੇ ਕਮਾ ਸਕਦੇ ਹਾਂ। ਤੇ ਜੇ ਅਸੀਂ ਕਹੀਏ ਕਿ ਤਲਵਾਰਾਂ ਲੈ ਕੇ ਕੌਣ ਖੜਾ ਹੋਇਆ, ਸਾਡਾ ਆਪਣਾ ਆਲਸ। AK-47 ਲੈ ਕੇ ਕੌਣ ਖੜਾ ਹੋਇਆ ਜੀ, ਬੰਦੂਕ ਲੈ ਕੇ ਕੌਣ ਖੜਾ ਹੋਇਆ, ਸਾਡੇ ਆਪਣੇ ਕਰਮ। ਤੇ ਮਹਾਰਾਜ ਜੀ ਕਹਿੰਦੇ ਤੂੰ ਜਪ ਸਹੀ, ਆਲਸ ਵੀ ਖਤਮ ਹੋ ਜਾਏਗਾ, ਤੇਰੇ ਜਿਹੜੇ ਅੰਦਰ ਮਾੜੇ ਕਰਮ ਗੁਰੂ ਵਾਲੇ ਪਾਸੇ ਜਾਣ ਤੋਂ ਰੋਕਦੇ ਨੇ ਉਹ ਵੀ ਖਤਮ ਹੋ ਜਾਣਗੇ। ਆਪ ਜੀ ਇੱਕ ਦਿਨ ਕਰਕੇ ਦੇਖਿਓ, ਸਾਰਾ ਪਰਿਵਾਰ ਕਰਕੇ ਦੇਖਿਓ, ਨਾਮ ਨਾ ਲਿਓ, ਚਿੰਟੂ ਮਿੰਟੂ ਛੱਡ ਦਿਓ ਤੇ ਆਪ ਜੀ ਨਾਮ ਲਿਓ, ਵਾਹਿਗੁਰੂ ਜੀ ਪ੍ਰਸ਼ਾਦਾ ਲਿਓ, ਵਾਹਿਗੁਰੂ ਜੀ ਆਓ ਬੈਠੋ। ਆਪ ਜੀ ਵਾਹਿਗੁਰੂ ਜੀ ਕਰੋਗੇ, ਆਪ ਜੀ ਸਿਰਫ 2-3 ਮਹੀਨੇ ਕਰਕੇ ਦੇਖੋ ਕੀ ਹੋਏਗਾ। ਅਜੱਪਾ ਜਾਪ ਚੱਲ ਪਏਗਾ, ਅਜੱਪਾ ਜਾਪ ਚੱਲ ਪਏਗਾ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਵਾਹਿਗੁਰੂ ਸੁਣਾਉਂਦੇ ਆ, ਉਸ ਆਤਮਾ ਦੇ 3.5 ਕਰੋੜ ਵਾਰ ਜਾਪ ਚੱਲਦਾ ਹੈ। ਕਿਉਂਕਿ 3.5 ਕਰੋੜ ਰੋਮ ਨੇ। ਜਿਸ ਵੇਲੇ ਮਨੁੱਖ ਦੀ ਸੁਰਤ ਉੱਚੀ ਹੁੰਦੀ ਹੈ, ਉਸ ਵੇਲੇ ਪਤਾ ਲੱਗਦਾ ਇੱਕ ਵਾਰੀ ਬੋਲਣਾ ਨਹੀਂ ਹੁੰਦਾ, ਕਰੋੜਾਂ ਵਾਰ ਬੋਲਣਾ ਹੁੰਦਾ। ਇੱਕ ਵਾਰ ਸੁਣਨਾ ਨਹੀਂ ਹੁੰਦਾ, ਕਰੋੜਾਂ ਵਾਰ ਸੁਣਨਾ ਹੁੰਦਾ। ਤੇ ਜਦੋਂ ਅਸੀਂ ਇੱਕ ਵਾਰੀ ਵਾਹਿਗੁਰੂ ਕਹਾਂਗੇ ਤੇ ਜਿਹੜੀ ਆਤਮਾ ਸਾਹਮਣੇ ਖੜੀ ਹੈ, ਭਾਵੇਂ ਉਹ ਅਨਕੌਂਸ਼ੀਅਸ ਹੈ, ਭਾਵ ਅਜੇ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚੀ ਨਹੀਂ, ਪਰ ਆਤਮਾ ਨੂੰ ਠੰਡਕ ਮਿਲੀ। ਉਸੇ ਵੇਲੇ ਜੋ ਪਵਿੱਤਰ ਆਤਮਾ ਰੱਬ ਦੀ ਅੰਸ਼ ਹੈ, ਉਹਨੇ ਉਸੇ ਵੇਲੇ ਸਾਡੇ ਵੱਲ ਅਸੀਸ ਭੇਜੀ। ਇੰਜ ਹੁੰਦਾ ਹੈ। ਉਹ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੇ ਉਮਰ। ਉਹ ਇਹ ਥੋੜਾ ਹੈ ਕਿ ਕੋਈ ਤੁਸੀਂ ਕਿਸੇ ਨੂੰ ਜਾ ਕੇ ਮਿਲੇ ਤੇ ਅਗਲਾ ਕਵੇ ਜਸਟ ਸਟਾਪ, 1 ਮਿੰਟ ਤੁਸੀਂ ਨਾ ਇੱਥੇ ਬੈਠੇ ਹੋ, ਮੈਂ ਹੁਣੇ ਤੁਹਾਨੂੰ ਅਸੀਸਾਂ ਲਿਖ ਕੇ ਦਿੰਨਾ ਹੈ। ਤੁਹਾਨੂੰ ਅਸੀਸਾਂ ਕਿਹੜੀਆਂ ਦੇਣੀਆਂ ਮੈਂ ਸੋਚ ਕੇ ਲਿਖ ਕੇ ਦਿੰਨਾ। ਇਹ ਪੇਪਰ ਤੁਸੀਂ ਘਰੇ ਲੈ ਕੇ ਜਾਇਓ ਤੇ ਫਿਰ ਤੁਸੀਂ ਇਕੱਠੇ ਕਰੀ ਜਾਇਓ। ਤੇ 100 ਪੇਪਰ ਹੋ ਗਿਆ ਤੇ ਸਮਝ ਲਓ ਵੀ ਤੁਹਾਨੂੰ ਅਸੀਸੜੀਆਂ ਮਿਲ ਗਈਆਂ, ਅਸੀਸਾਂ ਮਿਲ ਗਈਆਂ। ਉਹ ਜਿਹੜੀਆਂ ਅਸੀਸਾਂ ਨੇ ਉਹ ਅਸੀਂ ਆਪਣੀ ਮਰਜ਼ੀ ਦੇ ਨਾਲ ਨਾ ਦੇ ਸਕਦੇ, ਨਾ ਅਸੀਂ ਆਪਣੀ ਮਰਜ਼ੀ ਦੇ ਨਾਲ ਰੋਕ ਸਕਦੇ ਹਾਂ, ਨਾ ਅਸੀਂ ਆਪਣੀ ਮਰਜ਼ੀ ਨਾਲ ਗ੍ਰੈਬ ਕਰ ਸਕਦੇ ਹਾਂ। ਉਹ ਨੈਚੁਰਲੀ ਜਿਸ ਤਰ੍ਹਾਂ ਅਸੀਂ ਸਾਹ ਲੈਂਦੇ ਹਾਂ, ਇਸੇ ਤਰ੍ਹਾਂ ਅਸੀਸਾਂ ਬਦ ਅਸੀਸਾਂ ਸਾਡੇ ਤੱਕ ਪਹੁੰਚਦੀਆਂ ਨੇ, ਉਸੇ ਵੇਲੇ ਹੀ ਪਹੁੰਚਦੀਆਂ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੰਦ ਖਲਾਸੀ। ਇਸ ਨੂੰ ਬੰਦ ਨਹੀਂ ਕਹਿਣਾ, ਜੇ ਬੰਦ ਕਹਿ ਤਾਂ ਧੱਦਾ ਪੈ ਜਾਏਗਾ। ਇਸ ਨੂੰ ਕਹਿਣਾ ਬੰਦ, ਦੱਦਾ। ਬੰਦ ਦਾ ਅਰਥ ਹੈ ਜੀ ਬੰਧਨਾਂ ਵਿੱਚ। ਬੰਧਨਾਂ ਵਿੱਚ ਦਾ ਅਰਥ ਜੇਲ੍ਹ ਵਿੱਚ, ਜੇਲ੍ਹ ਦਾ ਅਰਥ ਬੰਦੀ ਖਾਨਾ, ਤੇ ਬੰਦੀ ਖਾਨੇ ਦਾ ਅਰਥ ਜਿੱਥੇ ਸਾਡੀ ਆਪਣੀ ਮਰਜ਼ੀ ਨਾ ਚੱਲੇ। ਤੇ ਜਿੱਥੇ ਆਪਣੀ ਮਰਜ਼ੀ ਨਹੀਂ ਚੱਲਦੀ ਉਹ ਕਿਹੜੀ ਅਵਸਥਾ? ਵਿਸ਼ੇ ਵਿਕਾਰਾਂ ਦੇ ਵਿੱਚ ਘਿਰੀ ਹੋਈ ਅਵਸਥਾ। ਪਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਤੇਰੀ ਖਲਾਸੀ ਕਰ ਦੇਵਾਂਗੇ ਗੁਰਮੁਖਾ, ਤੂੰ ਇੱਕ ਵਾਰੀ ਹੁਕਮ ਦੇ ਵਿੱਚ ਆ, ਅੰਮ੍ਰਿਤ ਵੇਲੇ ਉੱਠ। ਤੈਨੂੰ ਕੋਈ ਧਮਕੀ ਨਹੀਂ ਦੇ ਰਿਹਾ। ਦੇਖੋ ਪੁਰਾਤਨ ਸਮੇਂ ਵਿੱਚ ਧਮਕੀਆਂ ਮਿਲਦੀਆਂ ਸਨ। ਮੀਰ ਮਨੂ ਦੇ ਸਮੇਂ ਵਿੱਚ ਸੀ ਕਿ ਬੋਲੋ ਤੁਹਾਡਾ ਗੁਰੂ ਕੌਣ ਹੈ। ਤੇ ਜੇ ਕਿਸੇ ਨੇ ਕਿਹਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ, ਨਾਲ ਹੀ ਸਿਰ ਵੱਢ ਦਿੱਤਾ ਜਾਂਦਾ ਸੀ, ਵੱਢ ਦਿੱਤਾ ਜਾਂਦਾ ਸੀ। ਤੇ ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਨਾਂ ਲੈਂਦਾ ਸੀ ਤੇ ਸਿਰ ਵੱਢ ਦਿੱਤਾ ਜਾਂਦਾ ਸੀ। ਕੋਈ ਇਹ ਕਹੇ ਕਿ ਮੈਂ ਗੁਰੂ ਦਾ ਸਿੱਖ ਹਾਂ, ਸਿੰਘ ਹਾਂ, ਖਾਲਸਾ ਹਾਂ, ਮੈਂ ਧੀ ਹਾਂ, ਮੈਂ ਬੱਚੀ ਹਾਂ, ਸਿਰ ਵੱਢ ਦਿੱਤਾ ਜਾਂਦਾ ਸੀ। ਤੇ ਉਸ ਵੇਲੇ ਇੱਕ ਵੀ ਸਿੱਖ ਨਾ ਮੀਰ ਮਨੂ ਨੂੰ ਮਿਲਿਆ, ਨਾ ਕਿਸੇ ਹੋਰ ਨਵਾਬ ਨੂੰ, ਨਾ ਕਿਸੇ ਅਮੀਰ ਵਜ਼ੀਰ ਨੂੰ, ਕਿ ਜਿਨੇ ਇਹ ਕਿਹਾ ਹੋਵੇ ਕਿ ਮੈਂ ਗੁਰੂ ਦਾ ਸਿੱਖ ਨਹੀਂ, ਮੇਰੀ ਜਾਨ ਦੀ ਤੁਸੀਂ ਬਖਸ਼ੋ, ਮੇਰੀ ਜਾਨ ਨੂੰ ਬਖਸ਼ ਦਿਓ। ਤੇ ਸਿੱਖ ਕਿਹੜੇ ਨੇ? ਕੋਈ ਆਲੂ ਪੁੱਟਦਾ ਪਿਆ ਸੀ। ਇਤਿਹਾਸ 'ਚ ਪੜ੍ਹਦੇ ਹਾਂ ਕਿ ਗਰੀਬ ਸਿੱਖ ਨੇ ਬਾਹਰੋਂ, ਅੰਦਰੋਂ ਤੇ ਪਾਤਸ਼ਾਹ ਆਲੂ ਪੁੱਟਦੇ ਪਏ ਨੇ। ਨਾਲ ਹੀ ਹਾਕਮ ਆਏ ਤੇ ਕਹਿਣ ਲੱਗੇ ਉਹ ਭਾਈ ਤੁਸੀਂ ਕੌਣ ਜੇ? ਤੇ ਯਾਦ ਰੱਖਿਓ, ਜੇ ਤੁਸੀਂ ਕਿਹਾ ਕਿ ਅਸੀਂ ਸਿੱਖ ਹਾਂ, ਸਿੰਘ ਹਾਂ, ਖਾਲਸੇ ਹਾਂ, ਜੇ ਤੁਸੀਂ ਕਿਹਾ ਸਾਡਾ ਗੁਰੂ ਗੋਬਿੰਦ ਸਿੰਘ ਆ, ਜੇ ਤੁਸੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ, ਤੇ ਤੁਹਾਡਾ ਸਿਰ ਵੱਢ ਦਿਆਂਗੇ। ਤੇ ਸਾਰੇ ਹੱਸ ਕੇ ਮੁਸਕਰਾ ਕੇ ਕਹਿੰਦੇ ਨੇ ਤੁਸੀਂ ਸਾਨੂੰ ਵੱਢ ਨਹੀਂ ਸਕਦੇ। ਕਿਉਂ? ਕਿਉਂਕਿ ਅਸੀਂ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਕਰਕੇ ਸਰੀਰ ਤੋਂ ਉੱਪਰ ਜਾ ਚੁੱਕੇ ਹਾਂ। ਤੁਸੀਂ ਸਾਨੂੰ ਕਿਵੇਂ ਵੱਢੋਗੇ? ਇਸ ਮਿੱਟੀ ਨੂੰ ਵੱਢ ਸਕਦੇ ਹੋ ਤੇ ਵੱਢ ਦਿਓ। ਸਾਰੇ ਉਸ ਵੇਲੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਲੈ ਕੇ ਜਕਾਰਾ ਛੱਡਦੇ ਨੇ। ਉਸ ਵੇਲੇ ਤਲਵਾਰ ਚੱਲਦੀ ਹੈ ਤੇ ਸਿਰ ਵੱਢਿਆ ਜਾਂਦਾ ਹੈ। ਜਿਸ ਵੇਲੇ ਸਿਰਾਂ ਦੇ ਮੁੱਲ ਪੈ ਗਏ ਸੀ ਸਿੱਖਾਂ ਨੇ, ਉਦੋਂ ਵੀ ਆਪਣੇ ਆਪ ਨੂੰ ਇਹ ਨਹੀਂ ਕਿਹਾ ਕਿ ਅਸੀਂ ਗੁਰੂ ਦੇ ਸਿੱਖ ਨਹੀਂ।
ਤੇ ਹੁਣ ਤੇ ਤਲਵਾਰ ਕੋਈ ਨਹੀਂ ਚੱਲਦੀ ਪਈ, ਤੇ ਅਸੀਂ ਆਪਣੇ ਆਪ ਨੂੰ ਕਦੀ ਸਿੱਖ ਅਖਵਾਉਣ ਵਾਸਤੇ ਰਾਜ਼ੀ ਨਹੀਂ। ਅੰਦਰੋਂ ਅਸੀਂ ਰਾਜ਼ੀ ਕਿੱਥੇ ਆ? ਅਸੀਂ ਕਿਸੇ ਪਾਰਟੀ ਜਾਂਦੇ ਆ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੀ ਹੁੰਦਾ ਹੈ। ਦਾਸ ਜਿਸ ਵੇਲੇ ਯੂਨੀਵਰਸਿਟੀ 'ਚ ਗਿਆ, ਦਾਸ ਨੇ ਫਤਿਹ ਬੁਲਾਈ, ਉਹ ਕਹਿਣ ਲੱਗੇ ਤੁਹਾਡੇ ਧਰਮ ਵਿੱਚ ਸਤਿ ਸ਼੍ਰੀ ਅਕਾਲ ਹੀ ਚੱਲਦੀ ਹੈ। ਮੈਂ ਫਿਰ ਉਹਨਾਂ ਨੂੰ ਦੱਸਿਆ ਜੀ ਨਹੀਂ, ਸਾਡੇ ਧਰਮ ਦੇ ਵਿੱਚ ਫਤਿਹ ਪ੍ਰਵਾਨ ਆ। ਜਿਹੜਾ ਸ਼ਬਦ ਹੈ ਨਾ ਸਤ ਸ੍ਰੀ ਅਕਾਲ, ਇਹ ਮੈਦਾਨੇ ਜੰਗ ਦੇ ਵਿੱਚ ਉਸ ਵੇਲੇ ਗੁਰੂ ਕੇ ਸਿੱਖ ਉੱਚੀ ਆਵਾਜ਼ ਦੇ ਵਿੱਚ ਇਹ ਨਾਅਰਾ ਬੁਲੰਦ ਕਰਦੇ ਸੀ ਕਿ ਅਸਲ ਵਿੱਚ ਸੱਚ ਪਰਮੇਸ਼ਵਰ ਹੈ ਤੇ ਉਹ ਹੀ ਸਭ ਤੋਂ ਵੱਡਾ ਹੈ। ਅਸੀਂ ਉਸ ਦੇ ਪੁਜਾਰੀ ਹਾਂ ਤੇ ਅਸੀਂ ਨਿਹਾਲ ਹੋ ਚੁੱਕੇ ਹਾਂ, ਅਸੀਂ ਬ੍ਰਹਮ ਗਿਆਨੀ ਬਣ ਚੁੱਕੇ ਹਾਂ, ਸਾਨੂੰ ਪਰਵਾਹ ਕੋਈ ਨਹੀਂ ਮੌਤ ਦੀ। ਤੇ ਉਸ ਵੇਲੇ ਕਹਿੰਦੇ ਨੇ ਜੀਣਾ ਝੂਠ ਹੈ, ਸਤ ਸ੍ਰੀ ਅਕਾਲ, ਉਹ ਪਰਮੇਸ਼ਵਰ ਹੀ ਸੱਚ ਹੈ। ਸ੍ਰੀ ਦਾ ਅਰਥ ਹੈ ਸ਼੍ਰੋਮਣੀ, ਤੇ ਅਕਾਲ ਜੋ ਸਮੇਂ ਤੋਂ ਪਰੇ ਹੈ। ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਕੋਈ ਸ਼ਬਦ ਹੀ ਨਹੀਂ ਹੈ ਜੀ, ਪਰ ਅਸੀਂ ਕਹੀ ਜਾਂਦੇ ਹਾਂ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਗੁਰੂ ਦੇ ਹੁਕਮ ਵਿੱਚ ਆ, ਤੇਰੇ ਜੀਵਨ ਦੇ ਵਿੱਚ ਗੁਰੂ ਦਾ ਪ੍ਰਗਟ ਹੋਣਾ ਹੋਵੇ ਤੇ ਤੇਰਾ ਗੁਰੂ ਪਤਾ ਕੀ ਕਹਿੰਦਾ? ਜਦੋਂ ਕੋਈ ਸਿੱਖ ਦੂਜੇ ਸਿੱਖ ਨੂੰ ਫਤਿਹ ਬੁਲਾਏਗਾ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਉਂਦੇ ਨੇ ਅਸੀਂ ਉਸੇ ਵੇਲੇ ਪ੍ਰਗਟ ਹੋਵਾਂਗੇ। ਹੁਣ ਦੱਸੋ, ਗੁਰੂ ਨੇ ਇੰਨਾ ਵੱਡਾ ਵਚਨ ਕੀਤਾ ਤੇ ਸਿੱਖ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਵਿੱਚ ਹੀ ਤੁਰਿਆ ਫਿਰੇ, ਉੱਥੇ ਹੀ ਰਿੜਦਾ ਫਿਰੇ। ਇਹਦਾ ਮਤਲਬ ਇਹ ਹੈ ਇਸਨੂੰ ਗੁਰੂ ਦੀ ਅਸੀਸ ਨਹੀਂ ਚਾਹੀਦੀ। ਜਿਹੜਾ ਗੁਰੂ ਕਾ ਸਿੱਖ ਹੈ, ਜਿਸ ਨੂੰ ਕਲਗੀਧਰ ਪਾਤਸ਼ਾਹ ਨਾਲ ਪਿਆਰ ਹੈ, ਜੋ ਕਲਗੀਧਰ ਪਾਤਸ਼ਾਹ ਜੀ ਨੂੰ ਗਲਵੱਕੜੀ ਪਾਉਣਾ ਚਾਹੁੰਦਾ ਹੈ, ਜੋ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਸੀਸ ਧਰ ਕੇ ਤੇ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਬਾਪੂ ਕਹਿ ਕੇ ਇਹ ਕਹਿਣਾ ਚਾਹੁੰਦਾ ਹੈ ਕਿ ਦਾਤਿਆ ਹੁਣ ਬਸ ਤੂੰ ਹੀ ਹੈ ਤੇ ਤੂੰ ਸਾਡੇ ਅੰਦਰ ਖੇਡ ਵਰਤਾ ਕੇ ਤੇ ਦਾਤਿਆ ਤੂੰ ਸਾਨੂੰ ਖਾਲਸਾ ਬਣਾ ਲੈ ਤੇ ਕਿਤੇ ਤੇਰੇ ਸਵਰੂਪ ਦੇ ਵਿੱਚ ਹੀ ਜਿਉਂਦੇ ਰਹੀਏ। ਇਹ ਵਿਸ਼ੇ ਵਿਕਾਰੀ ਜੀਵਨ ਸਾਨੂੰ ਚੰਗਾ ਨਹੀਂ ਲੱਗਾ। ਜੇਕਰ ਇੱਕ ਵਾਰੀ ਵਿਸ਼ੇ ਵਿਕਾਰ ਭੋਗ ਕੇ ਅੰਦਰ ਸ਼ਾਂਤੀ ਨਹੀਂ ਨਾ ਆਈ ਤੇ ਸਮਝ ਲਵੋ ਜਿਹੜੀ ਪਹਿਲਾਂ ਮਾੜੀ ਮੋਟੀ ਸ਼ਾਂਤੀ ਸੀ ਉਹ ਵੀ ਗਰਕ ਹੋ ਜਾਣੀ, ਖਤਮ ਹੋ ਜਾਣੀ ਆ। ਇਹ ਚੀਜ਼ ਤਾਂ ਸਾਨੂੰ ਗੁਰੂ ਤੋਂ ਦੂਰ ਲੈ ਜਾਂਦੀ ਆ। ਇੱਕ ਵਾਰ ਵਿਸ਼ਾ ਭੋਗਿਆ, ਅੰਦਰ ਹਨੇਰਾ ਪੈਦਾ ਹੋਇਆ। ਹੁਣ ਅਸੀਂ ਕਾਊਂਟਿੰਗ ਕਰੀਏ ਕਿੰਨੀ ਸਾਰੀ ਜ਼ਿੰਦਗੀ 'ਚ ਅਸੀਂ ਕਿੰਨੇ ਵਿਸ਼ੇ ਭੋਗ ਲਏ ਜੀ, ਕਿੰਨੇ ਅਸੀਂ ਗੁਰੂ ਦੇ ਹੁਕਮ ਤੋਂ ਉਲਟ ਚੱਲ ਪਏ ਤੇ ਸਾਡੇ ਜੀਵਨ ਦੇ ਵਿੱਚ ਕਿੰਨੀ ਵੱਡੀ ਗਿਰਾਵਟ ਆ ਗਈ, ਕਿੰਨੀ ਵੱਡੀ ਗਿਰਾਵਟ ਆ ਗਈ। ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਕਿ ਫਤਿਹ ਬੁਲਾ ਕੇ ਤੇ ਸਾਡਾ ਪ੍ਰਗਟ ਹੋਣਾ ਹੋਏਗਾ। ਤੇ ਦੱਸੋ ਸਿੱਖ ਨੂੰ ਹੋਰ ਚਾਹੀਦਾ ਕੀ ਹੈ? ਤੇ ਸਿੱਖ ਨੂੰ ਤੇ ਫਤਿਹ ਇੰਜ ਨਹੀਂ ਬੁਲਾਉਣੀ ਚਾਹੀਦੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੰਜ ਨਾ ਸਿੱਖ ਬੋਲੇ। ਸਿੱਖ ਜਦੋਂ ਫਤਿਹ ਬੁਲਾਵੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਗੁਰੂ ਦਾ ਹੁਕਮ ਹੈ ਫਤਿਹ ਗੱਜ ਕੇ ਬੁਲਾਵੇ। ਇੰਜ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਇੰਜ ਗੁਰੂ ਮਹਾਰਾਜ ਜੀ ਦਾ ਹੁਕਮ ਮੰਨੇ ਤੇ ਫਿਰ ਗੁਰੂ ਪ੍ਰਗਟ ਕਿਉਂ ਨਾ ਹੋਏਗਾ? ਤੇ ਜੇ ਸਿੱਖ ਇਹ ਸੋਚੇ ਲੋਕੀ ਕੀ ਕਹਿਣਗੇ, ਫਿਰ ਤੂੰ ਲੋਕਾਂ ਦੇ ਚਰਨਾਂ ਤੇ ਮੱਥਾ ਟੇਕ ਲੈ, ਫਿਰ ਤੂੰ ਲੋਕਾਂ ਨੂੰ ਗੁਰੂ ਬਣਾ ਲੈ। ਫਿਰ ਦੁੱਖ ਵੇਲੇ ਤੂੰ ਗੁਰੂ ਨੂੰ ਕਿਉਂ ਯਾਦ ਕਰਦਾ? ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਬੰਦ ਖਲਾਸੀ ਭਾਣਾ ਹੋਏ, ਤੇਰੇ ਬੰਧਨਾਂ ਦੀ ਖਲਾਸੀ ਹੋ ਜਾਏਗੀ। ਗੁਰੂ ਦੇ ਹੁਕਮ ਵਿੱਚ ਆ ਜਾ, ਹੋਰ ਆਖ ਨਾ ਸਕੈ ਕੋਏ। ਗੁਰੂ ਦੇ ਹੁਕਮ ਤੋਂ ਬਿਨਾਂ ਸ੍ਰਿਸ਼ਟੀ ਵਿੱਚ ਕੋਈ ਐਸੀ ਸ਼ਕਤੀ ਨਹੀਂ ਜੋ ਤੈਨੂੰ ਪੰਜ ਵਿਸ਼ੇ ਵਿਕਾਰਾਂ ਤੋਂ ਆਜ਼ਾਦ ਕਰਾ ਸਕੇ। ਕੋਈ ਐਸੀ ਤਾਕਤ ਨਹੀਂ ਗੁਰੂ ਤੋਂ ਵੱਡੀ ਜੋ ਤੈਨੂੰ ਪਰਮੇਸ਼ਵਰ ਦੇ ਘਰ ਤੱਕ ਪਹੁੰਚਾ ਸਕੇ। ਗੁਰੂ ਤੋਂ ਵੱਡੀ ਕੋਈ ਸ੍ਰਿਸ਼ਟੀ ਦੇ ਵਿੱਚ ਸਮਰੱਥਾ ਵਾਲੀ ਹਸਤੀ ਨਹੀਂ ਜੋ ਤੈਨੂੰ ਪਰਮੇਸ਼ਵਰ ਦਾ ਸਰੂਪ ਬਣਾ ਸਕੇ। ਤੂੰ ਗੁਰੂ ਦੇ ਕੋਲ ਜਾ, ਗੁਰੂ ਨੇ ਤੈਨੂੰ ਪਰਮਾਤਮਾ ਦੇ ਕੋਲ ਲੈ ਜਾਣਾ। ਤੇ ਵੇਖੋ ਕਿੰਨਾ ਸੌਖਾ ਹੈ, ਕਿੰਨਾ ਸੌਖਾ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ 5 ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ। ਚਲੋ ਜੀ ਅਭਿਆਸ ਜਿਨ੍ਹਾਂ ਦਾ ਹੋ ਜਾਂਦਾ ਹੈ, ਅੱਧੇ ਘੰਟੇ ਵਿੱਚ 5 ਬਾਣੀਆਂ ਨਿਤਨੇਮ ਹੋ ਜਾਂਦਾ ਹੈ, ਅੱਧੇ ਘੰਟੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਹੋ ਜਾਂਦਾ ਹੈ। ਕਿਉਂਕਿ ਅਭਿਆਸ ਹੀ ਨਾ ਹੋ ਗਿਆ ਜੀ, ਉਹ ਫਿਰ ਕਰਨ ਦੀ ਲੋੜ ਨਹੀਂ ਪੈਂਦੀ। ਸੁਰਤ ਥੋੜੀ ਜਿਹੀ ਅੰਦਰ ਕਰੀਦੀ ਹੈ, ਜਾਪ ਸ਼ੁਰੂ ਹੋ ਜਾਂਦਾ ਹੈ ਉਸੇ ਵੇਲੇ ਹੀ। ਪਹਿਲਾਂ ਹੀ ਮਿਹਨਤ ਕਰਨੀ ਪੈਂਦੀ ਹੈ ਗੁਰੂ ਦੀ ਅਸੀਸ ਦੇ ਨਾਲ, ਪਰ ਤੱਕ ਆਪਣੇ ਆਪ ਹੀ ਚੱਲ ਪੈਂਦਾ। ਰਿਕਾਰਡਿੰਗ ਜਿਵੇਂ ਆਪਣੇ ਆਪ ਚੱਲ ਪੈਂਦੀ ਹੈ ਨਾ ਜੀ, ਉਸੇ ਤਰ੍ਹਾਂ ਹੀ ਚੱਲਦਾ ਹੈ।
ਤੇ ਜਿਹੜੇ ਫਰੈਸ਼ਰ ਨੇ, ਅਸੀਂ ਮੰਨ ਕੇ ਚੱਲੀਏ 1 ਘੰਟਾ ਸਵੇਰੇ ਤੇ 15-20 ਮਿੰਟ ਸ਼ਾਮ ਨੂੰ, ਤੇ ਸੌਣ ਵੇਲੇ ਆਰਾਮ ਆਪਾਂ ਸਵੇਰੇ ਵੀ ਕਰ ਸਕਦੇ ਹਾਂ। ਤੇ ਸ਼੍ਰੀ ਸੋਹਿਲੇ ਸਾਹਿਬ ਜੀ ਦੀ ਬਾਣੀ ਦਾ ਜਾਪ ਸੌਣ ਵੇਲੇ ਕਰਨਾ ਹੈ, ਇਹ ਰਾਤ ਵੇਲੇ ਦੀ ਬਾਣੀ ਨਹੀਂ ਹੈ। ਕਈ ਰਾਤ ਨੂੰ ਜੌਬ ਕਰਦੇ ਨੇ ਤੇ ਉਹਨਾਂ ਨੇ ਦਿਨੇ ਸੌਣਾ ਹੋਵੇ, ਤੇ ਸ਼੍ਰੀ ਸੋਹਿਲੇ ਸਾਹਿਬ ਜੀ ਦਾ ਜਾਪ ਕਰਕੇ ਫਿਰ ਆਰਾਮ ਕਰ। 1.5 ਘੰਟੇ ਤੋਂ ਪਹਿਲਾਂ ਨਿਤਨੇਮ ਹੋ ਜਾਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ, ਤੂੰ ਹੁਕਮ ਦੇ ਵਿੱਚ ਆ, ਜੋ ਤੈਨੂੰ ਚਾਹੀਦਾ ਹੈ ਮੈਂ ਬੈਠਾ ਹਾਂ ਦੇਣ ਵਾਲਾ। ਮਹਾਰਾਜ ਜੀ ਗਾਰੰਟੀ ਭਰਦੇ ਪਏ। ਤੇ ਹੋਰ ਸਿੱਖ ਨੂੰ ਚਾਹੀਦਾ ਕੀ ਹੈ ਜੀ? 24 ਘੰਟਿਆਂ ਚੋਂ ਤੂੰ 22.5 ਘੰਟੇ ਤੂੰ ਕੰਮ ਧੰਦਾ ਕਰ, ਤੂੰ ਪਰਿਵਾਰ 'ਚ ਵਿਚਰ, ਹੱਸ ਖੇਡ। ਐਵੇਂ ਨਹੀਂ ਕਹਿਣਾ, ਇੰਜ ਨਹੀਂ ਕਹਿਣਾ ਤੁਸੀਂ ਸਾਰੇ ਪਾਪਾਂ ਦੇ ਭਾਗੀ ਹੋ, ਆਪਾਂ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਆ, ਇਹ ਤੁਸੀਂ ਸਾਰਾ ਪਰਿਵਾਰ ਰੱਬ ਦੇ ਰਸਤੇ 'ਚ ਰੁਕਾਵਟ ਹੋ। ਨਹੀਂ, ਇਹਨਾਂ ਨੂੰ ਦੇਖ ਕੇ ਗੁਰੂ ਨੂੰ ਯਾਦ ਕਰੋ, ਸ਼ੁਕਰ ਕਰੋ। ਜੇਕਰ ਪਤੀ ਗੁੱਸੇ 'ਚ ਆ ਜਾਂਦਾ ਹੈ, ਉਸੇ ਵੇਲੇ ਪਤਨੀ ਯਾਦ ਕਰੇ ਕਿ ਪਲੱਸ ਪੁਆਇੰਟ ਕਿਹੜੇ ਨੇ, ਪੋਜ਼ਿਟਿਵਿਟੀ ਕੀ ਹੈ ਮੇਰੇ ਪਤੀ ਵਿੱਚ। ਆਪ ਜੀ ਪੋਜ਼ਿਟਿਵਿਟੀ ਦੇਖੋਗੇ, ਤੁਹਾਨੂੰ ਗੁੱਸਾ ਹੀ ਨਹੀਂ ਆਏਗਾ। ਤੇ ਜੇਕਰ ਪਤਨੀ ਥੋੜੀ ਜਿਹੀ ਗੁੱਸੇ 'ਚ ਆ ਗਈ, ਤੇ ਉਸ ਵੇਲੇ ਅਸੀਂ ਇਹ ਮਹਿਸੂਸ ਕਰੀਏ ਕਿ ਭਾਵੇਂ ਇਹਨੂੰ ਗੁੱਸਾ ਆ ਗਿਆ, ਇਹਨੇ ਕੋਈ ਸ਼ਬਦ ਬੋਲ ਵੀ ਦਿੱਤਾ, ਕੋਈ ਗੱਲ ਨਹੀਂ, ਫਿਰ ਕੀ ਆ ਜੀ? ਘਰ ਇਹ ਸਾਂਭਦੀ ਪਈ ਆ, ਬੱਚਿਆਂ ਨੂੰ ਜਨਮ ਇਹਨੇ ਦਿੱਤਾ। ਤੇ ਇੱਕ ਸੰਤਾਨ ਨੂੰ ਸ੍ਰਿਸ਼ਟੀ ਵਿੱਚ ਲਿਆਉਣਾ ਮੰਨਿਆ ਜਾਂਦਾ ਹੈ ਕਿ ਮਾਂ ਜਨਮ ਤੇ ਮਰਨ ਦੇ ਵਿਚਕਾਰਲੇ ਰਸਤੇ ਥਾਣੀ ਲੰਘਦੀ ਹੈ। ਬੱਚਿਆਂ ਨੂੰ ਜਨਮ ਦਿੱਤਾ, ਬੱਚਿਆਂ ਨੂੰ ਪਾਲਿਆ ਪੋਸਿਆ, ਬੱਚਿਆਂ ਨੂੰ ਲਿਆਕਤ ਸਿਖਾਈ। ਤੇ ਜੇਕਰ ਪਤਨੀ ਇੰਨਾ ਕੁਝ ਕਰਦੀ ਹੈ, ਇੰਨਾ ਕੁਝ ਕੀਤਾ, ਤੇ ਜੇ ਗੁੱਸੇ 'ਚ ਬੋਲ ਵੀ ਦਿੱਤਾ, ਫਿਰ ਕੀ ਹੋ ਗਿਆ? ਤੇ ਆਪਣਿਆਂ ਨਾਲ ਹੀ ਥੋੜਾ ਮੋੜ ਮੁਟਾਵ ਹੁੰਦਾ ਹੈ। ਜਦੋਂ ਕਿਸੇ ਨੂੰ ਗੁੱਸਾ ਆਵੇ, ਸਮਝ ਲਵੋ ਅੰਦਰ ਵੀਕਨੈਸ ਆ ਗਈ। ਗੁੱਸੇ ਵਿੱਚ ਨਾ ਆਓ, ਉਸੇ ਵੇਲੇ ਦੂਸਰੇ ਦੀ ਆਤਮਾ ਦੇ ਉੱਤੇ ਤਰਸ ਕਰੋ। ਉੱਥੇ ਤੁਹਾਡੇ ਕੰਪੈਸ਼ਨ ਦੀ ਲੋੜ ਹੈ, ਉੱਥੇ ਤੁਹਾਨੂੰ ਕੰਟੈਂਟਮੈਂਟ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਉਸ ਵੇਲੇ ਤੂੰ ਦਇਆ ਭਾਵ ਵਿੱਚ ਆ, ਤੂੰ ਮਹਿਸੂਸ ਕਰ ਕ੍ਰੋਧ ਨੇ ਹਮਲਾ ਕਰ ਦਿੱਤਾ। ਹੁਣ ਜਦੋਂ ਕਿਸੇ ਤੇ ਕੋਈ ਹਮਲਾ ਕਰੇ, ਅਸੀਂ ਸੌਖੇ ਢੰਗ ਨਾਲ ਸਮਝ ਲਈਏ, ਸੌਖੇ ਢੰਗ ਨਾਲ ਮੰਨ ਲਓ ਸਾਹਮਣੇ ਪਤਨੀ ਖੜੀ ਹੈ, ਪਤਨੀ ਦੇ ਉੱਤੇ ਕਿਸੇ ਨੇ ਹਮਲਾ ਕਰ ਦਿੱਤਾ, ਤੇ ਅਸੀਂ ਉਸ ਵੇਲੇ ਪਤਨੀ ਦੇ ਅੱਗੇ ਗੁੱਸੇ ਨਾਲ ਬੋਲਾਂਗੇ? ਕਿਸੇ ਨੇ ਹਮਲਾ ਕੀਤਾ, ਅਸੀਂ ਕੋਸ਼ਿਸ਼ ਇਹੀ ਕਰਾਂਗੇ ਨਾ, ਜੋ ਹਮਲਾਵਰ ਹੋ ਕੇ ਆਈ ਹੈ ਜਾਂ ਆਇਆ ਹੈ, ਉਸ ਨੂੰ ਦੂਰ ਕੀਤਾ ਜਾਏ। ਉਸ ਨੂੰ ਦੂਰ ਹੀ ਕੀਤਾ ਜਾ ਸਕਦਾ ਹੈ ਉਸ ਵੇਲੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕ੍ਰੋਧ ਨੇ ਹਮਲਾ ਕਰ ਦਿੱਤਾ ਹੈ, ਭਾਈ ਗੁੱਸਾ ਨਾ ਕਰ। ਉਸ ਵੇਲੇ ਆਤਮਾ ਵਿੱਚ ਕਮਜ਼ੋਰੀ ਆ ਗਈ, ਤੂੰ ਉਹਦੇ ਸ਼ੁਭ ਗੁਣਾਂ ਨੂੰ ਯਾਦ ਕਰ, ਤੈਨੂੰ ਗੁੱਸਾ ਆਏਗਾ ਹੀ ਨਹੀਂ। ਸ਼ੁਭ ਗੁਣਾਂ ਨੂੰ ਚੇਤੇ ਕਰ। ਤੇ ਸਾਡੇ ਕੋਲ ਸਮਾਂ ਇੰਨਾ ਨਹੀਂ ਹੈ ਕਿ ਅਸੀਂ ਗੁੱਸਾ ਕਰਦੇ ਫਿਰੀਏ, ਸ਼ਕਤੀ ਅਸੀਂ ਆਪਣੀ ਅੰਦਰੋਂ ਖਰਾਬ ਕਰੀਏ, ਬਿਮਾਰੀ ਦੇ ਵੱਸ ਹੋ ਜਾਈਏ। ਸਾਡੇ ਕੋਲ ਤੇ ਸਮਾਂ ਹੀ ਬੜਾ ਥੋੜ੍ਹਾ ਹੈ। ਵੱਧ ਤੋਂ ਵੱਧ 80 ਸਾਲ, 100 ਸਾਲ, 110 ਸਾਲ, ਹੋਰ ਕਿੰਨਾ ਕੁ ਸਮਾਂ ਭਗਤੀ ਕਰ ਲਈਏ। ਹੁਣ ਗੁੱਸਾ ਬਹੁਤ ਜੂਨਾਂ 'ਚ ਕਰ ਲਿਆ। ਕਦੀ ਕੁੱਤੇ ਬਣ ਕੇ ਅਸੀਂ ਗੁੱਸਾ ਕਰ ਲਿਆ, ਕਦੀ ਸੱਪ ਬਣ ਕੇ ਗੁੱਸਾ ਕਰ ਲਿਆ। ਜੇ ਉਹਨਾਂ ਜੂਨਾਂ ਵਿੱਚ ਗੁੱਸਾ ਕਰਕੇ ਕੁਝ ਨਹੀਂ ਮਿਲਿਆ, ਤੇ ਇਸ ਜੀਵਨ ਵਿੱਚ ਵੀ ਕੁਝ ਨਹੀਂ ਮਿਲਦਾ। ਜਦੋਂ ਕਿਸੇ ਨੂੰ ਗੁੱਸਾ ਆਵੇ, ਫੀਲ ਕਰੋ ਅੰਦਰ ਵੀਕ ਹੋ ਗਿਆ, ਅੰਦਰ ਪੋਜ਼ਿਟਿਵਿਟੀ ਘਟ ਗਈ। ਤੇ ਉਸ ਆਤਮਾ ਵਾਸਤੇ ਇੱਕ ਪਾਠ ਕਰੋ, ਭਾਵੇਂ ਸ਼੍ਰੀ ਮੂਲ ਮੰਤਰ ਸਾਹਿਬ ਦਾ ਪਾਠ ਕਰੋ। ਇਹ ਗੁਰੂ ਨਾਨਕ ਦਾ ਧਰਮ ਹੈ ਜੀ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਭਾਈ ਪਰਮੇਸ਼ਵਰ ਦੇ ਹੁਕਮ ਤੋਂ ਬਿਨਾ ਕਿਸੇ ਦਾ ਵੀ ਛੁਟਕਾਰਾ ਨਹੀਂ ਹੋ ਸਕਦਾ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ। ਜੋ ਅਲਫਾਜ਼ ਹੈ ਨਾ, ਖਾਇਕ ਦਾ ਅਰਥ ਹੁੰਦਾ ਹੈ ਐਸਾ ਬੰਦਾ ਜੋ ਡੁਐਲਿਟੀ ਵਿੱਚ ਰਹਿੰਦਾ ਹੈ, ਜੋ ਡਬਲ ਮਾਈਂਡਡ ਰਹਿੰਦਾ ਹੈ। ਉਸੇ ਨੂੰ ਆਖਿਆ ਜਾਂਦਾ ਹੈ ਕੱਚਾ ਬੰਦਾ। ਵਚਨ ਕਰੇ ਤਾਂ ਖਿਸਕ ਜਾਏ, ਬੋਲੇ ਸਭ ਕੱਚਾ, ਉਸ ਨੂੰ ਬੋਲਿਆ ਜਾਂਦਾ ਕੱਚਾ। ਜੋ ਆਪਣੇ ਬਚਨਾਂ ਦੇ ਉੱਤੇ ਸਟੇਬਲ ਨਹੀਂ ਹੈ, ਬਚਨਾਂ ਦੇ ਉੱਤੇ ਖੜਾ ਨਹੀਂ ਹੈ। ਖਾਇਕ ਦਾ ਅਰਥ ਹੁੰਦਾ ਹੈ ਐਸਾ ਮਨੁੱਖ ਜੋ ਗੁਰੂ ਦੀ ਗੱਲ ਨਹੀਂ ਮੰਨਦਾ।
ਇਸ ਦੇ ਤਕਰੀਬਨ 12-13 ਅਰਥ ਨੇ, ਵੱਖੋ ਵੱਖਰੇ ਅਰਥ ਨੇ, ਪਰ ਅਸੀਂ ਇੰਨਾ ਹੀ ਸਮਝ ਲਈਏ, ਜੋ ਗੁਰੂ ਦੇ ਹੁਕਮ ਤੋਂ ਉਲਟ ਹੈ, ਮਨ ਮਤ ਕਰਦਾ ਹੈ, ਆਪਣੇ ਜੀਵਨ ਦੇ ਵਿੱਚ ਸੱਚਾਈ ਤੋਂ ਕੋਹਾਂ ਦੂਰ ਹੈ, ਸਮਝ ਹੈ ਕਿ ਸੱਚ ਦੇ ਮਾਰਗ ਤੇ ਤੁਰਨਾ ਇਵੇਂ ਹੈ, ਪਰ ਉਹ ਤੁਰ ਕੇ ਰਾਜੀ ਨਹੀਂ। ਤੇ ਜਿਹਦੇ ਜੀਵਨ ਦੇ ਵਿੱਚ ਕੱਚਿਆਈ ਹੈ, ਵਿਸ਼ੇ ਵਿਕਾਰਾਂ ਦੇ ਅਧੀਨ ਹੈ, ਉਸ ਨੂੰ ਆਖਿਆ ਜਾਂਦਾ ਹੈ ਖਾਇਕ। ਕਹਿੰਦੇ ਨੇ ਜੇਕਰ ਕੋਈ ਬੰਦਾ ਜੇ ਕੋ ਖਾਇਕ ਆਖਣ ਪਾਏ, ਜੇਕਰ ਹੁਣ ਕੋਈ ਬੰਦਾ ਇਹ ਗੱਲ ਕਹੇ ਕਿ ਦੇਖੋ ਜੀ ਪਿਆਰ ਦੇ ਨਾਲ ਰਹੋ, ਗੁਰੂ ਕੋਲ ਜਾਣ ਦੀ ਲੋੜ ਹੀ ਨਹੀਂ। ਤੁਹਾਨੂੰ ਮੈਂ ਇੱਕ ਤਰੀਕਾ ਦੱਸਦਾ ਹਾਂ ਜਿਸ ਤਰੀਕੇ ਨਾਲ ਵਿਸ਼ੇ ਵਿਕਾਰਾਂ ਤੋਂ ਖਲਾਸੀ ਪਾਈ ਜਾ ਸਕਦੀ ਹੈ। ਤੁਸੀਂ ਬਸ ਕਿਰਤ ਕਰੋ, ਕਮਾਈ ਕਰੋ, ਪਰਿਵਾਰ 'ਚ ਬੈਠੋ, ਮੂਵੀ ਵਗੈਰਾ ਦੇਖੋ, ਘੁੰਮਣ ਫਿਰਨ ਲਈ ਜਾਓ, ਬਸ ਪਿਆਰ ਦੇ ਵਿੱਚ ਚੰਗਾ ਖਾਓ, ਚੰਗਾ ਪੀਓ, ਚੰਗਾ ਹੱਸੋ, ਚੰਗਾ ਖੇਡੋ। ਬਸ ਇਹਦੇ ਨਾਲ ਬੰਦਾ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦਾ ਹੈ। ਜੋ ਗੁਰਮਤਿ ਦਾ ਇੰਜੋਏ ਹੈ ਉਹ ਉਹੋ ਜਿਹਾ ਨਹੀਂ ਹੈ। ਹੁਣ ਸਾਡੇ ਜਿਹੜੇ ਪ੍ਰਚਾਰਕ ਨੇ ਨਾ, ਬੜੇ ਭੋਲੇ ਪ੍ਰਚਾਰਕ ਨੇ, ਆਪ ਜੀ ਨੂੰ ਪਤਾ ਹੋਏਗਾ ਨਾ, ਕੁਝ ਐਸੇ ਪ੍ਰਚਾਰਕ ਨੇ ਜੋ ਕਿ ਵੈਸਟਰਨ ਲਾਈਫ ਸਟਾਈਲ ਤੋਂ ਇੰਨੇ ਕੁ ਅਟਰੈਕਟਿਵ ਹੋ ਚੁੱਕੇ ਨੇ, ਅਟਰੈਕਟ ਹੋ ਚੁੱਕੇ ਨੇ, ਪ੍ਰਭਾਵਿਤ ਹੋ ਚੁੱਕੇ ਨੇ। ਉਹ ਹੁਣ ਗੁਰੂ ਦੀਆਂ ਸਿਫਤਾਂ ਘੱਟ ਕਰਦੇ ਨੇ। ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਜੇਕਰ ਦੇਖਣਾ ਹੋਵੇ ਜੀਵਨ ਤੇ ਗੋਰਿਆਂ ਦਾ ਦੇਖੋ। ਕੀ ਦੇਖੀਏ ਜੀ? 5 ਦਿਨ ਕਮਾਉਂਦੇ ਨੇ, 2 ਦਿਨ ਡੋਂਦੇ ਨੇ। ਇਹ ਕਿਹੋ ਜਿਹਾ ਜੀਵਨ ਹੋਇਆ? 5 ਦਿਨ ਕਮਾਉਂਦੇ ਨੇ ਤੇ 2 ਦਿਨ ਉਡਾਉਂਦੇ ਨੇ। 2 ਦਿਨ ਕਹਿੰਦੇ ਨੇ ਖਾਓ ਪੀਓ ਹੱਸੋ ਖੇਡੋ, ਆਪਾਂ ਜੋੜ ਕੇ ਕੀ ਕਰਨਾ। ਇਸ ਕਰਕੇ ਗੋਰਿਆਂ ਤੋਂ ਸਾਨੂੰ ਗੁਰਮਤਿ ਦੀ ਸਿੱਖਿਆ ਲੈਣੀ ਚਾਹੀਦੀ ਆ। ਉਹ ਭਰਾਵਾ, ਇੱਥੇ ਤੇ ਕੋਈ ਸਾਧੂ ਬਣ ਕੇ ਤੇ ਅਖੀਰਲੀ ਪੌੜੀ ਤੇ ਵੀ ਪਹੁੰਚ ਜਾਏ ਤੇ ਉਹਦੇ ਵਾਸਤੇ ਵੀ ਗੁਰੂ ਮਹਾਰਾਜ ਜੀ ਇਹ ਕਹਿ ਕੇ ਰਾਜੀ ਨਹੀਂ ਕਿ ਵਾਕਈ ਗੁਰਮਤਿ ਨੂੰ ਜਾਣ ਗਿਆ ਹੈ। ਤੇ ਖਾ ਲਿਆ, ਕਮਾ ਲਿਆ ਤੇ ਉਡਾ ਲਿਆ, ਸ਼ਰਾਬਾਂ ਪੀ ਲਈਆਂ, ਪੱਬਾਂ 'ਚ ਚਲੇ ਗਏ, ਇਸ ਨੂੰ ਇੰਜੋਏ ਕਹਿੰਦੇ ਆ? ਇਸ ਨੂੰ ਬੇੜਾ ਗਰਕ ਕਹਿੰਦੇ ਨੇ। ਤੇਰੇ ਜੀਵਨ ਦਾ ਬੇੜਾ ਗਰਕ ਹੋ ਗਿਆ, ਤੈਨੂੰ ਪਤਾ ਹੀ ਨਹੀਂ ਤੂੰ ਕੌਣ ਹੈ। ਸਰੀਰ ਤੇਰਾ ਕੁਝ ਹੋਰ ਹੈ, ਬੁੱਧੀ ਤੇਰੀ ਕੁਝ ਹੋਰ ਹੈ, ਆਤਮਾ ਤੇਰੀ ਹੋਰ ਹੈ, ਅੰਤਸ਼ਕਰਨ ਹੋਰ ਹੈ, ਹਰ ਚੀਜ਼ ਹੋਰ ਹੈ। ਜਿਸ ਬੰਦੇ ਨੂੰ ਆਪਣੇ ਆਪ ਦਾ ਹੀ ਨਹੀਂ ਪਤਾ, ਅਸੀਂ ਉਸ ਨੂੰ ਡਿਵੈਲਪ ਬੰਦਾ ਕਹਾਂਗੇ? ਅਸੀਂ ਉਸ ਨੂੰ ਕੀ ਕਹਾਂਗੇ ਜੀ? ਤੇ ਉਹ ਭਾਈ ਸਾਹਿਬ ਕਹਿੰਦੇ ਨੇ, ਪਰਮੇਸ਼ਵਰ ਦਵਾਰ ਵਾਲੇ ਸਤਿਕਾਰਯੋਗ ਨੇ, ਕਹਿੰਦੇ ਨੇ ਕਿ ਗੋਰਿਆਂ ਤੋਂ ਸਿੱਖੋ, ਗੋਰਿਆਂ ਤੋਂ ਸਿੱਖੋ, ਗੋਰਿਆਂ ਤੋਂ ਸਿੱਖੋ। ਫਿਰ ਗੁਰੂ ਕੋਲ ਕੀ ਕਰਨ ਜਾਣਾ ਜੀ? ਕਿਤੇ ਨਹੀਂ ਗੁਰਬਾਣੀ 'ਚ ਲਿਖਿਆ ਕਿ ਗੋਰਿਆਂ ਕੋਲੋਂ ਸਿੱਖਿਆ ਲੈ ਲਓ। ਕਿਤੇ ਨਹੀਂ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਕਿ ਫਲਾਣੇ ਦੇਸ਼ ਵਾਲੇ ਕੋਲ ਸਿੱਖਿਆ ਲੈ ਲਓ। ਮਹਾਰਾਜ ਜੀ ਕਹਿੰਦੇ ਨੇ ਗੁਰੂ ਤੋਂ ਇਲਾਵਾ, ਮਹਾਂਪੁਰਖਾਂ ਤੋਂ ਇਲਾਵਾ ਤੂੰ ਕਿਸੇ ਕੋਲੋਂ ਸਿੱਖਿਆ ਨਹੀਂ ਲੈ ਸਕਦਾ, ਨਹੀਂ ਲੈ ਸਕਦਾ, ਕਿਉਂਕਿ ਜਿਹਦੇ ਕੋਲ ਰੂਹਾਨੀ ਜੀਵਨ ਹੀ ਨਹੀਂ ਹੈ ਤੂੰ ਉਹਦੀ ਸਿਫਤ ਕਰੇ। ਤੇ ਆਪ ਜੀ ਨੂੰ ਪਤਾ ਹੋਵੇਗਾ ਸਭ ਤੋਂ ਵੱਧ ਆਤਮ ਹੱਤਿਆਵਾਂ ਬਾਹਰਲੇ ਦੇਸ਼ਾਂ 'ਚ ਹੁੰਦੀਆਂ ਨੇ। ਤੇ ਆਤਮ ਹੱਤਿਆਵਾਂ ਪਤਾ ਕਿਉਂ ਹੁੰਦੀਆਂ ਨੇ? ਹੁਣ ਅਨੇਕਾਂ ਲੋਕ ਨੇ, ਦਾਸ ਦੀ ਸਟੱਡੀ ਦਾ ਹੀ ਹਿੱਸਾ ਹੈ, ਉਹਦੇ ਵਿੱਚ ਆਉਂਦਾ ਹੈ ਕਿ ਕਿਸੇ ਬੰਦੇ ਨੇ 2 ਮਿਲੀਅਨ ਪੈਸਾ ਇਕੱਠਾ ਕੀਤਾ, ਆਤਮ ਹੱਤਿਆ ਕਰ ਲਈ। ਕਿਉਂ? ਉਹ ਸੋਚਦਾ ਸੀ ਕਿ ਮੈਂ ਗਰੀਬ ਹਾਂ ਤੇ ਸ਼ਾਇਦ ਅਮੀਰ ਹੋ ਕੇ ਸੁਖੀ ਹੋ ਜਾਵਾਂਗਾ। ਤੇ ਕਹਿੰਦਾ ਜਿਉਂ-ਜਿਉਂ ਮੈਂ ਪੈਸਾ ਕਮਾਈ ਗਿਆ, ਮੇਰੇ ਅੰਦਰ ਚੈਨ ਘਟਣਾ ਸ਼ੁਰੂ ਹੋ ਗਿਆ, ਸ਼ਾਂਤੀ ਘਟਣੀ ਸ਼ੁਰੂ ਹੋ ਗਈ। ਫਿਰ ਮੈਂ ਸੋਚਿਆ ਕਿ ਵਿਸ਼ੇ ਵਿਕਾਰ ਭੋਗ ਕੇ ਰੋਜ਼ ਹੀ ਨਵੇਂ ਤੋਂ ਨਵਾਂ ਵਿਸ਼ਾ ਭੋਗਿਆ ਜਾਵੇ, ਨਵੇਂ ਤੋਂ ਨਵੇਂ ਸਰੀਰ ਦੇ ਨਾਲ, ਉਹਦੇ ਨਾਲ ਸੁੱਖ ਮਿਲੇਗਾ। ਉਹਨੇ ਫਿਰ ਕਹਿੰਦਾ ਹੈ ਕਿ ਮੈਂ ਤਕਰੀਬਨ 5 ਤੋਂ 6 ਬਿਲੀਅਨ ਡਾਲਰ ਮੈਂ ਵਿਸ਼ੇ ਵਿਕਾਰਾਂ ਵਿੱਚ ਹੀ ਭੋਗਿਆ। ਉੱਚ ਕੋਟੀ ਦੀਆਂ ਬੇਸਵਾਵਾਂ ਬੁਲਾਈਆਂ ਗਈਆਂ ਜੋ 40-40 ਹਜ਼ਾਰ ਡਾਲਰ ਚਾਰਜ ਕਰਦੀਆਂ ਨੇ। ਉਹ ਕਹਿੰਦਾ ਕਿ ਮੈਂ ਸਾਰੇ ਵਿਸ਼ੇ ਵਿਕਾਰ ਭੋਗ ਲਏ, ਨਾ ਸੁੱਖ ਪੈਸਾ ਕਮਾ ਕੇ ਇਕੱਠਾ ਕਰਨ ਵਿੱਚ ਮਿਲਿਆ, ਨਾ ਵਿਸ਼ੇ ਵਿਕਾਰਾਂ ਨੂੰ ਭੋਗਣ ਵਿੱਚ ਮਿਲਿਆ। ਤੇ ਉਹ ਕਹਿੰਦੇ ਨੇ ਅਖੀਰ ਤੇ ਜੇ ਸੁੱਖ ਮਿਲਿਆ ਨਹੀਂ, ਉਸ ਬੰਦੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਹਰ ਬੰਦਾ ਸੁੱਖ ਲੱਭਦਾ, ਪਰ ਸੁੱਖ ਲੱਭਦਾ ਪਿਆ ਆ ਨਾਲੀ ਵਿੱਚੋਂ। ਹੁਣ ਨਾਲੀ ਦੇ ਵਿੱਚ ਹੱਥ ਪਾ ਕੇ ਬੰਦਾ ਕਹੇ ਕਿ ਸਮੁੰਦਰ ਦੇ ਵਿੱਚ ਵੀ ਪਾਣੀ ਤੇ ਨਾਲੀ ਵਿੱਚ ਵੀ ਪਾਣੀ ਆ,
ਉਹਦੇ ਵਿੱਚ ਵੀ ਹੀਰੇ ਮੋਤੀ ਜਵਾਹਰਾਤ ਨੇ, ਇਹਦੇ ਵਿੱਚ ਵੀ ਨਿਕਲਣਗੇ। ਤੇ ਨਾਲੀ ਵਿੱਚੋਂ ਕੀ ਨਿਕਲਣਾ ਹੈ, ਆਪਦੇ ਸਭ ਸਿਆਣੇ ਆ, ਉੱਥੋਂ ਕੀ ਨਿਕਲੇਗਾ ਜੀ? ਚਿੱਕੜ ਹੀ ਨਿਕਲੇਗਾ। ਤੇ ਸਮੁੰਦਰ ਦੇ ਵਿੱਚੋਂ ਰਤਨ ਪ੍ਰਗਟ ਹੋਣਗੇ। ਇਹ ਗੁਰੂ ਕੀ ਬਾਣੀ ਵਿੱਚੋਂ ਰੂਹਾਨੀਅਤ ਪ੍ਰਗਟ ਹੋਏਗੀ। ਇਸ ਕਰਕੇ ਲਾਈਫ ਸਟਾਈਲ ਕਿਸੇ ਦੇਸ਼ ਦਾ ਅਖਤਿਆਰ ਕਰਨ ਦਾ ਸਿੱਖ ਨੂੰ ਆਦੇਸ਼ ਨਹੀਂ। ਲਾਈਫ ਸਟਾਈਲ ਸਿਰਫ ਗੁਰੂ ਮਹਾਰਾਜ ਜੀ ਦੇ ਹੁਕਮ ਅਨੁਸਾਰ। ਤੇ ਮਹਾਰਾਜ ਜੀ ਕਹਿੰਦੇ ਨੇ, ਜੇ ਹੁਣ ਕੋਈ ਬੰਦਾ ਇਹ ਦੱਸਣ ਦਾ ਯਤਨ ਕਰੇ, ਮੂਰਖ ਬੰਦਾ, ਕੱਚਾ ਬੰਦਾ, ਕਿ ਅਸਲ ਵਿੱਚ ਜ਼ਿੰਦਗੀ ਇਹ ਬਤੀਤ ਕਿਵੇਂ ਕਰਨੀ ਆ, ਉਹ ਕਹਿੰਦੇ ਹੈ ਕਿ ਮੇਰੀ ਬੇਨਤੀ ਆ ਕਿ ਤੁਸੀਂ ਇੱਕ ਇੱਕ ਕੁੱਤਾ ਜ਼ਰੂਰ ਰੱਖੋ। ਇਹ ਗੁਰਮਤਿ ਦਾ ਹਿੱਸਾ ਹੈ। ਉਹ ਭਾਈ ਤੂੰ ਪ੍ਰਚਾਰਕ ਆ, ਪਰਮੇਸ਼ਵਰ ਦੁਆਰ ਵਾਲਿਆ, ਵੈਸੇ ਇਹ ਨਾਮ ਤੈਨੂੰ ਸ਼ੋਭਦਾ ਤੇ ਹੈ ਨਹੀਂ, ਪਰ ਫਿਰ ਵੀ ਠੀਕ ਆ, ਅਸੀਂ ਸਤਿਕਾਰ ਕਰਦੇ ਹਾਂ। ਤੂੰ ਕਹਿੰਦਾ ਕਿ ਹੁਣ ਸਿੱਖ ਇੱਕ ਕੁੱਤਾ ਜ਼ਰੂਰ ਰੱਖੋ। ਹੁਣ ਤੂੰ ਕਦੀ ਕਹਿੰਦਾ ਕਿ ਵੇਖੋ ਉੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਪੈਸੇ ਉਡਾਉਂਦੇ ਨੇ, ਤੁਸੀਂ ਵੀ ਉਡਾਓ। ਤੂੰ ਪ੍ਰਚਾਰਕ ਹੈ, ਤੂੰ ਕੋਈ ਨਿਊਜ਼ ਰਿਪੋਰਟਰ ਨਹੀਂ ਹੈ, ਤੂੰ ਕੋਈ ਨਾਟਕਕਾਰ ਨਹੀਂ ਹੈ। ਇਸ ਕਰਕੇ ਆਪਣੀ ਅਹਿਮੀਅਤ ਨੂੰ ਸਮਝ, ਆਪਣੀ ਪਦਵੀ ਨੂੰ ਦੇਖ। ਮਹਾਰਾਜ ਜੀ ਕਹਿੰਦੇ ਨੇ, ਓਏ ਮੂਰਖਾ, ਤੂੰ ਮਾਇਆ ਦੇ ਛੁਟਕਾਰੇ ਦੀ ਗੱਲ ਕਰਦਾ ਹੈ। ਛੁਟਕਾਰੇ ਦੀ ਗੱਲ ਕੀਤੀ, ਦੇਖੋ ਅਸੀਂ ਸਾਰੇ ਮੋਹ 'ਚ ਫਸੇ ਹਾਂ। ਬਾਹਰਲੇ ਦੇਸ਼ਾਂ 'ਚ ਕੋਈ ਮੋਹ ਨਹੀਂ ਹੈ। ਬੱਚਾ ਜਦੋਂ 18 ਸਾਲ ਦਾ ਹੁੰਦਾ ਜਿੱਥੇ ਮਰਜ਼ੀ ਜਾ ਸਕਦਾ, ਉਹਨਾਂ 'ਚ ਮੋਹ ਹੈ ਹੀ ਨਹੀਂ। ਕੋਈ ਬ੍ਰਹਮ ਗਿਆਨੀ ਤੋਂ ਬਿਨਾਂ ਮੋਹ ਤੋਂ ਰਹਿਤ ਹੋ ਸਕਦਾ ਹੈ? ਕੋਈ ਹੋ ਸਕਦਾ ਰਹਿਤ? ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਨੇ, ਓਏ ਮੂਰਖਾ, ਜਿਹੜੀ ਤੇਰੀ ਵਿਆਖਿਆ ਹੈ ਨਾ, ਤੇਰੀ ਵਿਆਖਿਆ ਗੁਰੂ ਦੇ ਅਨੁਸਾਰ ਨਹੀਂ। ਜੇ ਕੋ ਖਾਇਕ, ਜੇ ਕੋਈ ਕੱਚਾ ਬੰਦਾ, ਮੂਰਖ ਬੰਦਾ ਮਨਮਤ ਅਨੁਸਾਰ ਆਖਣ ਪਾਏ, ਇਹ ਦੱਸਣ ਦਾ ਯਤਨ ਕਰੇ ਕਿ ਤੁਸੀਂ ਰੱਬ ਦੇ ਘਰ ਤੱਕ ਕਿਵੇਂ ਪਹੁੰਚਣਾ ਹੈ, ਉਹ ਜਾਣੈ ਜੇਤੀਆ ਮੋਹੇ ਖਾਏ। ਕਹਿਣ ਲੱਗੇ ਉਹਦੀ ਮਨਮਤ ਦੇ ਅਨੁਸਾਰ ਉਹਨੂੰ ਦਰਗਾਹ ਦੇ ਵਿੱਚੋਂ ਚੋਟਾਂ ਮਿਲਣਗੀਆਂ, ਉਹਨੂੰ ਠੋਕਰਾਂ ਮਿਲਣਗੀਆਂ। ਤੇ ਕਹਿੰਦੇ ਨੇ ਇੱਥੇ ਸ਼ਬਦ ਹੈ ਉਹ ਜਾਣੈ। ਉਹ ਤਾਂ ਉਹ ਬੰਦਾ ਜਾਣਦਾ ਹੈ ਜਿਹਦੇ ਉੱਤੇ ਉਹ ਚੋਟਾਂ ਪਈਆਂ। ਜੇਤੀਆ ਮੋਹੇ ਖਾਏ, ਉਹਦੇ ਮੂੰਹ ਦੇ ਉੱਤੇ ਤਰ੍ਹਾਂ ਤਰ੍ਹਾਂ ਦੀ ਵਿਸ਼ੇ ਵਿਕਾਰ ਦੀਆਂ ਚੋਟਾਂ ਪੈਣਗੀਆਂ। ਫਿਰ ਐਸਾ ਬੰਦਾ ਅਤ ਦਾ ਦੁਖੀ ਹੋਏਗਾ। ਉਹਦੇ ਕੋਲ ਕੋਈ ਵੀ ਹੋਰ ਵਸੀਲਾ ਨਹੀਂ ਹੋਏਗਾ ਇਸ ਕੂੜ ਤੋਂ, ਇਸ ਝੂਠ ਤੋਂ, ਇਹਨਾਂ ਚੋਟਾਂ ਤੋਂ ਬਚਣ ਦਾ, ਸਿਵਾਏ ਗੁਰੂ ਤੋਂ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕਈ ਕੇ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਉਹ ਪਰਮੇਸ਼ਵਰ ਆਪੇ ਜਾਣੈ, ਉਹ ਆਪ ਹੀ ਜਾਣਦਾ ਹੈ। ਆਪੇ ਦੇ, ਇਸ ਸ਼ਬਦ ਨੂੰ ਨਾ ਦੇ ਨਹੀਂ ਕਹਿਣਾ। ਜੇ ਆਪਾਂ ਦੇ ਕਹਿੰਦੇ ਆ ਫਿਰ ਈੜੀ ਨੂੰ ਸਿਹਾਰੀ ਦਾ ਕੀ ਮਤਲਬ ਬਣੇਗਾ? ਇਸ ਨੂੰ ਪੜਾਂਗੇ, ਆਪੇ ਜਾਣੈ ਆਪੇ ਦੇ, ਇਸ ਨੂੰ ਥੋੜਾ ਲੰਬਾ ਕਰਾਂਗੇ। ਉਹ ਪਰਮੇਸ਼ਵਰ ਹੀ ਜਾਣਦਾ ਹੈ ਤੇ ਉਹ ਲੋੜ ਦੇ ਅਨੁਸਾਰ ਆਪ ਹੀ ਦਾਤਾਂ ਦਿੰਦਾ। ਆਖੈ ਸੇ ਭੇ ਕਈ ਕੇ, ਉਹ ਪਰਮੇਸ਼ਵਰ ਜੋ ਸਾਰੀਆਂ ਦਾਤਾਂ ਜਾਣਦਾ, ਉਹ ਲੋੜ ਅਨੁਸਾਰ ਹੀ ਦਾਤਾਂ ਦਿੰਦਾ। ਤੇ ਅਨੇਕਾਂ ਲੋਕ ਐਸੇ ਨੇ ਜਿਹੜੇ ਇਸ ਚੀਜ਼ ਨੂੰ ਸਮਝਦੇ ਹੀ ਨਹੀਂ। ਆਖੈ ਹੈ, ਉਹ ਕਹਿੰਦੇ ਨੇ, ਸੇ ਭੇ, ਇਹ ਗੱਲ ਵੀ ਕਈ ਕੇ, ਅਨੇਕਾਂ ਬੰਦੇ ਇਹ ਗੱਲ ਕਹਿੰਦੇ ਨੇ ਕਿ ਉਹ ਪਰਮੇਸ਼ਵਰ ਜਾਣਦਾ ਹੈ, ਆਪੇ ਦਾਤਾਂ ਦੇਏਗਾ। ਇੱਕ ਉਹ ਬੰਦੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਦਾਤਾ ਨਹੀਂ ਦਿੰਦਾ, ਸਾਨੂੰ ਆਪ ਹੀ ਕੁਝ ਨਾ ਕੁਝ ਕਰਨਾ ਪੈਂਦਾ ਹੈ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਸਭ ਤੋਂ ਵੱਡੀ ਦਾਤ ਕਿਹੜੀ ਹੈ, ਸਭ ਤੋਂ ਵੱਡੀ ਬਖਸ਼ਿਸ਼ ਕਿਹੜੀ ਹੈ, ਸਭ ਤੋਂ ਵੱਡੀ ਪਰਮਾਤਮਾ ਦੀ ਕਿਰਪਾ ਕਿਹੜੀ ਹੈ। ਹਰ ਤਰ੍ਹਾਂ ਦਾ ਬੰਦਾ ਸੰਸਾਰ ਤੇ ਹੈ, ਸ਼ੁਕਰ ਕਰਨ ਵਾਲਾ ਵੀ ਤੇ ਨਾ ਸ਼ੁਕਰ ਕਰਨ ਵਾਲਾ ਵੀ, ਨਾ ਸ਼ੁਕਰਾ ਵੀ ਹੈ ਤੇ ਸ਼ੁਕਰਾਨਾ ਕਰਨ ਵਾਲਾ ਵੀ ਹੈ। ਮਹਾਰਾਜ ਜੀ ਕਹਿੰਦੇ ਸਾਰੇ ਤਰ੍ਹਾਂ ਦੇ ਲੋਕ ਨੇ, ਪਰ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਸਭ ਤੋਂ ਵੱਡੀ ਪਰਮੇਸ਼ਵਰ ਦੀ ਦਾਤ ਕਿਹੜੀ ਹੈ, ਉਹ ਹਰ ਇੱਕ ਦੇ ਜੀਵਨ ਵਿੱਚ ਹੋਣੀ ਚਾਹੀਦੀ ਹੈ। ਸੱਚੇ ਪਾਤਸ਼ਾਹ ਜੀ ਦੱਸੋ ਫਿਰ ਦਾਤ ਕਿਹੜੀ ਹੈ ਸਭ ਤੋਂ ਵੱਡੀ, ਜਿਹੜੀ ਤੁਸੀਂ ਸਾਨੂੰ ਝੋਲੀ ਵਿੱਚ ਪਾਉਣੀ ਚਾਹੁੰਦੇ ਹੋ, ਸਾਡੇ ਤੇ ਕਿਰਪਾ ਕਰਨੀ ਚਾਹੁੰਦੇ ਹੋ। ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ
ਪਾਤਸ਼ਾਹੀ ਪਾਤਸ਼ਾਹੋ। ਸਭ ਤੋਂ ਵੱਡੀ ਬਖਸ਼ਿਸ਼ ਉਸ ਪਰਮੇਸ਼ਵਰ ਦੀ ਸਿਫਤ ਸਲਾਹ ਹੈ ਜੋ ਹੁਣ ਮਹਾਰਾਜ ਜੀ ਸਾਡੇ ਕੋਲੋਂ ਕਰਾ ਰਹੇ ਨੇ। ਜਿਸ ਨੂੰ, ਇਸ ਨੂੰ ਨੋ ਕਹਿਣਾ ਹੈ, ਨੋ। ਜਿਸ ਨੋ, ਇਸ ਨੂੰ ਨਾ ਤੇ ਨੂੰ ਕਹਿਣਾ ਹੈ, ਨਾ ਹੀ ਨੋ। ਨੋ ਕਹਾਂਗੇ ਨੰਨੇ ਨੂੰ ਹੋੜੇ ਤੇ ਬਿੰਦੀ ਲੱਗੇਗੀ, ਨੋ। ਤੇ ਜੇ ਨੂੰ ਕਵਾਂਗੇ ਨੰਨੇ ਨੂੰ ਦਲੈਂਕੜ ਲੱਗੇਗਾ। ਇਸ ਨੂੰ ਸਹੀ ਪ੍ਰੋਨਾਉਂਸ ਕਰਨ ਵਾਸਤੇ ਜੋ ਇੰਗਲਿਸ਼ ਵਿੱਚ NO ਅਲਫਾਜ਼ ਨੋ ਵਰਤਿਆ ਜਾਂਦਾ ਹੈ ਨਾ, ਨੋ। ਨੋ ਇੱਕਦਮ ਅਸੀਂ ਪੜ੍ਹਦੇ ਹਾਂ ਨੋ, ਉਸ ਨੂੰ 75% ਤੇ ਜਾ ਕੇ ਥੱਲੇ ਝੁਕਾਉਣਾ ਪੈਂਦਾ ਹੈ, ਪਰ ਇਸ ਨੂੰ ਥੋੜਾ ਲੰਬਾ ਪੜਾਂਗੇ। ਜਿਸ ਨੋ, ਕੀ ਕਹਾਂਗੇ? ਜਿਸ ਨੋ ਬਖਸ਼ੇ। ਕਈ ਬਖਸ਼ੇ ਕਹੀ ਜਾਂਦੇ ਆ, ਬਖਸ਼ੇ ਉਹ ਕੱਕਰ ਦਾ ਪਾਉਂਦੇ ਆ, ਪਰ ਅਸੀਂ ਪੜਾਂਗੇ ਜਿਸ ਨੋ, ਨੋ। ਮੈਂ ਤਾਂ ਬਾਰ-ਬਾਰ ਬੇਨਤੀ ਕਰ ਰਿਹਾ, ਇਹ ਅਲਫਾਜ਼ ਸਾਡੇ ਬਹੁਤ ਗਲਤ ਪੱਕ ਚੁੱਕੇ ਨੇ। ਜਿਸ ਨੋ ਬਖਸ਼ੇ, ਜਿਸ ਨੂੰ ਮੇਰਾ ਮਾਲਕ ਬਖਸ਼ਦਾ, ਕਿ ਸਿਫਤ ਸਾਲਾਹ, ਹਾਹਾ ਪ੍ਰੋਮੀਨੈਂਟ ਹੋਣਾ ਚਾਹੀਦਾ, ਹਾਹਾ ਕਲੀਅਰ ਹੋਣਾ ਚਾਹੀਦਾ। ਸਾਲਾਹ, ਸਾਲਾਹ ਹੀ ਨਹੀਂ ਕਹਿਣਾ, ਸਲਾਹ ਨਹੀਂ ਕਹਿਣਾ, ਸਾਲਾਹ। ਜਿਸ ਨੂੰ ਮੇਰਾ ਮਾਲਕ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ। ਨਾਨਕ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ। ਹੁਣ ਪਾਤਸ਼ਾਹ ਕੌਣ ਹੁੰਦਾ ਹੈ ਜੀ? ਸਾਨੂੰ ਪਤਾ ਤੇ ਲੱਗੇ ਨਾ ਪਾਤਸ਼ਾਹ ਕੌਣ ਹੁੰਦਾ ਹੈ। ਇਹ ਪਾਤਸ਼ਾਹ ਜੋ ਸ਼ਬਦ ਹੈ, ਇਹ ਪ੍ਰਾਰੰਭ ਹੁੰਦਾ ਹੈ ਰਾਜੇ ਤੋਂ। ਇੱਕ ਰਾਜਾ ਜਿਸ ਵੇਲੇ 100 ਰਾਜਿਆਂ ਨੂੰ ਫਤਿਹ ਕਰ ਲੈਂਦਾ ਹੈ, ਉਹ ਬਣਦਾ ਹੈ ਬਾਦਸ਼ਾਹ। ਜਿਸ ਵੇਲੇ ਇੱਕ ਬਾਦਸ਼ਾਹ ਆਸੇ-ਪਾਸੇ ਦੇ 100 ਰਾਜਿਆਂ ਨੂੰ ਫਤਿਹ ਕਰ ਲੈਂਦਾ ਹੈ, ਉਸ ਨੂੰ ਆਖਿਆ ਜਾਂਦਾ ਹੈ ਸਮਰਾਟ। ਤੇ ਜਿਸ ਵੇਲੇ ਹਜ਼ਾਰਾਂ ਸਮਰਾਟ ਇਕੱਠੇ ਹੋਣ, ਜਦ ਕਿ ਸਮਰਾਟ ਸਿਰਫ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਜਾਂ ਫਿਰ ਦੋ ਹੀ ਹੁੰਦੇ ਨੇ, ਹੱਦ 3 ਲਾ ਸਾਰੀ ਸ੍ਰਿਸ਼ਟੀ ਵਿੱਚ। ਚਲੋ ਮੰਨ ਲਓ, ਜਿਸ ਤਰ੍ਹਾਂ ਅਸੀਂ ਪੜ੍ਹਦੇ ਆ ਨਾ ਜੀ, ਯੁਧਿਸ਼ਟਰ ਉਹ ਸਮਰਾਟ ਸੀ, ਸਮਰਾਟ ਸੀ। ਘੋੜਾ ਛੱਡਦੇ ਸੀ, ਜੇ ਤਾਂ ਕਿਸੇ ਨੇ ਅਧੀਨਗੀ ਸਵੀਕਾਰ ਕਰ ਲਈ, ਸੰਧੀ ਕਰ ਲੈਣੀ, ਤੇ ਜੇਕਰ ਨਹੀਂ ਤੇ ਯੁੱਧ ਹੁੰਦਾ ਸੀ। ਇਸ ਤਰ੍ਹਾਂ ਜਿਹੜਾ 100 ਰਾਜਿਆਂ ਨੂੰ ਪਰਾਸਤ ਕਰਦਾ ਸੀ, ਵੱਡੇ ਵੱਡੇ ਰਾਜਿਆਂ ਨੂੰ ਉਹੀ ਸਮਰਾਟ ਅਖਵਾਇਆ ਜਾਂਦਾ ਸੀ। ਤੇ ਜਿਹੜੇ ਸਮਰਾਟ ਆ, ਹੁਣ ਇੱਕ ਐਸਾ ਬੰਦਾ ਜੋ 100 ਸਮਰਾਟਾਂ ਨੂੰ ਫਤਿਹ ਕਰੇ, ਜਦਕਿ 100 ਸਮਰਾਟ ਹੁੰਦੇ ਹੀ ਨਹੀਂ, ਪਰ ਕਹਿੰਦੇ ਨੇ ਮੰਨ ਲਓ ਫਤਿਹ ਕਰ ਲਿਆ, ਉਸ ਨੂੰ ਮੰਨਿਆ ਜਾਂਦਾ ਹੈ ਪਾਤਸ਼ਾਹ। ਤੇ ਹੁਣ ਇੱਕ ਪਾਤਸ਼ਾਹ ਦੇ ਸਾਹਮਣੇ 1000 ਪਾਤਸ਼ਾਹ ਇਕੱਠੇ ਹੋਣ, ਉਸ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਆਖਿਆ ਜਾਂਦਾ ਹੈ। ਇੰਨੀ ਉੱਚੀ ਪਦਵੀ ਵੀ ਜਿਹਦੀ ਬਰਾਬਰਤਾ ਕੋਈ ਨਾ ਕਰ ਸਕੇ, ਉਸ ਨੂੰ ਆਖਿਆ ਜਾਂਦਾ ਹੈ ਪਾਤਸ਼ਾਹੀ ਪਾਤਸ਼ਾਹੋ। ਅਸੀਂ ਸਿੱਧਾ ਹੀ ਪੜ੍ਹ ਦਿੰਦੇ ਹਾਂ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅਸੀਂ ਤਾਂ ਭੋਲੇ ਪੰਚ ਪੜ੍ਹ ਦਿੰਦੇ ਹਾਂ, ਪਰ ਮਹਾਰਾਜ ਜੀ ਕਹਿੰਦੇ ਨੇ ਇਸ ਨੂੰ ਪੜ੍ਹਨਾ ਹੈ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਤੇ ਪਾਤਸ਼ਾਹ ਦਾ ਅਰਥ ਪਤਾ ਕੀ ਹੁੰਦਾ ਹੈ? ਜਿਸ ਦੀ ਇੱਜ਼ਤ ਪੱਤ ਸ਼ਾਹੀ ਢੰਗ ਦੇ ਨਾਲ 14 ਤਬਕਾਂ ਦੇ ਵਿੱਚ ਉੱਚੀ ਹੈ। ਪਾਤਸ਼ਾਹ ਜੋ ਸ਼ਬਦ ਹੈ, ਇਹਦਾ ਅਰਥ ਹੈ ਜਿਹਦੀ ਇੱਜ਼ਤ ਪੱਤ ਸਭ ਤੋਂ ਉੱਚੀ ਹੋਵੇ। ਤੇ ਮਹਾਰਾਜ ਜੀ ਕਹਿੰਦੇ ਨੇ, ਭਾਈ ਤੇਰੀ ਝੋਲੀ ਵਿੱਚ ਇਹ ਸਿੱਖਾ, ਮੈਂ ਸਿਫਤ ਸਲਾਹ ਦੀ ਦਾਤ ਪਾ ਦਿੱਤੀ ਹੈ। ਤੇਰੀ ਇੱਜ਼ਤ ਪੱਤ ਸਭ ਤੋਂ ਉੱਚੀ ਹੋਏਗੀ ਤੇ ਤੇਰੇ ਵਿੱਚ ਇੰਨੀ ਸਮਰੱਥਾ ਹੋਏਗੀ, ਤੂੰ ਕਰੋੜਾਂ ਨੂੰ ਇੱਜ਼ਤ ਪੱਤ ਦੇ ਸਕਦਾ ਹੈ, ਕਰੋੜਾਂ ਦੀ ਇੱਜ਼ਤ ਪੱਤ ਢੱਕ ਸਕਦਾ ਹੈ। ਤੈਨੂੰ ਇੰਨੀ ਸਮਰੱਥਾ ਬਖਸ਼ ਦਿੱਤੀ ਹੈ। ਜਿਸ ਨੋ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਇਸ ਕਰਕੇ ਕਈ ਵਾਰ ਮਹਾਂਪੁਰਖ ਜਦੋਂ ਕਿਸੇ ਨੂੰ ਦੇਖਦੇ ਨੇ ਨਾ ਜੀ, ਤੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਇਹ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੀ ਨੇ। ਤੇ ਪਾਤਸ਼ਾਹ ਦਾ ਅਰਥ ਇਹੀ ਹੁੰਦਾ ਹੈ ਜਿਸ ਦੀ ਧੌਣ ਸੱਚਖੰਡ ਤੱਕ ਜਾਂਦੀ ਹੋਵੇ, ਜਿਸ ਦਾ ਸੀਸ ਸੱਚਖੰਡ ਤੱਕ ਪਹੁੰਚਦਾ ਹੋਵੇ, ਜਿਸ ਦੀ ਪਹੁੰਚ ਸੱਚਖੰਡ ਤੱਕ ਹੋਵੇ। ਆਪ ਜੀ ਨੂੰ ਪਤਾ ਹੋਏਗਾ, ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਸ਼ਬਦ ਦਿੱਤਾ ਸੀ
ਜੋ ਜੋਗੇਵਾਲ ਟਕਸਾਲ ਹੈ ਨਾ ਜੀ, ਮੋਗੇ ਤੋਂ ਜਦੋਂ ਅਸੀਂ ਮੁਦਕੀ ਵਾਲੇ ਪਾਸੇ ਜਾਂਦੇ ਹਾਂ ਤੇ ਲੈਫਟ ਸਾਈਡ ਤੇ ਇੱਕ ਜੋਗੇਵਾਲ ਟਕਸਾਲ ਆਉਂਦੀ ਆ। ਆਪਣੇ ਟਕਸਾਲ ਦੇ ਸਾਰੇ ਮਹਾਂਪੁਰਖ ਉੱਥੇ ਜਾਂਦੇ ਰਹੇ। ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਸੰਤ ਬਾਬਾ ਠਾਕੁਰ ਸਿੰਘ ਜੀ ਜੋਗੇਵਾਲ ਟਕਸਾਲ ਜੀ ਜਾਂਦੇ ਰਹੇ। ਤੇ ਉਹ ਟਕਸਾਲ ਦੀ ਪ੍ਰਾਰੰਭਤਾ ਜਦੋਂ ਆਪ ਜਾਓਗੇ ਉੱਥੇ ਇੱਕ ਸ਼ਬਦ ਮਿਲੇਗਾ ਪਾਤਸ਼ਾਹ। ਵੀ ਉਹਨਾਂ ਮਹਾਂਪੁਰਖਾਂ ਨੂੰ ਪਾਤਸ਼ਾਹ ਦੇ ਲਕਬ ਨਾਲ ਨਵਾਜਿਆ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ। ਉਹ ਕਿਉਂ? ਕਿਉਂਕਿ ਹਰ ਦਮ ਉਹ ਬੰਦਗੀ ਵਿੱਚ ਹੀ ਰਹਿੰਦੇ ਸਨ, ਸਿਮਰਨ ਵਿੱਚ ਹੀ ਰਹਿੰਦੇ ਸਨ। ਤੇ ਸੰਤ ਬਾਬਾ ਬਲਦੇਵ ਸਿੰਘ ਜੀ ਇਸ ਵੇਲੇ ਮੌਜੂਦਾ ਮੁਖੀ ਨੇ ਤੇ ਅਕਸਰ ਉਹ ਕਹਿੰਦੇ ਨੇ ਕਿ ਪਾਤਸ਼ਾਹ ਜੀ ਦਾ ਪਹਿਰਾ ਹੈ ਜੋਗੇਵਾਲ ਟਕਸਾਲ ਤੇ, ਇੱਥੇ ਕੋਈ ਕਹਿਰੀ ਅੱਖ ਨਹੀਂ ਕਰ ਸਕਦਾ। ਤੇ ਪਾਤਸ਼ਾਹ ਜੀ ਦਾ ਪਹਿਰਾ ਕਹਿਣ ਦਾ ਅਰਥ ਇਹ ਹੈ ਕਿ ਜੋ ਤਾਕਤ ਦੇ ਸਨਮੁਖ ਰੱਖਦਿਆਂ ਇਹ ਲਕਬ ਮਿਲਿਆ ਗੁਰੂ ਦੀ ਬਾਣੀ ਜਪਣ ਦੇ ਨਾਲ, ਗੁਰੂ ਦੀ ਬਾਣੀ ਦਾ ਪਹਿਰਾ ਹੈ ਉੱਥੇ। ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਨੇ ਪਾਤਸ਼ਾਹਾਂ ਦਾ ਪਾਤਸ਼ਾਹ ਬਣਾਇਆ ਹੈ। ਅੱਗੇ ਸਾਡੀ ਆਪਣੀ ਇੱਛਾ ਹੈ ਕਿ ਅਸੀਂ ਭਿਖਾਰੀ ਬਣ ਕੇ ਜੀਵਨ ਬਤੀਤ ਕਰਨਾ ਹੈ, ਜਾਂ ਫਿਰ ਵਿਸ਼ੇ ਵਿਕਾਰ ਭੋਗ ਕੇ ਇੱਕ ਗੰਦਗੀ ਦੇ ਵਿਸ਼ਟਾ ਦੇ ਕੀੜੇ ਦੇ ਵਾਂਗੂ ਜੀਵਨ ਬਤੀਤ ਕਰਨਾ ਹੈ, ਗੰਦਾ ਜਿਹਾ ਜੀਵਨ। ਕਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਪਵਿੱਤਰ ਜੀਵਨ, ਤੇ ਕਿੱਥੇ ਗੰਦਗੀ ਦੇ ਵਿੱਚ, ਚਿੱਕੜ ਦੇ ਵਿੱਚ ਜਾਂ ਵਿਸ਼ਟਾ ਦੇ ਵਿੱਚ ਰਿੰਗਣ ਵਾਲੇ ਕੀੜੇ ਦਾ ਜੀਵਨ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਸਾਡੇ ਸਾਰਿਆਂ ਤੇ। ਮਹਾਰਾਜ ਜੀ ਨੇ ਜੋ ਸਾਡੀ ਝੋਲੀ ਵਿੱਚ ਦਾਤ ਪਾਈ, ਅਸੀਂ ਇਸ ਦਾਤ ਨੂੰ ਸਾਂਭਣ ਦੇ ਸਮਰੱਥ ਹੋਈਏ, ਅਸੀਂ ਮਾਲਕ ਦੀ ਸਿਫਤ ਸਲਾਹ ਕਰ ਸਕੀਏ। ਤੇ ਜਿਸ ਵੇਲੇ ਅਸੀਂ ਸਿਫਤ ਸਲਾਹ ਗੁਰੂ ਦੀ ਅਸੀਸ ਨਾਲ ਕਰਾਂਗੇ ਤੇ ਸਮਝ ਲਿਓ ਕਿ ਗੁਰੂ ਤੁਹਾਡੇ ਉੱਤੇ ਪ੍ਰਸੰਨ ਹੈ, ਗੁਰੂ ਤੁਹਾਡੇ ਤੇ ਤਰੁੱਠ ਗਿਆ ਹੈ, ਗੁਰੂ ਤੁਹਾਡੇ ਤੋਂ ਖੁਸ਼ ਹੈ। ਤੇ ਗੁਰੂ ਮਹਾਰਾਜ ਜੀ ਕੋਲੋਂ ਜੋ ਮਰਜ਼ੀ ਮੰਗ ਲਓ, ਗੁਰੂ ਮਹਾਰਾਜ ਜੀ ਬਖਸ਼ ਦਿੰਦੇ ਹਨ। ਗੁਰੂ ਤੋਂ ਇਲਾਵਾ ਸਿੱਖ ਦਾ ਜੀਵਨ ਕੋਈ ਵੀ ਦੂਸਰਾ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਦਾ ਲਾਈਫ ਸਟਾਈਲ ਅਪਣਾਈਏ। ਲਾਈਫ ਸਟਾਈਲ ਸਿਰਫ ਗੁਰੂ ਮਹਾਰਾਜ ਜੀ ਦੇ ਹੁਕਮ ਅਨੁਸਾਰ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਮੂਹ ਸੰਗਤ ਬਖਸ਼ ਲਿਓ। ਆਓ ਆਪਾਂ 1 ਮਿੰਟ ਲਈ ਗੁਰਮੰਤਰ ਕਰੀਏ, ਪਰਤ ਕੇ ਸਮਾਪਤੀ ਹੈ। ਅੱਜ ਥੋੜਾ ਜਿਹਾ ਸਮਾਂ ਜ਼ਿਆਦਾ ਹੋ ਗਿਆ, ਦਾਸ ਖਿਮਾ ਦਾ ਜਾਚਕ ਹੈ ਜੀ। ਆਓ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰੀਏ। ਦਾਤਾ ਜੀ, ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ, ਬੜੀ ਕਿਰਪਾ ਕੀਤੀ, ਜਿੰਨੀਆਂ ਦਾਤਾਂ ਬਖਸ਼ੀਆਂ ਦਾਤਿਆ ਤੇਰਾ ਲੱਖ ਲੱਖ ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ। ਮਹਾਰਾਜ ਜੀ ਤੇਰਾ ਲੱਖ ਲੱਖ ਸ਼ੁਕਰ ਹੈ। ਆਪ ਜੀ ਕਿਤੇ YouTube ਦੇ ਉੱਤੇ ਜਾਂ ਫਿਰ ਸੋਸ਼ਲ ਮੀਡੀਆ ਉੱਤੇ ਸਰਚ ਮਾਰੋ, ਅਨੇਕਾਂ ਬੱਚੇ ਐਸੇ ਨੇ ਬਾਹਾਂ ਵੀ ਨਹੀਂ ਹਨ, ਲੱਤਾਂ ਵੀ ਨਹੀਂ ਹਨ, ਤੇ ਵੇਖਦਿਆਂ ਸਾਰ ਅੰਦਰ ਦੇ ਵਿੱਚੋਂ ਧੂ ਨਿਕਲਦੀ ਹੈ, ਅੰਦਰੋਂ ਇੱਕਦਮ ਤੜਫ ਉੱਠਦੀ ਹੈ। ਦਾਤਿਆ ਅਸੀਂ ਇੰਨੇ ਨਾ ਸ਼ੁਕਰੇ। ਤੇ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਨਹੀਂ ਹਨ ਉਹ ਕਹਿੰਦੇ ਨੇ ਕਿ ਅਸੀਂ ਫਿਰ ਵੀ ਖੁਸ਼ ਹਾਂ, ਸ਼ੁਕਰ ਹੈ। ਅੱਖਾਂ ਕੰਮ ਕਰਦੀਆਂ ਨੇ, ਜੀਭ ਕੰਮ ਕਰਦੀ ਹੈ, ਦਿਮਾਗ ਕੰਮ ਕਰਦਾ ਹੈ, ਦਿਲ ਕੰਮ ਕਰਦਾ ਹੈ, ਪੇਟ ਕੰਮ ਕਰਦਾ ਹੈ, ਗਲਾ ਕੰਮ ਕਰਦਾ ਹੈ, ਦੰਦ ਕੰਮ ਕਰਦੇ ਨੇ। ਸ਼ੁਕਰ ਕਰੀਏ, ਸ਼ੁਕਰ ਕਰੀਏ ਦਾਤੇ ਦਾ, ਸ਼ੁਕਰ ਕਰੀਏ, ਸ਼ੁਕਰ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ, ਮਹਾਰਾਜ ਬਖਸ਼ ਲਓ ਸਾਨੂੰ। ਆਓ ਗੁਰੂ ਮੰਤਰ ਕਰੀਏ ਜੀ। ਵਾਹਿਗੁਰੂ
ਸਾਡੇ ਸਾਰਿਆਂ ਤੇ ਮਿਹਰ ਕਰਨ। ਦਾਤਾ ਜੀ ਬਖਸ਼ਿਸ਼ ਕਰਨ। ਸਾਨੂੰ ਸ਼ੁਕਰਾਨਾ ਕਰਨਾ ਆ ਜਾਏ ਤੇ ਸਾਨੂੰ ਗੁਰੂ ਦੀ ਸਿਫਤ ਸਲਾਹ ਕਰਨੀ ਆ ਜਾਏ। ਗੁਰੂ ਵੱਲੋਂ ਦਾਤ ਸਾਡੀ ਝੋਲੀ ਵਿੱਚ ਪਈ ਹੈ ਸਿਫਤ ਸਲਾਹ ਦੀ। ਆਪ ਜੀ ਭਾਵੇਂ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਨਿਰੰਤਰ ਜਾਪ ਕਰੋ। ਆਪ ਜੀ ਆਪਾਂ ਸਾਰੇ ਇੰਝ ਮਹਿਸੂਸ ਕਰਾਂਗੇ ਕਿ ਜਿਵੇਂ ਅੰਦਰ ਇੱਕਦਮ ਪ੍ਰਕਾਸ਼ ਦਾ ਸਮੁੰਦਰ ਪ੍ਰਗਟ ਹੋ ਗਿਆ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।